ਤੁਸੀਂ ਕੀ ਸਮਝਦੇ ਹੋ ਇੰਨੇ ਵਿਰੋਧ ਦੇ ਬਾਵਜੂਦ ਕੀ ਸਰਕਾਰਾਂ ਇਹ ਵਾਪਸ ਕਰਨਗੀਆਂ ਆਰਡੀਨੈਂਸ? ਸੌਖਾ ਨਹੀਂ ਕਰਨਗੀਆਂ ਕਿਉਂਕਿ ਸਰਕਾਰਾਂ ਆਪਣੇ ਦਮ ਤੇ ਨਹੀਂ ਚੱਲ ਰਹੀਆਂ, ਉਹ ਕਾਰਪੋਰੇਟਾਂ ਦੇ ਦਮ ਤੇ ਚੱਲ ਰਹੀਆਂ, ਉਹ ਵਿਕ ਚੁੱਕੀਆਂ ਹੈ। ਜੇਕਰ ਆਰਡੀਨੈਂਸ ਵਾਪਸ ਨਹੀਂ ਹੁੰਦੇ ਨੇ ਤਾਂ ਫਿਰ ਕੀ ਅੱਗੇ ਹੋਣਾ ਚਾਹੀਦਾ? ਆਰਡੀਨੈਂਸ ਤੇ ਵਾਪਸ ਜਲਦੀ ਨਹੀਂ ਹੋਣਗੇ ਤੇ ਮੇਰਾ ਖਿਆਲ ਹੈ ਕਿ ਲੋਕਾਂ ਦਾ ਇੱਕ ਵਿਸ਼ਾਲ ਇਕੱਠ, ਲੋਕਾਂ ਦਾ ਏਕਾ ਜਦੋਂ ਇਸ ਗੱਲ ਤੋਂ ਮਨਾ ਕਰ ਦੂਗਾ ਇਹ ਸਾਡੀਆਂ ਸਰਕਾਰਾਂ ਹੀ ਨਹੀਂ ਹੈ ਤਾਂ ਕੁਦਰਤੀ ਉਹਦਾ ਰਿਜ਼ਲਟ ਕੀ ਨਿਕਲੂਗਾ ਆਪਾਂ ਦੇਖ ਸਕਦੇ ਹਾਂ ਕਿ ਉਹਨਾਂ ਨੂੰ ਵੀ ਆਖਿਰਕਾਰ ਇਸ ਡੈਮੋਕ੍ਰੇਸੀ ਦੇ ਵਿੱਚ ਵੋਟਾਂ ਤੋਂ ਬਗੈਰ ਰਾਜ ਨਹੀਂ ਚੱਲ ਸਕਦਾ। ਜਿਹੜੇ ਇਹਨੇ ਬਿੱਲ ਪਾਸ ਕਰੇ ਨੇ ਉਹ ਅਸੀਂ ਇਹਦੀ ਹਿੱਕ ਤੇ ਨੱਚ ਕੇ ਤੋਂ ਬਿੱਲ ਪਾੜਵਾ ਕੇ ਰਹਾਂਗੇ। ਹਾਲਾਂਕਿ ਮੈਂ ਘਰੇ ਕਹਿ ਕੇ ਆਉਣਾ ਵੀ ਮੇਰਾ ਆਟੇ ਦੇ ਵਿੱਚ ਪਾਣੀ ਨਾ ਪਾਈ, ਕਿਉਂਕਿ ਸਰਕਾਰਾਂ ਨਾ ਤਾਂ ਗੋਲੀ ਚਲਾਉਣ ਤੋਂ ਡਰਦੀਆਂ ਨੇ, ਇਹ ਸਾਨੂੰ ਮਰਵਾ ਕੇ ਹਟਣਗੀਆਂ। ਜਿਹੜੇ ਆਰਐਸਐਸ ਦੇ ਮੋਦੀ ਬੀਜੇਪੀ ਸਰਕਾਰ, ਗੁੰਡੀ ਸਰਕਾਰ, ਇਹਨੇ ਸਾਡੇ ਕਿਸਾਨਾਂ ਦਾ ਸਾਡੇ ਨਾਲ ਖਿਲਵਾੜ ਕੀਤਾ ਹੈ, ਸਾਡੀ ਕਿਸਾਨੀ ਦੇਖੋ ਪਹਿਲਾਂ ਹੀ ਖਤਮ ਕਰਤੀ। ਕਿਉਂਕਿ ਜੇ ਅਸੀਂ ਟਿੱਬੇ ਚੱਕ ਕੇ ਝੋਨੇ ਲਾਉਣ ਜਾਣਦੇ ਹਾਂ ਤਾਂ ਅਸੀਂ ਇਹ ਸਰਕਾਰਾਂ ਤੋਂ ਹੱਕ ਲੈਣੇ ਵੀ ਚੰਗੀ ਤਰ੍ਹਾਂ ਜਾਣਦੇ ਹਾਂ। ਬੀਜੇਪੀ ਸਰਕਾਰ ਦਾ ਕਹਿਣਾ ਹੈ ਕਿ ਇਹ ਜੋ ਆਰਡੀਨੈਂਸ ਪਾਸ ਕੀਤੇ ਨੇ ਇਹਨਾਂ ਨਾਲ ਐਮਐਸਪੀ ਖਤਮ ਨਹੀਂ ਹੋਊਗੀ। ਇਹ ਵੀਰ ਜੀ ਸਰਾਸਰ ਝੂਠ ਹੈ, ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ। ਮੋਦੀ ਕਹਿੰਦਾ ਮੈਂ ਕਿਸਾਨਾਂ ਦੇ ਪੱਖ ਵਾਸਤੇ ਕਰ ਰਿਹਾ, ਫਿਰ ਸਵਾਮੀਨਾਥਨ ਦੀ ਰਿਪੋਰਟ ਕਿਉਂ ਨਹੀਂ ਲਾਗੂ ਕਰ ਰਿਹਾ? ਇਹ ਤਾਂ ਆਪਦੇ ਅਡਵਾਨੀਆਂ ਤੇ ਅਬਾਨੀਆਂ ਦੇ ਫਾਇਦਿਆਂ ਵਾਸਤੇ ਕਿਸਾਨਾਂ ਦਾ ਬੇੜਾ ਗਰਕ ਕਰਨ ਤੇ ਲੱਗਿਆ ਹੋਇਆ, ਉਹ ਇਹਨੇ ਕਰ ਦਿੱਤਾ। ਸ਼ੰਭੂ ਬਾਰਡਰ ਤੇ ਜੋ ਧਰਨਾ ਲੱਗਿਆ ਹੈ ਇਹਦੇ ਵਿੱਚ ਜਿੱਥੋਂ ਪੰਜਾਬ ਦੇ ਵਿੱਚੋਂ ਅਲੱਗ-ਅਲੱਗ ਥਾਂ ਤੋਂ ਲੋਕ ਆ ਰਹੇ ਨੇ, ਉੱਥੇ ਸਾਡੇ ਨਾਲ ਬਣੇ ਹੋਏ ਨੇ ਪ੍ਰੋਫੈਸਰ ਮਨਜੀਤ ਸਿੰਘ। ਤੁਸੀਂ ਕੀ ਸਮਝਦੇ ਹੋ ਇੰਨੇ ਵਿਰੋਧ ਦੇ ਬਾਵਜੂਦ ਕੀ ਸਰਕਾਰਾਂ ਇਹ ਵਾਪਸ ਕਰਨਗੀਆਂ ਆਰਡੀਨੈਂਸ? ਸੌਖਾ ਨਹੀਂ ਕਰਨਗੀਆਂ ਕਿਉਂਕਿ ਸਰਕਾਰਾਂ ਆਪਣੇ ਦਮ ਤੇ ਨਹੀਂ ਚੱਲ ਰਹੀਆਂ, ਉਹ ਕਾਰਪੋਰੇਟਾਂ ਦੇ ਦਮ ਤੇ ਚੱਲ ਰਹੀਆਂ, ਉਹ ਵਿਕ ਚੁੱਕੀਆਂ ਆ, ਉਹ ਕਾਰਪੋਰੇਟਾਂ ਦੀ ਜੇਬ ਦੇ ਵਿੱਚ ਆ। ਜਦ ਤੱਕ ਇਹ ਲੋਕਾਂ ਦਾ ਇਕੱਠ, ਲੋਕਾਂ ਦਾ ਹਜ਼ੂਮ, ਭਾਵੇਂ ਉਹ ਪੰਜਾਬ 'ਚ ਹੋਵੇ, ਭਾਵੇਂ ਹਰਿਆਣੇ 'ਚ ਹੋਵੇ, ਭਾਵੇਂ ਸਮੁੱਚੇ ਦੇਸ਼ ਦੇ ਵਿੱਚ ਹੋਵੇ, ਜਦ ਤੱਕ ਉਹ ਉਹਨਾਂ ਦਾ ਨੱਕ 'ਚ ਨਹੀਂ ਦਮ ਕਰਨਗੇ, ਪਿੱਛੇ ਹਟਣ ਵਾਲੀਆਂ ਨਹੀਂ ਹੈ। ਜੇਕਰ ਆਰਡੀਨੈਂਸ ਵਾਪਸ ਨਹੀਂ ਹੁੰਦੇ ਨੇ ਤਾਂ ਫਿਰ ਕੀ ਅੱਗੇ ਹੋਣਾ ਚਾਹੀਦਾ? ਆਰਡੀਨੈਂਸ ਤੇ ਵਾਪਸ ਜਲਦੀ ਨਹੀਂ ਹੋਣਗੇ ਤੇ ਮੇਰਾ ਖਿਆਲ ਹੈ ਕਿ ਲੋਕਾਂ ਦਾ ਇੱਕ ਵਿਸ਼ਾਲ ਇਕੱਠ, ਲੋਕਾਂ ਦਾ ਏਕਾ ਜਦੋਂ ਇਸ ਗੱਲ ਤੋਂ ਮਨਾ ਕਰ ਦੂਗਾ ਇਹ ਸਾਡੀਆਂ ਸਰਕਾਰਾਂ ਹੀ ਨਹੀਂ ਹੈ ਤਾਂ ਕੁਦਰਤੀ ਉਹਦਾ ਰਿਜ਼ਲਟ ਕੀ ਨਿਕਲੂਗਾ ਆਪਾਂ ਦੇਖ ਸਕਦੇ ਹਾਂ ਕਿ ਉਹਨਾਂ ਨੂੰ ਵੀ ਆਖਿਰਕਾਰ ਇਸ ਡੈਮੋਕ੍ਰੇਸੀ ਦੇ ਵਿੱਚ ਵੋਟਾਂ ਤੋਂ ਬਗੈਰ ਰਾਜ ਨਹੀਂ ਚੱਲ ਸਕਦਾ ਤੇ ਲਾਜ਼ਮੀ ਹੈ ਕਿ ਉਹ ਇਸ ਗੁੱਸੇ ਦਾ ਕੋਈ ਨਾ ਕੋਈ ਕਿਸੇ ਤਰੀਕੇ ਨਾਲ ਤੇ ਥੋੜਾ ਬਹੁਤ ਉਸ ਦਾ ਆਦਰ ਮਾਣ ਕਰਨਗੇ ਔਰ ਕੁਛ ਨਾ ਕੁਛ ਪਿੱਛੇ ਹਟ ਕੇ ਕੋਈ ਰਸਤਾ ਕੱਢਣਗੇ ਤੇ ਇਹ ਕਾਨੂੰਨ ਲਾਗੂ ਜਿਹੜੇ ਅਜੇ ਹਾਲ ਦੀ ਘੜੀ ਘੱਟੋ ਘੱਟ ਇਸ ਰੂਪ ਦੇ ਵਿੱਚ ਨਾ ਹੋਣ। ਪਰ ਜੇ ਨਹੀਂ ਕਰਦੇ ਤਾਂ ਫਿਰ ਇੱਕੋ ਹੀ ਤਰੀਕਾ ਰਹਿ ਗਿਆ ਕਿ ਡੈਮੋਕ੍ਰੇਸੀ ਨੂੰ, ਲੋਕਤੰਤਰ ਨੂੰ, ਵੋਟਾਂ ਦੇ ਰਾਜ ਨੂੰ ਸਦਾ ਲਈ ਛੱਡੋ ਤੇ ਜਾਂ ਇੱਥੇ ਆ ਕੇ ਕੋਈ ਡਿਕਟੇਟਰਸ਼ਿਪ ਜਾਂ ਕੋਈ ਹੋਰ ਕਿਸਮ ਦਾ ਰਾਜ ਲਾਗੂ ਕਰੋ। ਜੇਕਰ ਸਰਕਾਰਾਂ ਆਰਡੀਨੈਂਸ ਵਾਪਸ ਨਹੀਂ ਕਰਦੀਆਂ ਨੇ ਤਾਂ ਪੰਜਾਬ ਦੀ ਇਕਨੋਮੀ ਤੇ ਇੱਕ ਵੱਡਾ ਹਮਲਾ ਸਾਬਤ ਹੋਵੇਗਾ। ਪੰਜਾਬ ਬਰਬਾਦੀ ਦੀ ਕਗਾਰ ਤੇ ਖੜਾ ਹੋ ਜਾਊਗਾ। ਬਚਿਆ ਕੀ ਹੈ ਪੰਜਾਬ ਦੇ ਵਿੱਚ? ਨੌਜਵਾਨ ਇੱਥੋਂ ਦੇ ਭੱਜ ਰਹੇ ਆ, ਨਸ਼ਾ ਇੱਥੇ ਦਾ, ਪਾਣੀ, ਹਵਾ, ਸਭ ਕੁਝ ਤਬਾਹ, ਜ਼ਮੀਨ ਇੱਥੋਂ ਦੀ ਤਬਾਹ। ਬਚਿਆ ਕੀ ਹੈ? ਇਹ ਤੇ ਜੇ ਬਚਿਆ ਤਾਂ ਪੰਜਾਬੀਆਂ ਦੀ ਜ਼ੋਰਤ, ਪੰਜਾਬੀਆਂ ਦਾ ਏਕਾ, ਪੰਜਾਬੀਆਂ ਦੀ ਹਿੰਮਤ, ਪੰਜਾਬੀਆਂ ਦਾ ਦਮਦਾਰ ਜਿਹਦਾ ਏਕਾ ਹੈ ਉਹੀ ਸਾਡੇ ਕੋਲ ਬਚਿਆ ਤੇ ਉਹ ਅੱਜ ਅਸੀਂ ਦਿਖਾ ਰਹੇ ਹਾਂ। ਮੈਂ ਇੱਕ ਗੱਲ ਦੱਸਦਾ ਕਿ ਅੱਜ ਦੀ ਵੀ ਜੋ ਮਰਜ਼ੀ ਪੰਜਾਬ ਦੇ ਜਿੰਨਾ ਮਰਜ਼ੀ ਦੱਬਣ ਕੁਚਲਣ ਦੀ ਕੋਸ਼ਿਸ਼ ਕਰੋ, ਪਰ ਪੰਜਾਬੀਆਂ ਨੇ ਆਪਣੇ ਏਕੇ ਰਾਹੀਂ ਇਹ ਦਿਖਾਤਾ ਆ ਕਿ ਦੇਖੋ ਅਸੀਂ ਸਮੁੱਚੇ ਭਾਰਤ ਨੂੰ ਅੱਜ ਪੰਜਾਬ ਇਕੱਠੇ ਹੋ ਕੇ ਰਸਤਾ ਦਿਖਾ ਰਿਹਾ ਕਿ ਇੱਕੋ ਇੱਕ ਰਸਤਾ ਬਚਿਆ ਕਿ ਡਟ ਜਾਓ, ਡਟ ਕੇ ਆਪਣੇ ਆਪਣੇ ਹੱਕ ਹਕੂਕ ਸੜਕਾਂ ਤੇ ਲੜਾਈ ਦੇ ਕੇ ਲੜੋ। ਇਹੀ ਰਸਤਾ ਸਾਰੇ ਹੋਰ ਦੇਸ਼ ਦੇ ਕਿਸਾਨ, ਮਜ਼ਦੂਰ, ਨੌਜਵਾਨਾਂ ਨੂੰ ਪੰਜਾਬ ਅੱਜ ਚਾਨਣ ਮਨਾਰੇ ਵਾਂਗੂ ਦਿਖਾ ਰਿਹਾ। ਡੈਮੋਕ੍ਰੇਸੀ ਇੰਨਾ ਵਿਰੋਧ ਹੋ ਰਿਹਾ ਹੈ ਤਾਂ ਸਰਕਾਰਾਂ ਦੇ ਕੰਨਾਂ ਤੱਕ ਇਹ ਆਵਾਜ਼ ਕਿਉਂ ਨਹੀਂ ਪਹੁੰਚਦੀ? ਉਹਨਾਂ ਨੇ, ਸਰਕਾਰਾਂ ਨੇ ਆਪਣੇ ਕੰਨਾਂ 'ਚ ਸਿੱਕਾ ਪਾਇਆ ਆ, ਅੱਖਾਂ ਦੇ ਉੱਤੇ ਪੱਟੀ ਬੰਨੀ ਹੋਈ ਆ, ਉਹ ਬੌਂਗੇ ਤੇ ਅੰਨੇ ਹੋ ਚੁੱਕੇ ਆ, ਉਹਨਾਂ ਨੂੰ ਨਹੀਂ ਸੁਣਦਾ ਤੇ ਨਹੀਂ ਦੇਖ ਰਿਹਾ। ਇਸੇ ਕਰਕੇ ਸਾਨੂੰ ਏਡੇ ਜ਼ੋਰ ਦੀ ਨਾਰੇ ਮਾਰਨੇ ਪੈ ਰਹੇ ਆ ਤਾਂ ਕਿ ਉਹ ਜਿਹੜੇ ਕੰਨ ਜਿਨ੍ਹਾਂ ਦੇ ਵਿੱਚ ਨਹੀਂ ਆਵਾਜ਼ ਜਾਂਦੀ, ਸਾਡੇ ਜ਼ੋਰ ਦੀ ਨਾਰਿਆਂ ਦੀ ਆਵਾਜ਼ ਉੱਥੇ ਤੱਕ ਪਹੁੰਚੇ। ਫਿਰ ਆਹ ਦੇਸ਼ ਦੀ ਸਿਆਸਤ, ਦੇਸ਼ ਦੇ ਹੁਕਮਰਾਨ ਜਾ ਕਿੱਧਰ ਨੂੰ ਰਹੇ ਨੇ? ਜੇਕਰ ਇਹ
ਵੋਟਰਾਂ ਦਾ ਹੀ ਲੋਕਾਂ ਦਾ ਸਨਮਾਨ ਹੀ ਉਹਨਾਂ ਦੀ ਗੱਲਾਂ ਨਹੀਂ ਸੁਣਦੇ ਤਾਂ ਫਿਰ ਦੇਸ਼ ਦਾ ਬਣੇਗਾ ਕੀ? ਬਿਲਕੁਲ ਦੇਸ਼ ਦੇ ਵਿੱਚ ਉਹਨਾਂ ਨੂੰ ਬਿਲਕੁਲ ਲੋਕਾਂ ਦੇ ਵਿੱਚ ਕੋਈ ਭਰੋਸਾ ਨਹੀਂ, ਨਾ ਲੋਕਾਂ ਕੋਲੋਂ ਸਾਰੋਕਾਰ ਸਰਕਾਰ ਨੂੰ ਰਿਹਾ। ਲੋਕਾਂ ਨੂੰ ਉਹ ਆਪਣੇ ਜਿਹੜੀਆਂ ਬੱਕਰੀਆਂ ਭੇਡਾਂ ਉਹਨਾਂ ਵਾਂਗੂ ਸਮਝਦੇ ਆ ਔਰ ਉਸੇ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਵਰਤਾਰਾ ਕਰ ਰਹੇ ਆ ਉਸੇ ਤਰੀਕੇ ਨਾਲ ਉਹਨਾਂ ਦਾ ਟ੍ਰੀਟਮੈਂਟ ਹੋ ਰਿਹਾ। ਮੈਂ ਇੱਕ ਗੱਲ ਦੱਸਦਾ ਕਿ ਜੇ ਸਰਕਾਰ ਨੇ ਰਵੱਈਆ ਨਹੀਂ ਬਦਲਿਆ ਤਾਂ ਉਹਨਾਂ ਕੋਲ ਕੋਈ ਵਿਕਲਪ ਨਹੀਂ ਰਹੂਗਾ, ਜਾਂ ਤੇ ਇੱਥੇ ਆਰਮੀ ਦਾ ਰਾਜ ਕਰਨਗੇ ਜਾਂ ਇੱਥੇ ਫਿਰ ਡਿਕਟੇਟਰਸ਼ਿਪ ਲੈ ਜਾਣਗੇ, ਸਸਪੈਂਡ ਹੋ ਜਾਊਗਾ ਸਾਰਾ, ਵੋਟਾਂ ਵਾਟਾਂ ਦਾ ਸਿਸਟਮ ਨਹੀਂ ਰਹੂਗਾ। ਕਿਉਂਕਿ ਇਹਨਾਂ ਹਾਲਾਤਾਂ 'ਚ ਮੈਨੂੰ ਨਹੀਂ ਲੱਗਦਾ ਕਿ ਲੋਕ ਆਉਣ ਵਾਲੇ ਸਮੇਂ 'ਚ ਘੱਟੋ ਘੱਟ ਇਸ ਕਿਸਮ ਦੀਆਂ ਪਾਲਿਸੀਆਂ ਨੂੰ ਵੋਟਾਂ ਪਾਉਣਗੇ। ਸ਼ੁਕਰੀਆ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ। ਖੇਤੀ ਆਰਡੀਨੈਂਸਾਂ ਨੂੰ ਲੈ ਕੇ ਜਿੱਥੇ ਪੰਜਾਬ ਦੇ ਵਿੱਚ ਥਾਂ ਵਿਰੋਧ ਹੋ ਰਿਹਾ ਹੈ, ਥਾਂ ਧਰਨੇ ਲੱਗ ਰਹੇ ਨੇ, ਸੜਕਾਂ ਤੇ ਮੁਜ਼ਾਹਰੇ ਹੋ ਰਹੇ ਨੇ, ਉੱਥੇ ਹੀ ਕੀ ਕੇਂਦਰ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚ ਰਹੀ ਹੈ? ਜੇਕਰ ਕੇਂਦਰ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚ ਰਹੀ ਹੈ ਤਾਂ ਕੇਂਦਰ ਸਰਕਾਰ ਚੁੱਪ ਕਿਉਂ ਹੈ, ਆਪਣੇ ਫੈਸਲੇ ਨੂੰ ਲੈ ਕੇ ਅੜੇ ਹੋਈ ਕਿਉਂ ਹੈ? ਆਓ ਗੱਲ ਕਰਾਂਗੇ ਕੁਛ ਆਪਣੇ ਇੱਥੇ ਨੌਜਵਾਨ ਸਾਥੀ ਦੇ ਸਾਡੇ ਨਾਲ, ਉਹਨਾਂ ਨੂੰ ਪੁੱਛਾਂਗੇ। ਬਾਬਾ ਜੀ, ਪੰਜਾਬ ਦੇ ਵਿੱਚ ਇੰਨਾ ਵਿਰੋਧ ਹੋ ਰਿਹਾ ਹੈ, ਕੇਂਦਰ ਸਰਕਾਰ ਫਿਰ ਚੁੱਪ ਕਿਉਂ ਹੈ? ਚੁੱਪ ਤਾਂ ਜੀ ਇਹਨੇ ਜੇ ਮਤਲਬ ਜਿਹੜੀ ਸਿਆਸੀ ਪਾਰਟੀਆਂ ਨੇਗੀਆਂ ਇਹ ਮਤਲਬ ਉਹ ਨਾਲ ਜੁੜੀਆਂ ਹੋਈਆਂ ਨੇਗੀਆਂ, ਉਹਨਾਂ ਕਰਕੇ ਮਤਲਬ ਉਹਨੂੰ ਸਹਿ ਹੈਗੀ ਤੇ ਸਹਿ ਕਰਕੇ ਫਿਰ ਚੁੱਪ ਹੈ ਸੈਂਟਰ ਦੀ ਸਰਕਾਰ। ਐਦੋਂ ਪਹਿਲਾਂ ਜੀ 60 ਸਾਲ ਹੋ ਗਏ ਸੀ ਅਕਾਲੀ ਸਰਕਾਰ ਨਾਲ ਤੁਰਦੇ ਰਹਾਂਗੇ। ਤੁਸੀਂ 60 ਸਾਲ ਤੋਂ ਤੁਹਾਡਾ ਕਹਿਣਾ ਕਿ ਅਕਾਲੀ ਸਰਕਾਰ ਨਾਲ ਤੁਸੀਂ ਜੁੜੇ ਹੋਏ ਸੀ, ਹੁਣ ਅਸੀਂ ਜਿਹੜੀ ਵੋਟ ਪਾਉਣ ਦੀ ਮਰਜ਼ੀ ਨਾਲ ਪਾਵਾਂਗੇ ਜੀ। ਹੁਣ ਤੁਸੀਂ ਅਕਾਲੀ ਦਲ ਤੋਂ ਬਦਲ ਗਏ, ਬਦਲ ਗਿਆ ਜੀ। ਕਾਰਨ ਤਾਂ ਜੀ ਹੁਣ ਤੁਹਾਨੂੰ ਪਤਾ ਹੀ ਹੈਗਾ, ਜਿਹੜਾ ਮਤਲਬ ਧੱਕਾਸ਼ਾਹੀ ਹੁੰਦੀ ਹੈਗੀ। ਤੁਸੀਂ 60 ਸਾਲ ਤੋਂ ਅਕਾਲੀ ਸਰਕਾਰ ਨਾਲ ਜੁੜੇ ਹੋਏ ਸੀ, ਅਕਾਲੀ ਸਰਕਾਰ ਜਿਹੜੇ ਆਰਡੀਨੈਂਸਾਂ ਕਰਕੇ ਤੁਸੀਂ ਅਕਾਲੀ ਸਰਕਾਰ ਤੋਂ ਹੁਣ ਬਦਲ ਗਏ, ਪਰ ਹਰਸਿਮਰਤ ਨੇ ਤਾਂ ਅਸਤੀਫਾ ਦੇਤਾ, ਉਹ ਕਹਿੰਦੀ ਮੈਂ ਕਿਸਾਨਾਂ ਨਾਲ ਖੜੀ ਹਾਂ। ਉਹ ਸਾਰਾ ਜੀ ਉਹਨੇ ਪਖੰਡ ਕਰਿਆਗਾ, ਕੋਈ ਵਜ਼ੀਫਾ ਨਹੀਂ ਦਿੱਤਾ ਹੈਗਾ। ਜੇ ਉਹਨੇ ਵਜ਼ੀਫਾ ਦੇਣਾ ਸੀਗਾ ਜਦੋਂ ਬਿੱਲ ਪਾਸ ਹੋਇਆ, ਬਿੱਲ ਪਾਸ ਤੋਂ ਪਹਿਲਾਂ ਦੇਣਾ ਸੀਗਾ, ਬਾਅਦੋਂ ਕੀ ਫਾਇਦਾ? ਜਦੋਂ ਮੈਂ ਉਹ ਖਾਲ ਟੁੱਟ ਗਿਆ ਫਿਰ ਉਹ ਖਾਲ ਨੂੰ ਪਾਣੀ ਆਉਂਦਾ ਕੀ ਫਾਇਦਾ ਹੈਗਾ? ਉਹਨਾਂ ਦੀ ਮਰਜ਼ੀ ਨਾਲ ਵੋਟ ਪਾਵਾਂਗੇ, ਨਾ ਸਾਡਾ ਕੋਈ ਆਮ ਪਾਰਟੀ ਆ ਨਾ ਕੋਈ ਕਾਂਗਰਸੀ ਹੈਗਾ। ਅੱਜ ਤਾਂ ਮਤਲਬ ਲੋਕ ਤੱਪੇ ਪਏ ਨੇਗੇ, ਜੇ ਇਹ ਪਾਸ ਹੋਗਾ ਤਾਂ ਵੀ ਨਹੀਂ ਟਿਕਦੇ ਹੈਗੇ, ਜੇ ਨਾ ਹੋਇਆ ਤਾਂ ਵੀ ਨਹੀਂ ਟਿਕਦੇ ਹੈਗੇ। ਤੁਹਾਨੂੰ ਕੀ ਲੱਗਦਾ ਕਿ ਕੇਂਦਰ ਸਰਕਾਰ ਚੁੱਪ ਕਿਉਂ ਹੈ ਇੰਨੇ ਵਿਰੋਧ ਦੇ ਬਾਵਜੂਦ? ਇਹ ਸਾਰਾ ਮੋਦੀ ਦਾ ਕੰਮ ਆ ਜੀ। ਇਹ ਚੁੱਪ ਤਾਂ ਉਹਨੂੰ ਪਤਾ ਹੀ ਆ। ਹੁਣ ਕੰਮ ਤਾਂ ਮੋਦੀ ਦਾ ਹੀ ਹੈ ਕਿਉਂਕਿ ਪ੍ਰਧਾਨ ਮੰਤਰੀ ਉਹ ਹੈ। ਤੁਸੀਂ ਸਮਝਦੇ ਨਹੀਂ ਗੱਲ ਨੂੰ। ਇੱਕ ਗੱਲ ਤੁਸੀਂ ਸੋਚੋ, ਪਹਿਲਾਂ ਉਹਨੇ ਨੋਟਬੰਦੀ ਤੇ ਕਿੰਨਾ ਕੁਝ ਕੀਤਾ, ਹੋਇਆ ਕੁਝ ਨੋਟਬੰਦੀ ਤੇ ਉਸ ਤੋਂ ਬਾਅਦ ਹੁਣ ਲਾ ਲਓ ਵੀ ਆਹ ਕਿਸਾਨਾਂ ਨੇ ਕਿੰਨਾ ਸੰਘਰਸ਼ ਕਰ ਰਹੇ ਨੇ, ਉਹਦੀ ਸਿਹਤ ਤੇ ਕੋਈ ਅਸਰ ਨਹੀਂ ਹੈਗਾ ਹਜੇ। ਇਹ ਉਹ ਚਾਹੁੰਦਾ ਹੈ ਅੰਬਾਨੀਆਂ ਨੂੰ ਇੱਥੇ ਲਿਆਉਣਾ, ਪਰ ਉਹ ਬਿਲਕੁਲ ਜਿਹੜੇ ਕਿਸਾਨ ਨੇ ਪੰਜਾਬ ਦੇ ਜਾਗਰੂਕ ਨੇ। ਹੁਣ ਨੌਜਵਾਨ ਵਰਗ ਪਹਿਲਾਂ ਲੱਗਦਾ ਨਹੀਂ ਸੀ ਤੇ ਹੁਣ ਨੌਜਵਾਨ ਵਰਗ ਪੂਰਾ ਨਾਲ ਲੱਗ ਗਿਆ। ਠੀਕ ਆ, ਬਿਲਕੁਲ ਨਹੀਂ ਹੋਣ ਦੇਣਾ ਅਸੀਂ, ਚਾਹੇ ਸਾਨੂੰ ਕੁਝ ਕਰਨਾ ਪਵੇ। ਅਸੀਂ ਕਿਸੇ ਪਾਰਟੀ ਨਾਲ ਨਹੀਂ ਲੱਗਦੇ ਹੁਣ, ਨਾ ਅਸੀਂ ਕਾਂਗਰਸ ਨਾਲ, ਨਾ ਅਕਾਲੀਆਂ ਨਾਲ, ਨਾ ਕਿਸੇ ਹੋਰ ਨਾਲ। ਹੁਣ ਅਸੀਂ ਕਿਸਾਨ ਜਾਗਰੂਕ ਹੋ ਗਏ, ਹੁਣ ਅਸੀਂ ਆਪਦੀ ਪਾਰਟੀ ਬਣਾਵਾਂਗੇ, ਕਿਸਾਨ ਪਾਰਟੀ ਹੋਊਗੀ। ਸਾਡੇ ਆਪਦੇ ਐਮਐਲਏ, ਆਪਦੇ ਐਮਪੀ ਅਸੀਂ ਆਪਦੇ ਬਣਾਵਾਂਗੇ। ਸਾਨੂੰ ਹੱਥ ਅੱਡਣ ਦੀ ਲੋੜ ਨਹੀਂ ਕਿਸੇ ਮੂਹਰੇ। ਅਸੀਂ ਪਹਿਲਾਂ ਇਹਨਾਂ ਨੂੰ ਵੋਟਾਂ ਪਾਉਂਦੇ ਹਾਂ, ਫਿਰ ਇਹਨਾਂ ਮੂਹਰੇ ਹੱਥ ਅੱਡਦੇ ਹਾਂ। ਪਹਿਲਾਂ ਕਿਹਨੂੰ ਵੋਟ ਤੁਸੀਂ ਕਿਹਾ ਪਹਿਲਾਂ ਵੋਟਾਂ ਪਾਉਂਦੇ ਆ? ਅਸੀਂ ਅਕਾਲੀ ਸਰਕਾਰ ਨਾਲ ਜੁੜੇ ਹੋਏ ਹਾਂ, ਪਹਿਲਾਂ ਤੋਂ ਸਾਡੇ ਬਾਪੂ ਜੀ ਸੀਗੇ, ਅਸੀਂ ਸੀਗੇ, ਪਰ ਹੁਣ ਅਸੀਂ ਕਿਸੇ ਸਰਕਾਰ ਨਾਲ ਨਹੀਂ ਹੈਗੇ। ਅਸੀਂ ਆਪਦੀ ਸਰਕਾਰ ਬਣਾਵਾਂਗੇ, ਆਪਦੀ ਕਿਸਾਨ ਜਥੇਬੰਦੀਆਂ ਦੀ ਸਰਕਾਰਾਂ, ਐਮਐਲਏ ਸਾਰੇ ਐਮਪੀ ਸਾਡੇ ਆਪਦੇ ਹੋਣਗੇ। ਤੁਸੀਂ ਸਮਝਦੇ ਹੋ ਕਿ ਕੇਂਦਰ ਸਰਕਾਰ ਇਹ ਬਿੱਲ ਵਾਪਸ ਕਰ ਲੂਗੀ? ਕਰਨਾ ਪਊਗਾ। ਇਹ ਪੰਜਾਬ ਦਾ ਕਿਸਾਨ ਹੈ, ਇਹ ਚੁੱਪ ਨਹੀਂ ਰਹਿੰਦਾ ਹੈਗਾ। ਇਹ ਜੋ ਇਹਨਾਂ ਨੇ ਜਿਵੇਂ ਪਹਿਲਾਂ ਧੱਕੇਸ਼ਾਹੀ ਕਸ਼ਮੀਰ 'ਚ ਕਰੀ ਆ, ਥੋੜ੍ਹੇ ਜਿਹੇ ਦਿਨ ਇਹਨਾਂ ਨੇ ਮਤਲਬ ਕਸ਼ਮੀਰ ਨੇ ਉਹ ਕਰਿਆ ਤੇ ਉਸ ਤੋਂ ਬਾਅਦ ਚੁੱਪ ਕਰ ਗਏ। ਇਹ ਪੰਜਾਬ ਦਾ ਕਿਸਾਨ ਆ, ਨੌਜਵਾਨ ਵਰਗ ਨਾਲ ਲੱਗ ਗਿਆ। ਸਾਡੇ ਤਾਂ ਬਜ਼ੁਰਗ ਹੀ ਨਹੀਂ ਮਾਨ ਸੀ ਪਹਿਲਾਂ, ਇਹਨਾਂ ਨੇ ਆਪਦੇ ਡੰਡੇ ਦੇ ਜ਼ੋਰ ਤੇ ਸਾਰਾ ਕੁਝ ਮਨਵਾਇਆ। ਹੁਣ ਤਾਂ ਅਸੀਂ ਨਾਲ ਆਪਣੇ ਕਿਸਾਨ ਜਿਹੜੇ ਲੱਗੇ ਨਾਲ, ਨੌਜਵਾਨ ਵਰਗ ਨਾਲ ਲੱਗ ਗਿਆ। ਹੁਣ ਤਾਂ ਇਹਨਾਂ ਨੂੰ ਕਰਨਾ ਹੀ ਪਊਗਾ, ਜਿਵੇਂ ਮਰਜ਼ੀ ਅਸੀਂ ਕਰਵਾਵਾਂਗੇ। ਅਸੀਂ ਜਿੰਨਾ ਚਿਰ ਮਰਜ਼ੀ ਲੰਬਾ ਸੰਘਰਸ਼ ਚੱਲੇ ਅਸੀਂ ਚਲਾਵਾਂਗੇ, ਅਸੀਂ ਨਾਲ ਆ। ਸਾਡੀ ਹੁਣ ਇਹ ਕਿਸਾਨ ਜਥੇਬੰਦੀਆਂ ਨੂੰ ਚਾਹੀਦਾ, 8 ਦਿਨ ਹੋ ਗਏ ਸਾਨੂੰ ਪਟਿਆਲੇ ਉਰੇ। ਦੇਖੋ ਉਰੇ ਤੁਸੀਂ ਨੂੰ ਵੀ ਪਤਾ ਹੀ ਆ, ਉਰੇ ਕਿਹੜਾ ਮੀਡੀਆ ਆਇਆ ਵਾ? ਉਰੇ ਆਇਆ ਕੋਈ ਮੀਡੀਆ? ਕੋਈ ਆਈ ਆ ਉਰੇ? ਇੱਥੇ ਸੜਕ ਤੇ ਸਾਡਾ ਚੈਨਲ ਗਲੋਬਲ ਪੰਜਾਬ ਤੇ ਚੈਨਲ ਪੰਜਾਬੀ ਲਗਾਤਾਰ ਕਵਰੇਜ ਕਰ ਰਿਹਾ ਧਰਨਿਆਂ ਦੀ, ਪੰਜਾਬ ਦੇ ਵਿੱਚ ਥਾਂ ਹੋ ਰਹੇ ਮੁਜ਼ਾਹਰਿਆਂ ਦੀ। ਥੋਤੋਂ ਬਿਨਾਂ ਦੱਸੋ ਉਰੇ ਹੈਗਾ ਕੋਈ ਕਿੰਨੇ ਹਜ਼ਾਰ ਬੰਦਿਆਂ ਦਾ ਇਕੱਠ? ਉਰੇ ਲੱਖ ਬੰਦੇ ਦੇ ਲਗਭਗ ਹੋਊਗਾ, ਹਜ਼ਾਰਾਂ ਤੋਂ ਉੱਪਰ ਇਕੱਠ ਆ ਉਰੇ। 8 ਦਿਨ ਹੋ ਗਏ ਅੱਜ, ਕੋਈ ਆਇਆ ਮੀਡੀਆ? ਕੁੱਤਾ ਮਰ ਜੇ ਸੜਕ ਤੇ 8 ਦਿਨ ਦਿਖਾਈ ਜਾਂਦੇ ਨੇ। ਕਿਸੇ ਐਕਟਰਨੀ ਦਾ ਜਾਂ ਕਿਸੇ ਮੰਤਰੀ ਦਾ ਪੈਰ ਨੂੰ ਮੋਚ ਆ ਜੇ, ਉਹ 15 ਦਿਨ ਟੀਵੀ ਤੇ ਚੱਲੀ ਜਾਂਦਾ। ਇਹ ਦੇਖੋ ਤੁਸੀਂ, ਹੈਗਾ ਕੋਈ ਉਰੇ? ਸਭ ਮੀਡੀਆ, ਇਹ ਸਭ ਕੋਚੀ ਚੱਕ ਮੀਡੀਆ, ਇੱਕ ਦੋ ਨੂੰ ਛੱਡ ਕੇ ਸਾਰੇ ਕੋਈ, ਤੁਸੀਂ ਆਪੇ ਸਮਝਦਾਰ ਹੋ, ਤੁਸੀਂ ਆਪੇ ਦੇਖ ਲਓ ਵੀ ਹੈਗਾ ਉਰੇ ਕੋਈ। 8 ਦਿਨਾਂ ਦੇ ਵਿੱਚ ਤਾਂ ਉਰੇ ਪੂਰੇ ਇੰਡੀਆ ਦੇ ਵਿੱਚ ਆਵਾਜ਼ ਪਹੁੰਚ ਜਾਣੀ ਚਾਹੀਦੀ ਸੀ। ਜਿਵੇਂ ਤੁਹਾਡਾ 8 ਤਰੀਕ ਤੋਂ ਧਰਨਾ ਇੱਥੇ ਲਗਾਤਾਰ ਜਾਰੀ ਹੈ, ਕੀ ਇੱਥੇ ਤੁਹਾਨੂੰ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੋਈ ਤੰਗੇ ਪਰੇਸ਼ਾਨੀ ਵੀ?
ਪਹਿਲੇ ਦਿਨ ਲਾਈਟ ਕੱਟਤੀ ਸੀ ਜੀ ਉਰੇ, ਠੀਕ ਹੈ, ਉਹ ਲਵਾਈ ਹੈ। ਤੇ ਹੁਣ ਸਾਨੂੰ ਉਰੇ ਕਿਸਾਨ ਜਿਹੜੇ ਪੰਜਾਬ ਦਾ ਕਿਸਾਨ ਆ, ਇਹਨੂੰ ਹੱਥ ਅੱਡਣ ਦੀ ਲੋੜ ਨਹੀਂ ਕਿਸੇ ਮੂਰੇ, ਜੇ ਆਪਣੀ ਆਈ ਤੇ ਆ ਜੇ। ਇਹ ਪਰੇਸ਼ਾਨੀਆਂ ਨਾ ਹੁੰਦੀਆਂ ਸੀ ਇੱਥੇ ਕਿਉਂ ਆਉਂਦੇ? ਇੰਨੀ ਗਰਮੀ ਦੇ ਵਿੱਚ ਕਿਉਂ ਆਈਏ? ਜੇ ਕਿਸਾਨ ਤੇ ਮਜ਼ਦੂਰ ਬੋਲਦਾ ਤਾਂ ਪਰਚਾ, ਤੁਸੀਂ ਐਂ ਜੇ ਲੀਡਰ ਝੂਠ ਬੋਲਦਾ ਟੀਵੀ ਤੇ ਚਰਚਾ। ਤੁਸੀਂ ਐਂ ਦੱਸੋ ਪ੍ਰਸ਼ਾਸਨ ਨੇ ਤੁਹਾਡੀ ਲਾਈਟ ਕਿਉਂ ਬੰਦ ਕੀਤੀ? ਹੁਣ ਦੇਖੋ ਜੀ, ਹੁਣ ਉਰੇ ਰਾਤ ਦੀ ਗੱਲ ਆ, ਰਾਤ ਦੇ ਬਜ਼ੁਰਗ ਥੋੜੇ ਹੁੰਦੇ ਨੇ, ਅਸੀਂ ਦਿਨੇ ਸਾਰਾ ਦਿਨ ਆਉਂਦੇ ਆ ਜਾਂਦੇ ਆ। ਉਹ ਮਤਲਬ ਉਰੇ ਨੇ ਦੱਸਿਆ ਵੀ ਸਾਡੀ ਲਾਈਟ ਕੱਟ ਲਈ। ਹੁਣ ਕਾਰਨ ਕੀ ਹੈ? ਜਿਹੜੇ ਲੀਡਰ ਨੇ ਇਹਨਾਂ ਨੇ ਕੀ ਕੀਤਾ ਸਾਡੇ ਦੇਸ਼ ਦਾ? ਪੰਜਾਬ ਦੇ ਲੀਡਰ ਤਾਂ ਕਿਸਾਨਾਂ ਨਾਲ ਨੇ। ਹਰਸਿਮਰਤ ਕੌਰ ਕਹਿੰਦੇ ਅਸਤੀਫਾ ਦੇਤਾ, ਪੰਜਾਬ ਸਰਕਾਰ ਕਿਸਾਨਾਂ ਨਾਲ ਖੜੀ ਹੈ। ਕਾਰਨ ਕੀ ਹੈ? ਉਹ ਤਾਂ ਕਿਸਾਨਾਂ ਨੂੰ ਆਪਦੇ ਵੀ ਇਹਨਾਂ ਦੇ ਵਿੱਚੋਂ ਇਕੱਠ ਦੇ ਵਿੱਚੋਂ ਅਸੀਂ ਅੱਧੇ ਲੋਕਾਂ ਨੂੰ ਪਾੜ ਕੇ ਆਪਦੇ ਨਾਲ ਲੈ ਜਾਈਏ। ਉਹ ਤਾਂ ਆਪਦੀਆਂ ਵੋਟਾਂ ਰੋਟੀਆਂ ਸੇਕਣ ਲੱਗੇ। ਕਾਦੇ ਵਾਸਤੇ? ਜੇ ਇਹਨਾਂ ਨੇ ਪਹਿਲੀ ਆ ਕੀਤਾ ਹੁੰਦਾ ਤਾਂ ਆਹ ਦਿਨ ਕਿਉਂ ਨਾ ਆਉਂਦੇ? ਕਰੋਨਾ ਦੇ ਵਿੱਚ ਕੀ ਹੋਇਆ? ਜੇ ਦੁਕਾਨਾਂ ਵਾਲਿਆਂ ਦੀਆਂ, ਜਦੋਂ ਦੁਕਾਨਾਂ ਵਾਲਿਆਂ ਦੀ ਦੁਕਾਨ ਖੁੱਲੀ ਦਿਸ ਜਾਂਦੀ ਸੀ, 1000 ਰੁਪਈਆ ਲੈ ਲੈਂਦੀ ਸੀ ਪੁਲਿਸ, ਫਿਰ ਕਰੋਨਾ ਭੱਜ ਜਾਂਦਾ ਸੀਗਾ। ਪੰਜਾਬ ਦਾ ਕਿਸਾਨ ਤੇ ਮਜ਼ਦੂਰ ਬੋਲੇ ਸੱਚ ਤਾਂ ਪਰਚਾ, ਜੇ ਇੱਕ ਲੀਡਰ ਝੂਠ ਬੋਲਦੇ ਨੇ ਤਾਂ ਟੀਵੀ ਤੇ ਚਰਚਾ। ਇਹ ਕੀ ਚੱਕਰ ਹੈ? ਬਾਈ ਜੀ ਸਬਜ਼ੀਆਂ ਦੇ ਚਲਾਨ ਕੱਟ ਜਾਂਦੇ ਨੇ, ਨਸ਼ੇ ਵਾਲਿਆਂ ਨੂੰ ਸਲਾਮਾਂ ਕਰਦੇ ਨੇ। ਕਿਉਂ? 5 ਬੰਦੇ ਕਿਤੇ ਖੜਦੇ ਸੀ, ਕਰੋਨਾ ਸੀ। ਹੁਣ ਆ ਲੱਖਾਂ ਬੰਦਾ ਦੀਦਾ ਨਹੀਂ ਸਰਕਾਰ ਨੂੰ। ਹੁਣ ਕਰੋਨਾ ਕਿੱਥੇ ਆ? ਹੁਣ ਕਰੋਨਾ ਨਹੀਂ ਹੈਗਾ ਇਹ। ਪਰ ਕਾਰਨ ਕੋਈ ਸੁਣ ਰਹੀ ਆ ਸਰਕਾਰ? ਕੋਈ ਆਇਆ ਉਰੇ ਸਰਕਾਰ ਦਾ ਬੰਦਾ ਮੁਲਾਜ਼ਮ ਆਇਆ ਕੋਈ? ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਹੈ, ਇਹ ਲੋਕ ਆਪਦੀ ਪਾਵਰ ਦਾ ਅੰਦਾਜ਼ਾ ਲਾ ਲੈਣ ਵੀ ਅਸੀਂ ਇੰਨੇ ਇਕੱਠ ਹੋਰੇ ਬੰਨ ਕੇ ਆਏ ਆ, ਸਾਡੇ ਕੋਈ ਮਾਸਕ ਨਹੀਂ, ਨਾ ਸਾਨੂੰ ਕਰੋਨਾ ਹੋਇਆ ਨਾ ਹੋਵੇ। ਤੇ ਲੋਕਾਂ ਨੂੰ ਆਪਦੀ ਤਾਕਤ ਦਾ ਪਤਾ ਹੋਣਾ ਚਾਹੀਦਾ ਹੈ। ਕਿਸਾਨ ਜਥੇਬੰਦੀਆਂ ਦਾ ਸਾਥ ਦੇਣਾ ਚਾਹੀਦਾ ਹੈ। ਘਰਾਂ ਚੋਂ ਨਿਕਲ ਕੇ ਆ ਕੇ ਸੰਘਰਸ਼ ਲੜਨ, ਸਾਡੇ ਨਾਲ ਆ ਕੇ ਰੇਲਾਂ, ਜੋ ਵੀ ਜਥੇਬੰਦੀਆਂ ਦਾ ਅੱਗੇ ਹੋਊਗਾ, ਮਤਲਬ ਰਾਜਨੀਤੀ ਹੋਊਗੀ, ਰਣਨੀਤੀ, ਉਹਦੇ ਹਿਸਾਬ ਨਾਲ ਚੱਲਾਂਗੇ। ਸਾਰੇ ਲੋਕਾਂ ਨੂੰ ਅਪੀਲ ਹੈ ਵੀ ਇਕੱਠੇ ਹੋ ਕੇ ਸਾਥ ਦਿਓ। ਆਪਣੇ ਤੇ ਮਾਰ ਪੈ ਗਈ, ਆਪਣੀਆਂ ਜ਼ਮੀਨਾਂ ਜਿਹੜੀਆਂ ਖੋਹ ਲੈਣਗੇ। ਇੱਥੇ ਆਪਣੇ ਕੋਲੇ ਦਿਹਾੜੀ ਕਰਨ ਤੋਂ ਇਲਾਵਾ ਕੁਝ ਨਹੀਂ ਰਹਿਣਾ। ਮੋਦੀ ਸਰਕਾਰ ਮੁਰਦਾਬਾਦ, ਕੈਪਟਨ ਸਰਕਾਰ ਮੁਰਦਾਬਾਦ, ਸੁੱਖਾ ਗੱਪੀ ਮੁਰਦਾਬਾਦ। ਇੱਥੇ ਤੁਸੀਂ ਦੇਖ ਸਕਦੇ ਹੋ ਸਾਡੇ ਪਿੱਛੇ ਬਜ਼ੁਰਗ ਨੇ ਜੋ ਇਸ ਧਰਨੇ ਦੇ ਵਿੱਚ ਲੰਗਰ ਦਾ ਪ੍ਰਬੰਧ ਕਰ ਰਹੇ ਆ। ਆਓ ਗੱਲ ਕਰਦੇ ਹਾਂ। ਬਾਬਾ ਜੀ ਕਿੱਥੋਂ, ਕਿਹੜੇ ਪਿੰਡ ਤੋਂ? ਅਸੀਂ ਸਮਾਣਾ ਬਲਾਕ ਤੋਂ ਹੈ ਜੀ, ਪਿੰਡ ਗਾਜੇ ਪਾਸ ਤੋਂ, ਬਿਸ਼ਨਪੁਰਾ, 5 ਪਿੰਡ ਅਸੀਂ ਇਕੱਠੇ ਹੋਏ ਆਂਗੇ। ਇੱਥੇ ਲੰਗਰ ਦਾ ਪ੍ਰਬੰਧ ਹੈਗਾ, ਸਾਰੇ ਆਪੋ ਆਪਣੇ ਬਲਾਕ ਦੇ ਬੰਦਿਆਂ ਦਾ। ਜਿਹੜੇ ਇਹ ਕੇਂਦਰ ਸਰਕਾਰ ਨੇ ਆਰਡੀਨੈਂਸ ਪਾਸ ਕਰੇ ਨੇ, ਕੇਂਦਰ ਸਰਕਾਰ ਉਹਨਾਂ ਦੀ ਗੱਲਾਂ ਤੋਂ ਲੱਗ ਰਿਹਾ ਕਿ ਉਹ ਵਾਪਸ ਨਹੀਂ ਲੈਣਗੇ। ਉਹ ਅਸੀਂ ਹਰ ਇਹਨਾਂ ਨੂੰ ਵਾਪਸ ਕਰਾ ਕੇ ਹਟਾਂਗੇ, ਠੀਕ ਹੈ ਨਾ। ਕਿੰਨਾ ਮਰਜ਼ੀ ਉਹ ਲਾਗੂ ਕਰਨ, ਅਸੀਂ ਹਰ ਕੀਮਤ ਤੇ ਕਿਸੇ ਵਪਾਰੀ ਨੂੰ ਮੰਡੀ ਵਿੱਚ ਨਹੀਂ ਵੜਨ ਦੇਵਾਂਗੇ। ਇਹ ਚੀਜ਼ ਤੇ ਸਾਡਾ ਪੂਰਾ ਇੱਕ ਹੈਗਾ। ਜੇਕਰ ਉਹ ਵਾਪਸ ਨਹੀਂ ਕਰਦੇ ਤਾਂ ਫਿਰ ਕਿਸਾਨ ਜਥੇਬੰਦੀਆਂ ਦਾ ਅਗਲਾ ਸਟੈਪ, ਅਗਲਾ ਪੜਾਅ ਕੀ ਹੋਏਗਾ? ਅਸੀਂ ਇਹਨਾਂ ਨੇ ਜਿਹੜੇ ਵਪਾਰੀ ਬਾਹਰੋਂ ਉਹਨਾਂ ਨੂੰ ਭਜਾਵਾਂਗੇ ਕੁੱਟ ਕੇ। ਤੁਸੀਂ ਜਿਹੜੇ ਵਪਾਰੀ ਬਾਹਰੋਂ ਫਸਲ ਲੈਣ ਆਣਗੇ ਉਹਨੂੰ ਕੁੱਟ ਕੇ ਭਜਾਓਗੇ? ਵਪਾਰੀ ਜਿਹੜੇ ਆਉਣਗੇ, ਹਾਂ, ਜਿਹੜੇ ਬਗੈਰ ਮੰਡੀਆਂ ਤੋਂ ਸਾਡੀ ਪੂਰੀ ਰੇਟ ਨਹੀਂ ਦੇਣਗੇ, ਕੰਟਰੋਲ ਰੇਟ ਤੋਂ, ਠੀਕ ਹੈ ਨਾ। ਬਾਹਰਲੀਆਂ ਮੰਡੀਆਂ ਹੋਣਗੀਆਂ, ਪ੍ਰਾਈਵੇਟ ਨੂੰ ਅਸੀਂ ਕਿਸੇ ਕਿਸਮ ਤੇ ਇੱਥੇ ਵੜਨ ਨਹੀਂ ਦੇਵਾਂਗੇ। ਜਿਹੜਾ ਇਹ ਧਰਨਾ ਪਟਿਆਲਾ ਦੇ ਵਿੱਚ ਪਿਛਲੇ 8 ਦਿਨਾਂ ਤੋਂ ਚੱਲ ਰਿਹਾ ਹੈ, ਇਸ ਧਰਨੇ ਦੀ ਅਗਲੀ ਰੂਪਰੇਖਾ ਕੀ ਹੋਏਗੀ? ਆਖਰੀ ਰੂਪਰੇਖਾ ਹੁਣ ਜੋ ਆਰਡਰ ਕਰਿਆ ਹੈਗਾ ਸਾਡੇ ਪ੍ਰਧਾਨ ਜੀ ਨੇ, ਉਹ ਅਸੀਂ ਵੀ ਰੇਲਾਂ ਰੋਕਣੀਆਂ ਨੇਗੀਆਂ, ਨਾਭੇ ਰੇਲਾਂ ਰੋਕਣੀਆਂ ਨੇਗੀਆਂ, ਤੇ ਆਪਣੇ ਸਾਜਰੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਅਸੀਂ ਰੋਲਾਂ ਰੇਕਾਂਗੇ, ਚਾਹੇ ਸਾਨੂੰ ਕੁਰਬਾਨੀ ਵੀ ਕਿਉਂ ਨਾ ਕਰਨੀ ਪਵੇ। ਇਹ ਤੁਹਾਨੂੰ ਲੱਗਦਾ ਕਿਉਂ ਹੈ? ਪੰਜਾਬ ਦੇ ਵਿੱਚ ਕੇਂਦਰ ਸਰਕਾਰ ਨੇ ਤੇ ਹਰਿਆਣਾ ਦੇ ਇਹ ਆਰਡੀਨੈਂਸ ਕਿਉਂ ਥੋਪੇ ਨੇ? ਇਹ ਇਹਨੇ ਵੀ ਕਿਸਾਨਾਂ ਨੂੰ ਮਾਰਨ ਵਾਸਤੇ, ਜਾੜਨ ਵਾਸਤੇ ਕਰਨੇ, ਕਿਉਂ ਪਹਿਲਾਂ ਗੁਜਰਾਤ ਦੇ ਵਿੱਚ ਵੀ ਜਾੜ ਕੇ ਕਿਸਾਨਾਂ ਨੂੰ, ਹੁਣ ਇਹ ਪੰਜਾਬ ਦੇ ਕਿਸਾਨਾਂ ਨੂੰ ਵੀ ਜਾੜੂਗਾ। ਇਹ ਪੂਰਾ ਰੇਟ ਨਹੀਂ ਮਿਲ ਰਿਹਾ। ਹੁਣ ਮੱਕੀ ਜਾਗੀ, ਮੱਕੀ ਦਾ ਜੋ ਅਸਲੀ ਰੇਟ 1700 ਰੁਪਏ ਹੈਗਾ, ਜਿਹੜਾ ਹੁਣ ਕਿ 600 ਰੁਪਏ 900 ਰੁਪਏ ਦੇ ਰਹੇ ਨੇਗੇ। ਇਸ ਕਰਕੇ ਸਾਨੂੰ ਬਹੁਤ ਘਾਟਾ ਹੈ। ਪਹਿਲਾਂ ਕਿਸਾਨਾਂ ਨੂੰ, ਕਿਸਾਨ ਮਰ ਰਿਹਾ ਹੈਗਾ ਹਰ ਪੱਖੋਂ, ਉਹਨੂੰ ਪੂਰਾ ਕੀਮਤ ਨਹੀਂ ਮਿਲ ਰਹੀ। ਜੇ ਫਸਲੀ ਚੱਕਰਾਂ ਦੇ ਰੇਟ ਮਿਲ ਜਾਣ ਤਾਂ ਕਿਸਾਨ ਨੂੰ ਕਿਸੇ ਕੀਮਤ ਦਾ ਕੋਈ ਘਾਟਾ ਨਹੀਂ ਹੈਗਾ। ਜੇਕਰ ਇਹ ਆਰਡੀਨੈਂਸ ਪਾਸ ਤਾਂ ਹੋ ਗਏ ਨੇ, ਇਹ ਲਾਗੂ ਵੀ ਹੋ ਜਾਂਦੇ ਨੇ, ਤਾਂ ਕਿਸਾਨੀ ਤਾਂ ਪਹਿਲਾਂ ਖਤਮ ਹੈ, ਤਾਂ ਫਿਰ ਕਿਸਾਨੀ ਦਾ ਤਾਂ ਰੱਬੀ ਰੱਖਾ। ਜਿਹੜੇ ਕਿਸਾਨ ਨੇ ਆਰਡੀਨੈਂਸ ਪਾਸ ਕਰੇ ਨੇ, ਇਹਨਾਂ ਨੇ ਹਜੇ ਮਿਲੀ ਭੁਗਤ ਨਾਲ ਕਰੇ ਨੇ, ਕਿਉਂ ਕਹਿੰਦਾ ਬਹੁਮਤ ਅਜੇ ਪੂਰਾ ਨਹੀਂ ਹੈਗਾ। ਕਾਂਗਰਸ ਦੀ ਵਿੱਚ ਸਹਿਮਤੀ ਹੈਗੀ, ਜਿੱਥੇ ਬੀਜੇਪੀ ਦੇ 115 ਮੈਂਬਰ ਨੇਗੇ। ਤੁਹਾਡਾ ਇਹ ਇਲਜ਼ਾਮ ਹੈ ਕਿ ਕਾਂਗਰਸ ਸਰਕਾਰ ਦੀ ਸਹਿਮਤੀ ਹੈ ਇਹ ਸਹਿਮਤੀ ਇਹਨਾਂ ਬੀਜੇਪੀ ਸਰਕਾਰ ਨੂੰ? ਇਹ ਮਿਲੀ ਭੁਗਤ ਦੋਨਾਂ ਦੀ, ਠੀਕ ਹੈ। ਰਾਜ ਸਭਾ ਵਿੱਚ ਮੈਂਬਰ ਜਿਹੜਾ ਪੂਰੇ ਨਹੀਂ, ਬਹੁਮਤ ਨਹੀਂ ਹੈਗਾ, ਇਹ ਪਾਸ ਕਿਵੇਂ ਹੋ ਜਾਣਗੇ? ਇਹਦਾ ਕਿ ਜ਼ਬਰਦਸਤੀ ਧੱਕੇ ਨਾਲ ਹੈਗਾ, ਜ਼ੋਰ ਨਾਲ, ਜ਼ੁਲਮ ਨਾਲ ਕਰ ਰਹੇ ਨੇ, ਠੀਕ ਹੈ ਨਾ, ਜ਼ੋਰ ਜਮਾਈ ਨਾਲ। ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਕੋਈ ਸਰਕਾਰਾਂ ਕਿਸਾਨ ਦੇ ਪੱਖ ਦੇ ਵਿੱਚ ਨਹੀਂ, ਇਹ ਸਾਰੇ ਮਿਲ ਕੇ ਕਿਸਾਨਾਂ ਨੂੰ ਬਰਬਾਦ ਕਰਨ ਤੇ ਤੁਲੇ ਹੋਏ ਨੇ। ਚਲੇ ਹੋਣੇ ਆ, ਹਰ ਪੱਖ ਤੇ ਬਰਬਾਦ ਕਰਨਗੇ ਇਹ। ਅਸੀਂ ਵੀ ਆਪਣਾ ਪੂਰਾ ਜੋੜ ਲਾਵਾਂਗੇ, ਆਰਡੀਨੈਂਸ ਰੱਦ ਕਰਵਾ ਕੇ ਹਟਾਂਗੇ। ਇਹਨਾਂ ਧਰਨਿਆਂ ਦੇ ਵਿੱਚ ਬੀਬੀਆਂ ਵੀ ਆਪਣੀ ਹਾਜ਼ਰੀ ਲਵਾਉਣ ਤੋਂ ਪਿੱਛੇ ਨਹੀਂ ਹਨ। ਆਓ ਗੱਲ ਕਰਦੇ ਹਾਂ ਬੀਬੀਆਂ ਨਾਲ। ਤੁਸੀਂ ਕਿੱਥੋਂ ਆਏ ਹੋ? ਅਸੀਂ ਮੰਡੇਰ ਖੁਰਦ ਤੋਂ। ਸਰਕਾਰਾਂ ਦੀ ਕਾਰਜਕਾਰੀ ਨੂੰ ਕਿਵੇਂ ਦੇਖਦੇ ਹੋ? ਉਹ ਤਾਂ ਨੀਤੀਆਂ ਗਲਤ ਨੇ। ਤੁਹਾਨੂੰ ਲੱਗਦਾ ਆਰਡੀਨੈਂਸ ਵਾਪਸ ਕਰਨਗੇ? ਜੇਕਰ ਨਾ ਕਰੇ ਤਾਂ ਫਿਰ ਅਸੀਂ ਕਰਾ ਕੇ ਹਟਾਂਗੇ। ਲੋਕ ਸਭਾ ਦੇ ਵਿੱਚ ਹੀ ਪਾਸ ਹੋ ਗਏ ਨੇ, ਰਾਜ ਸਭਾ ਦੇ ਵਿੱਚ ਪਾਸ ਹੋ ਗਏ ਨੇ, ਰੱਦ ਕਿਵੇਂ ਕਰਨਗੇ?
ਰੱਦ ਕਰਨਗੇ ਜਦੋਂ ਸਾਰਿਆਂ ਨੇ ਇਕਤਾ ਕਰ ਲਿਆ। ਇਕਤਾ ਹੋਊਗੀ। ਕਿਵੇਂ ਕਰਵਾਓਗੇ? ਡੰਡੇ ਨਾਲ ਕਰਵਾਵਾਂਗੇ। ਡੰਡਾ ਕਿਹਨੂੰ ਦਿਖਾਓਗੇ? ਡੰਡਾ ਸਰਕਾਰਾਂ ਨੂੰ, ਜਿਨ੍ਹਾਂ ਨੇ ਸਾਥੋਂ ਵੋਟਾਂ ਲਈਆਂ ਨਾ, ਉਹਨਾਂ ਨੂੰ ਵੋਟਾਂ ਪਾਈਆਂ ਨਾ, ਵੀ ਤੁਹਾਨੂੰ ਐਂ ਵੋਟਾਂ ਨਹੀਂ ਸੀਗੀਆਂ ਪਾਈਆਂ ਸੀ ਵੀ ਸਾਨੂੰ ਵੇਚ ਦਿਓ ਤੁਸੀਂ। ਸਾਡੀਆਂ ਮਾਂ ਵੀ ਵੇਚਦੀ, ਸਾਨੂੰ ਵੀ ਵੇਚਦਾ, ਸਾਡੇ ਬੱਚੇ ਵੀ ਵਿਕ ਗਏ। ਸਾਨੂੰ ਤਾਂ ਜਮਾਂ ਉਹਨਾਂ ਨੇ ਇਹੋ ਕਰਤਾ, ਖੂੰਜੇ ਲਾਤਾ। ਤੁਸੀਂ ਇੱਥੇ ਕਿਹੜੀ ਜਥੇਬੰਦੀ ਵੱਲੋਂ ਆਏ ਹੋ? ਅਸੀਂ ਗਰਾਹਾਂ ਕਰਨੇ ਉਗਰਾਹਾਂ ਵੱਲੋਂ ਆਏ ਹੋ। ਤੁਹਾਨੂੰ ਕਿੰਨੇ ਦਿਨ ਹੋ ਗਏ ਲਗਾਤਾਰ ਇੱਥੇ ਆਉਂਦੇ ਨੂੰ? ਇੱਥੇ ਤਾਂ ਅਸੀਂ ਅੱਜ ਪਹਿਲੇ ਦਿਨ ਆਏ ਆ, ਸਾਡੇ 8 ਦਿਨ ਹੋ ਗਏ। ਤੁਹਾਨੂੰ 8 ਦਿਨ ਹੋ ਗਏ ਲਗਾਤਾਰ ਇੱਥੇ ਆਉਂਦਿਆਂ ਨੂੰ। ਤਾਂ ਤੁਸੀਂ ਚਾਹੁੰਦੇ ਕੀ ਹੋ ਕਿ ਸਰਕਾਰਾਂ ਵਾਪਸ ਕਰਨ ਇਹ? ਹਾਂ ਕਰਨਗੀਆਂ, ਡੰਡੇ ਨਾ ਕਰਾਵਾਂਗੇ। ਸਰਕਾਰਾਂ ਨੂੰ ਲੋੜ ਕਿਉਂ ਪਈ? ਕਿਉਂ ਇਹ ਕਾਨੂੰਨ ਲੈ ਕੇ ਆਈਆਂ? ਕੀ ਪਤਾ ਗਲਤ ਨੀਤੀਆਂ ਹੋਈਆਂ ਨੇ ਉਹਨਾਂ ਦੀਆਂ, ਗਲਤ ਨੀਤੀਆਂ ਨਾਲ ਉਹ ਹੋਇਆ, ਹੁਣ ਕਰਾ ਕੇ ਛੱਡਾਂਗੇ। ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ। ਦੋਸਤੋ, ਜ਼ਿਲ੍ਹਾ ਪਟਿਆਲਾ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਜੋ ਧਰਨਾ ਲਾਇਆ ਗਿਆ ਹੈ, ਅਸੀਂ ਆਪਣੇ ਚੈਨਲ ਰਾਹੀਂ ਤੁਹਾਨੂੰ ਉਸ ਧਰਨੇ ਦੀ ਪਲ ਪਲ ਦੀ ਖਬਰ ਦੇ ਰਹੇ ਹਾਂ ਕਿ ਇੱਥੇ ਅਗਲਾ ਸਟੈਪ ਕੀ ਹੋਵੇਗਾ, ਕਿਸਾਨ ਜਥੇਬੰਦੀਆਂ ਦਾ ਕੀ ਕਹਿਣਾ, ਉਹ ਅੱਗੇ ਕੀ ਫੈਸਲਾ ਦੇਣਗੀਆਂ। ਆਓ ਅਸੀਂ ਗੱਲ ਕਰਦੇ ਹਾਂ ਜੋ ਇੱਥੇ ਧਰਨਾ ਲਗਾਇਆ ਗਿਆ ਹੈ ਉਹਨਾਂ ਦੇ ਮੁੱਖ ਪ੍ਰਬੰਧਕਾਂ ਦੇ ਨਾਲ। ਬਾਜੀ, ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਮਨਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਬਲਾਕ ਭਵਾਨੀਗੜ੍ਹ ਦਾ ਸੀਨੀਅਰ ਮੀਤ ਪ੍ਰਧਾਨ ਹਾਂ ਮੈਂ। ਹੁਣ ਕਿਸਾਨ ਜਥੇਬੰਦੀਆਂ ਦਾ ਅਗਲਾ ਸਟੈਪ ਕੀ ਹੋਵੇਗਾ? ਕਿਉਂਕਿ ਇਹ ਬਿੱਲ ਰਾਜ ਸਭਾ ਦੇ ਵਿੱਚ ਵੀ ਪਾਸ ਹੋ ਗਏ ਨੇ, ਲੋਕ ਸਭਾ ਦੇ ਵਿੱਚ ਇਸ ਤੋਂ ਪਹਿਲਾਂ ਹੀ ਬਿੱਲ ਪਾਸ ਹੋ ਗਏ ਸੀ, ਤਾਂ ਹੁਣ ਕਿਸਾਨ ਜਥੇਬੰਦੀਆਂ ਦਾ ਅਗਲਾ ਪ੍ਰੋਗਰਾਮ ਕੀ ਹੈ? ਜਿਹੜਾ ਅਗਲਾ ਪ੍ਰੋਗਰਾਮ ਹੈ, ਪੰਜਾਬ ਦੀ ਮੀਟਿੰਗ ਹੋਈ ਹੈ ਸਾਰੀ ਜਥੇਬੰਦੀਆਂ ਦੀ, ਉਹਨਾਂ ਨਾਲ ਤਾਲਮੇਲਮਾ ਪ੍ਰੋਗਰਾਮ ਕਰਨਾ ਸੀ। ਜਿਹੜੇ ਅਗਲੇ ਪ੍ਰੋਗਰਾਮ ਨੇ, ਕੱਲ੍ਹ ਨੂੰ ਜਿਹੜਾ ਸਾਡਾ ਪ੍ਰੋਗਰਾਮ ਹੈ ਇਹ ਹੈਗਾ ਸਾਰੇ ਸ਼ਹਿਰਾਂ ਦੇ ਵਿੱਚ ਮਾਰਚ ਕਰਕੇ ਲੋਕਾਂ ਨੂੰ ਪ੍ਰੇਰਣਾ। ਜਿਹੜਾ 25 ਤਰੀਕ ਦਾ ਬੰਦ ਦਾ ਸੱਦਾ ਤੇ 24 ਨੂੰ ਅਸੀਂ ਰੇਲਾਂ ਦੀਆਂ ਲਾਈਨਾਂ ਤੇ ਬੈਠਣਾ ਹੈ, ਪੰਜਾਬ ਸਾਰਾ ਸੀਲ ਕਰਨਾ ਹੈ। ਕਿੱਥੇ ਕਿੱਥੇ ਰੋਡ ਰੋਕਣੇ ਨੇ ਉਹ ਤੁਹਾਨੂੰ 24 ਤਰੀਕ ਨੂੰ ਪਤਾ ਲੱਗੂਗਾ। ਰੇਲਾਂ ਦੀਆਂ ਲਾਈਨਾਂ ਤੇ ਸਾਡਾ 24 ਤਰੀਕ ਦਾ ਪ੍ਰੋਗਰਾਮ ਹੈ। ਇਸ ਜਿਹੜੇ ਆਰਡੀਨੈਂਸ ਲਾਗੂ ਕੀਤੇ ਨੇ ਸਰਕਾਰ ਨੇ, ਇਹਦੇ ਸੰਬੰਧਾਂ ਦੇ ਵਿੱਚ ਇਹ 15 ਤਰੀਕ ਤੋਂ ਲੈ ਕੇ 20 ਤਰੀਕ ਤੱਕ ਮੋਰਚਾ ਸੀ, ਉਦੋਂ ਇਹ ਆਰਡੀਨੈਂਸ ਲਾਗੂ ਨਹੀਂ ਹੋਏ ਸੀਗੇ। ਜਦੋਂ ਇਹ ਲਾਗੂ ਹੋ ਗਏ ਫਿਰ ਇਹ 25 ਤਰੀਕ ਤੱਕ ਸੀਗਾ, ਪਰ ਇਹਦਾ ਜਿਹੜਾ ਸਮਾਂ ਹੁਣ ਦਿਸ਼ਾ ਜਿਹੜੀ ਇਹਦੀ ਪੂਰਨ ਤੌਰ ਤੇ ਸਖਤ ਹੁੰਦੀ ਜਾ ਰਹੀ ਹੈ, ਇਹਦੀ ਦਿਸ਼ਾ ਬਦਲੀ ਹੈ। ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਵੀ ਇੱਥੇ ਬਹਿ ਕੇ ਤਾਂ ਅਸੀਂ ਇੱਕ ਨੌਜਵਾਨਾਂ ਨੂੰ ਇਹ ਦੱਸਿਆ ਵੀ ਜਿਹੜੀ ਅਗਲੀ ਲੜਾਈ ਹੈ ਉਹ ਆਪਾਂ ਕਿਵੇਂ ਲੜਨੀ ਹੈ, ਕਿਉਂ ਨੌਜਵਾਨ ਕਿਤੇ ਰਸਤੇ ਤੋਂ ਨਾ ਭਟਕ ਜਾਣ। ਰਾਜਨੀਤਿਕ ਲੋਕ ਵੱਖ-ਵੱਖ ਤਰੀਕੇ ਨਾਲ ਉਹਨਾਂ ਨੂੰ ਭਟਕਾਉਣਾ ਚਾਹੁੰਦੇ ਨੇ, ਇਸ ਮੋਰਚਿਆਂ ਦਾ ਲਾਹਾ ਲੈਣਾ ਚਾਹੁੰਦੇ ਨੇ, ਪਰ ਉਹਨਾਂ ਨੇ ਲੋਕਾਂ ਨੇ ਤਰੀਕਿਆਂ ਨਾਲ ਕਿਵੇਂ ਪੰਜਾਬ ਨੂੰ ਠੱਗਿਆ। ਜਿਵੇਂ ਅੱਜ ਇਸ ਘੋਲਾਂ ਦੀ ਤਾਕਤ ਨਾਲ ਬਾਦਲ ਪਰਿਵਾਰ ਕਿਹੜੇ ਰੁੱਖ ਬਦਲਦਾ ਹੈ। ਉਹ ਕਹਿੰਦੀ ਮੈਂ ਅਸਤੀਫਾ ਦੇਤੀ। ਇਹੀ ਅਗਲਾ ਸਵਾਲ ਸੀ ਕਿ ਤੁਸੀਂ ਕਿਹਾ ਰਾਜਨੀਤਿਕ ਲੋਕ ਨੌਜਵਾਨਾਂ ਨੂੰ ਵਰਤਦੇ ਨੇ, ਪਰ ਹਰਸਿਮਰਤ ਕੌਰ ਬਾਦਲ ਨੇ ਤਾਂ ਅਸਤੀਫਾ ਵੀ ਦੇਤਾ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਉਹ ਵੀ ਕਹਿੰਦੇ ਕਿ ਮੈਂ ਕਿਸਾਨਾਂ ਨਾਲ ਖੜਾ। ਜੋ ਇਹ ਕੇਂਦਰ ਸਰਕਾਰ ਵੱਲੋਂ ਬਿੱਲ ਪਾਸ ਕੀਤੇ ਗਏ ਨੇ, ਪਹਿਲਾਂ ਲੋਕ ਸਭਾ ਦੇ ਵਿੱਚ ਫਿਰ ਰਾਜ ਸਭਾ ਦੇ ਵਿੱਚ, ਮੈਂ ਇਹਨਾਂ ਨੂੰ ਚੈਲੰਜ ਕਰਾਂਗਾ ਕੋਰਟ ਦੇ ਵਿੱਚ। ਇਹ ਅਸਲ ਰਾਜਦੂਤ ਨੇ ਇਹ ਸੈਂਟਰ ਸਰਕਾਰ ਦੇ। ਇਹ ਲੋਕਾਂ ਨੂੰ ਲੁੱਟਣ ਵਾਸਤੇ, ਲਟਾਉਣ ਵਾਸਤੇ ਇਹਨਾਂ ਨੇ ਪਹਿਲਾਂ ਜਿਹੜਾ 3 ਮਹੀਨੇ ਬਾਦਲ ਪਰਿਵਾਰ ਨੇ ਪੂਰੀ ਵਕੀਲੀ ਕੀਤੀ ਹੈ ਇਹ ਸਾਡੀ ਨਸਾਂ ਦੀ। ਲੋਕਾਂ ਨੂੰ ਸਮਝਾਉਂਦੇ ਰਹੇ। ਸਾਡੇ ਪ੍ਰਧਾਨ ਕੋਲ ਇਹਨਾਂ ਨੇ ਚਿੱਠੀ ਭੇਜੀ ਵੀ ਇਹ ਤਾਂ ਬਹੁਤ ਕੰਮ ਦੇ ਨੇ, ਪ੍ਰਧਾਨ ਜੀ ਤੁਸੀਂ ਪੜ੍ਹੇ ਨਹੀਂ, ਪਰ ਉਸ ਚਿੱਠੀ ਨੂੰ ਠੋਕਰ ਮਾਰੀ ਆ। ਪ੍ਰਧਾਨ ਨੇ ਦੱਸਿਆ ਵੀ ਇਹ ਬਿਹਾਰ ਜੇ ਵਧੀਆ ਸੀਗੇ ਫਿਰ ਬਿਹਾਰ ਦੇ ਲੋਕਾਂ ਦੀ 4000 ਨੂੰ ਜੀਰੀ ਕਿਉਂ ਨਹੀਂ ਖਰੀਦੀ ਤੁਸੀਂ ਨੇ। ਇਹ ਵਪਾਰੀ ਸਿਸਟਮ ਹੈ, ਵਪਾਰੀਆਂ ਨੂੰ ਸਾਰਾ ਦੇਸ਼ ਵੇਚਦਾ। ਇਹਦੇ ਪਿੱਛੇ ਠੇਕਾ ਨੀਤੀ ਹੈ ਬਹੁਤ ਵੱਡੀ। ਜਿਹੜਾ ਬਾਦਲ ਪਰਿਵਾਰ ਦਾ ਸਵਾਲ ਹੈ, ਇਹਨਾਂ ਨੇ ਤਾਂ ਸਿਰਫ ਜਦੋਂ ਲੋਕ ਛਾਤੀ ਤੇ ਜਾ ਬੈਠੇ, ਬਾਹਰ 'ਚ ਬਹਿ ਕੇ ਜਾ ਕੇ, ਸਾਡੇ ਬਾਦਲ ਪਿੰਡ ਵੀ ਪ੍ਰੋਗਰਾਮ ਇਹ ਚੱਲ ਰਿਹਾ ਸੀਗਾ ਜਿਹੜਾ ਮੋਰਚਾ ਸੀਗਾ, ਇਹ ਤਾਂ ਦਬਾਅ ਜਿੱਥੇ ਬਾਦਲ ਪਿੰਡ ਇੱਕ ਕਿਸਾਨ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ, ਸਰਕਾਰ ਵੱਲੋਂ ਕੁਝ ਮੁਆਵਜ਼ਾ ਵੀ ਦਿੱਤਾ ਗਿਆ ਉਹਨੂੰ। ਉਹ ਵੈਸੇ ਖੁਦਕੁਸ਼ੀ ਨਹੀਂ ਕਰਨੀ ਚਾਹੀਦੀ। ਅਸੀਂ ਐਲਾਨ ਕਰਦੇ ਹਾਂ ਖੁਦਕੁਸ਼ੀ ਰਾਹ ਨਹੀਂ, ਇਹਨਾਂ ਦੀ ਛਾਤੀ 'ਚ ਵੱਜ ਕੇ ਅਸੀਂ ਮਰਨਾ ਚਾਹੁੰਦੇ ਹਾਂ। ਗੈਰਤ ਦੀ ਮੌਤ ਨਾ ਮਰੀਏ। ਮੈਂ ਕਿਸਾਨਾਂ ਨੂੰ ਕਹਿਣਾ, ਕਦੇ ਵੀ ਸਾਡੇ ਧਰਮ ਨੇ, ਕਦੇ ਸਾਡੇ ਗੁਰੂ ਨੇ ਨਹੀਂ ਕਿਹਾ ਵੀ ਖੁਦਕੁਸ਼ੀ ਕਰੋ। ਇਹਨਾਂ ਦੀਆਂ ਛਾਤੀਆਂ 'ਚ ਵੱਜ ਕੇ ਕਦੇ ਵੀ ਨਿਰਾਸ਼ਤਾ 'ਚ ਪੈਦਾ ਨਾ ਹੋ। ਇਹ ਆਰਡੀਨੈਂਸਾਂ ਨੂੰ ਵਾਪਸ ਕਰਾਵਾਂਗੇ, ਕੋਈ ਵੱਡੀ ਗੱਲ ਨਹੀਂ। ਲੋਕਾਂ ਦਾ ਅੱਜ ਜਿਹੜਾ ਪੰਜਾਬ ਤੇ ਹਰਿਆਣੇ ਦਾ ਰੋਹ ਬਣਿਆ ਹੈ, ਨੌਜਵਾਨ ਰਾਜਨੀਤਿਕ ਪਾਸਿਓਂ ਮੁੜਿਆ ਹੈ, ਇਹਨੂੰ ਵਾਪਸ ਕਰਾ ਕੇ ਹਟਾਂਗੇ। ਜਿਹੜੇ ਬਾਦਲ ਪਰਿਵਾਰ ਦੀ ਗੱਲ ਵਿਚਾਲੇ ਰਹਿ ਗਈ, ਬਾਦਲ ਪਰਿਵਾਰ ਨੇ ਤਾਂ ਇਹਨਾਂ ਦੇ ਵਕੀਲ ਬਣ ਕੇ ਪਹਿਲਾਂ 3 ਮਹੀਨੇ ਲੋਕਾਂ ਨੂੰ ਸਮਝਾਇਆ ਹੈ। ਸੈਂਟਰ ਸਰਕਾਰ ਦੇ ਬਾਰ-ਬਾਰ ਤਰੀਕੇ ਨੇ, ਜਦੋਂ ਲੋਕ ਛਾਤੀ ਤੇ ਬਹਿ ਗਏ ਫਿਰ ਇਹਨਾਂ ਨੇ ਅਸਤੀਫਾ ਦਿੱਤਾ ਹੈ। ਅੱਜ ਦੇ ਅਖਬਾਰ 'ਚੋਂ ਕਹਿ ਰਹੀ ਹੈ, ਕਹਿੰਦੀ ਮੈਂ ਵਿਰੋਧ ਨਹੀਂ ਕਰਦੀ, ਕਿਸਾਨ ਵਿਰੋਧ ਕਰਦੇ ਨੇ। ਇਹਦਾ ਮਤਲਬ ਬਾਦਲ ਪਰਿਵਾਰ ਉਹਨਾਂ ਨਾਲ ਖੜਿਆ। ਸਾਡਾ ਬਾਦਲ ਪਰਿਵਾਰ ਨੂੰ ਇਹ ਕਹਿਣਾ ਹੈ ਵੀ ਜੇ ਪਿੰਡਾਂ 'ਚ ਵੜਨਾ ਚਾਹੁੰਦੇ ਹੋ, ਪਿੰਡਾਂ 'ਚ ਆਉਣਾ ਚਾਹੁੰਦੇ ਹੋ, ਪਿੰਡਾਂ 'ਚ ਤੁਹਾਡੇ ਜਿਹੜੇ ਏਜੰਟ ਨੇ ਉਹ ਕੁਝ ਕਹਿਣਾ ਚਾਹੁੰਦੇ ਨੇ, ਤੁਸੀਂ ਇਹਨਾਂ ਨਾਲ ਨਾਤਾ ਤੋੜੋ ਬੀਜੇਪੀ ਨਾਲੋਂ, ਤਾਂ ਕਰਕੇ ਤੁਹਾਨੂੰ ਪਿੰਡਾਂ 'ਚ ਵੜਨ ਦਿੱਤਾ ਜਾਊਗਾ। ਨਹੀਂ ਲੋਕਾਂ ਦਾ ਰੌਹ ਤੁਹਾਡੇ ਵਾਸਤੇ ਬਹੁਤ ਮਾੜਾ ਹੈ। ਇਸ ਬਾਦਲ ਪਰਿਵਾਰ ਨੇ ਪੰਜਾਬ ਨੂੰ ਬਹੁਤ ਲੁੱਟਿਆ। ਕੈਪਟਨ ਸਰਕਾਰ ਦਾ ਜੇ ਤੁਸੀਂ ਦੇਖੋ
ਜੇ ਇਹ ਮਤਲਬ ਲੋਕ ਪੱਖੀ ਹੋਣ ਫਿਰ ਇਹਨਾਂ ਦੇ 100-100 ਏਕੜ 'ਚ ਘਰ ਹੋਣ। ਇਹ ਲੋਕ ਪੱਖੀ ਤਾਂ ਪਹਿਲਾਂ ਤੋਂ ਨਹੀਂ, ਸਾਡਾ ਤਾਂ ਪਹਿਲਾਂ ਤੋਂ ਹੀ ਖੂਨ ਪੀਂਦੇ ਨੇ। ਇਸ ਕਰਕੇ ਜਿਹੜੇ ਆਰਡੀਨੈਂਸਾਂ ਨੂੰ ਲੈ ਕੇ ਸਰਕਾਰ ਤੋਂ, ਕਿਸੇ ਮੁੱਖ ਮੰਤਰੀ ਤੋਂ, ਕਿਸੇ ਲੀਡਰ ਤੋਂ ਅਸੀਂ ਝਾਕ ਕਰੀਏ ਨਹੀਂ ਕਰ ਸਕਦੇ। ਅੱਜ ਸਾਡੇ ਪੰਜਾਬ ਦੇ ਲੋਕਾਂ ਨੂੰ ਪੂਰਨ ਤੌਰ ਤੇ ਪਤਾ ਲੱਗ ਚੁੱਕਿਆ ਹੈ ਵੀ ਜਿਹੜੇ ਆਰਡੀਨੈਂਸ ਨੇ ਪੰਜਾਬ ਦੇ ਸਾਰੇ ਕਾਸੇ ਨੂੰ ਬਰਬਾਦ ਕਰਨਗੇ। ਇਹਦੇ ਵਿੱਚ ਦੁਕਾਨਦਾਰ, ਇਹਦੇ ਵਿੱਚ ਸੈਲਰ ਮਾਲਕ, ਇਹਦੇ ਵਿੱਚ ਭੱਠੇ ਵਾਲੇ ਮਾਲਕ, ਇਹਦੇ ਵਿੱਚ ਰੇਹੜੀ ਮਾਲਕ, ਇਹਦੇ ਵਿੱਚ ਜੋ ਬੰਦਾ ਕੰਮ ਕਰਦਾ ਹੈ, ਇਹ ਸਾਰਾ ਕੁਝ ਬਰਬਾਦ ਹੋਣਾ। ਕਿਉਂ? ਕਿਸਾਨੀ ਨਾਲ ਹੈ। ਜੇ ਕਿਸਾਨਾਂ ਦੀ ਜੇਬ ਦੇ ਵਿੱਚ ਪੈਸਾ ਆਊਗਾ ਤਾਂ ਉਹ ਕੁਝ ਖਰੀਦ ਸਕਣਗੇ। ਇਸ ਆਰਡੀਨੈਂਸਾਂ ਨੇ ਕਿਸਾਨਾਂ ਨੂੰ ਠੂਠਾ ਫੜਾ ਦੇਣਾ ਹੈ, ਕੌਲੀ ਕੌਲੀ ਕਣਕ ਲਈ ਮਜਬੂਰ ਕਰ ਦੇਣਾ। ਇਹੀ ਸੈਂਟਰ ਚਾਹੁੰਦਾ ਹੈ। ਕਿਉਂ? ਸਾਰਾ ਜਿਹੜਾ ਮੋਦੀ ਨੇ, ਮੋਦੀ ਪ੍ਰਧਾਨ ਮੰਤਰੀ ਨਹੀਂ ਕਹਿ ਸਕਦੇ ਦੇਸ਼ ਦਾ ਤੁਸੀਂ, ਉਹ ਇੱਕ ਬਹੁਤ ਵੱਡਾ ਏਜੰਸੀਆਂ ਦਾ, ਉਹ ਬਹੁਤ ਵੱਡੀਆਂ ਕੰਪਨੀਆਂ ਦਾ ਇੱਕ ਏਜੰਟ ਹੈ। ਏਜੰਟ ਦੇ ਤੌਰ ਤੇ ਪੂਰਨ ਤੌਰ ਤੇ ਉਹ ਕੰਮ ਕਰ ਰਿਹਾ ਹੈ। ਪਰ ਉਹ ਭੁਲੇਖਾ ਕੱਢ ਦੇਵੇ ਵੀ ਪਹਿਲਾਂ ਮੈਂ ਨੋਟਬੰਦੀ ਕੀਤੀ, ਲੋਕ ਬੋਲੇ ਨਹੀਂ, ਫਿਰ ਮੈਂ GST ਲਾਈ, ਲੋਕ ਬੋਲੇ ਨਹੀਂ, ਫਿਰ ਮੈਂ ਲੋਕਡਾਊਨ ਕੀਤਾ, ਫਿਰ ਨਹੀਂ ਲੋਕ ਬੋਲੇ। ਪਰ ਅੱਜ ਲੋਕ ਜੁੱਤੀ ਦੀ ਨੋਕ ਤੇ ਕਰੋਨਾ ਨੂੰ ਧਰ ਕੇ ਨਾ ਪ੍ਰਵਾਹ ਕਰਦੇ ਹਾਂ। ਕਹਿਰ ਦੀ ਗਰਮੀ ਦੇ ਵਿੱਚ ਨਿੱਕੇ ਨਿੱਕੇ ਬੱਚੇ ਲੈ ਕੇ ਸਾਡੀਆਂ ਮਾਵਾਂ ਭੈਣਾਂ ਇਸ ਮੋਰਚੇ 'ਚ ਪਹੁੰਚਦੀਆਂ ਰਹੀਆਂ ਨੇ। ਇਹਨਾਂ ਦੀ ਮੱਥੇ ਦੀ ਗਰਮੀ ਤੇ ਅੱਖਾਂ ਦੀ ਲਾਲੀ ਦੱਸਦੀ ਹੈ। ਇਹ ਸਭ ਕੁਝ ਤਹਿਸ ਨਹਿਸ ਕਰਕੇ ਆ ਜਿਹੜੇ ਆਰਡੀਨੈਂਸ ਨੇ ਵਾਪਸ ਕਰਾਉਣਗੇ। ਲੋਕਾਂ ਦਾ ਰਾਹ ਬਹੁਤ ਖਤਰਨਾਕ ਤਰੀਕੇ ਨਾਲ ਆ ਜਿਹੜਾ ਉਹ ਚੱਲ ਰਿਹਾ ਸੀ। ਇਸੇ ਕਰਕੇ ਨੌਜਵਾਨਾਂ ਨੂੰ ਠੇਕਾ ਨੀਤੀ ਦੀ ਗੱਲ ਕੀਤੀ, ਉਹ ਤੁਹਾਨੂੰ ਵਿਸਥਾਰ ਨਾਲ ਸਮਝਾਓ। ਠੇਕਾ ਨੀਤੀ ਕੀ ਹੈ? ਜਦੋਂ ਕਿਸਾਨਾਂ ਦੀ ਜਿਣਸ ਵਿਕਣੋਂ ਹਟ ਗਈ, ਅਸਲ ਇਹਨਾਂ ਨੇ ਮਹਾਰਾਸ਼ਟਰ ਦੇ ਵਿੱਚੋਂ ਸ਼ੁਰੂ ਵੀ ਕਰ ਲਈ ਠੇਕਾ ਨੀਤੀ। ਠੇਕਾ ਨੀਤੀ ਮਹਾਰਾਸ਼ਟਰ ਦੇ ਵਿੱਚ ਸ਼ੁਰੂ ਹੋ ਗਈ। ਹਾਂ, ਜਿਹੜੀ ਠੇਕਾ ਨੀਤੀ ਹੈ ਇਹ ਮੂੰਹੋਂ ਮੰਗੇ ਪੈਸੇ ਦੇਣਗੇ ਕਿਸਾਨਾਂ ਨੂੰ ਠੇਕੇ ਦੇ। ਕੰਪਨੀਆਂ ਨੇ ਜ਼ਮੀਨਾਂ ਠੇਕੇ ਤੇ ਲੈ ਲੈਣੀਆਂ। ਜਦੋਂ ਠੇਕੇ ਤੇ ਜ਼ਮੀਨਾਂ ਲੈ ਲੀਆਂ, ਕਿਸਾਨਾਂ ਕੋਲੇ ਜ਼ਮੀਨਾਂ ਨਾ ਰਹੀਆਂ, ਤਾਂ 1 ਸਾਲ ਬਾਅਦ ਕਿਸਾਨਾਂ ਦੇ ਦਾਣੇ ਮੁੱਕਣੇ ਆ, ਪੈਸੇ ਮੁੱਕ ਜਾਣੇ ਆ, ਕਿਤੇ ਕੰਮ ਨਹੀਂ ਰਹਿਣਾ। ਜਿਵੇਂ ਪਹਿਲਾਂ ਰੂਸ ਦੇ ਵਿੱਚ ਹੋ ਕੇ ਹਟਿਆ, ਰੂਸ ਦੇ ਵਿੱਚ ਵੀ ਬਹੁਤ ਵੱਡਾ ਵਿਰੋਧ ਕੀਤਾ ਸੀ ਇਸ ਕਾਨੂੰਨਾਂ ਦਾ। ਉਹ ਹਾਲਤ ਕਰਨ ਵਾਸਤੇ ਦੇਸ਼ ਦੀ ਇਹ ਠੇਕਾ ਨੀਤੀ ਜੇ ਇੱਥੇ ਲਾਗੂ ਹੁੰਦੀ ਹੈ। ਜੇ ਵੈਸੇ ਕਾਨੂੰਨ ਇਹ ਪੂਰਨ ਤੌਰ ਤੇ ਸਾਡੇ ਲੋਕ ਨਾ ਜਾ ਕੇ ਲਾਗੂ ਹੋ ਗਏ ਤਾਂ ਠੇਕਾ ਨੀਤੀ ਦਾ ਵੈਸੇ ਹਿੱਸਾ ਹੀ ਠੇਕਾ ਨੀਤੀ ਹੈ। ਤਾਂ ਹੀ ਆ ਜਿਹੜੇ ਸਨੀ ਦੇਵਲ ਵਰਗੇ ਨੇ ਇਹਨਾਂ ਤੋਂ ਕਹਾ ਰਹੇ ਨੇ ਵੀ ਕਿਸਾਨੋ ਇਹ ਤਾਂ ਬਹੁਤ ਜਿਹੜਾ ਆਰਡੀਨੈਂਸਾਂ ਲੈ ਕੇ ਆਏ ਆ, ਅਸੀਂ ਕਿਸਾਨਾਂ ਦੇ ਫਾਇਦੇ ਬੰਦੇ ਨੇ। ਫਿਰ ਇਹਨਾਂ ਨੇ ਕਿਸਾਨਾਂ ਦਾ ਜਿਹੜਾ ਬਿਹਾਰ ਦੇ ਅੰਦਰ ਫਾਇਦਾ ਕਿਉਂ ਨਹੀਂ ਕੀਤਾ? ਇਹ ਤਾਂ ਛੋਟੀ ਜਿਹੀ ਉਦਾਹਰਨ ਹੈ। ਉਹ ਵਿਚਾਰੇ 800 ਨੂੰ ਜੀਰੀ ਵੇਚ ਕੇ 900 ਨੂੰ ਇੱਥੇ ਜੀਰੀ ਲਾਉਣ ਆਉਂਦੇ ਨੇ। ਸਾਡੀ ਹਾਲਤ ਵੀ ਉਦੋਂ ਬੱਤਰ ਹੋ ਜਾਣੀ ਹੈ। ਕਿਉਂ? ਬਿਹਾਰ ਦੇ ਕਿਸਾਨ ਤਾਂ ਉਰੇ ਜੀਰੀ ਲਾਉਣ ਆਉਂਦੇ ਨੇ, ਪੰਜਾਬ ਦੇ ਵਿੱਚ ਇਹ ਹਾਲ ਹੋ ਗਿਆ, ਫਿਰ ਅਸੀਂ ਜੀਰੀ ਲਾਉਣ ਕਿੱਥੇ ਜਾਵਾਂਗੇ? ਸਾਡੇ ਅੱਗੇ ਤਾਂ ਪਾਕਿਸਤਾਨ ਹੈ। ਇਸ ਕਰਕੇ ਸਰਕਾਰ ਦੇ ਜਿਹੜੇ ਇਰਾਦੇ ਬਹੁਤ ਮਾੜੇ ਨੇ। ਮੋਦੀ ਜਦੋਂ ਦਾ ਆਇਆ ਇਹਨੂੰ ਕੰਪਨੀਆਂ ਆਪਦੇ ਪੈਸੇ ਲਾ ਕੇ ਇਹਨੂੰ ਇੱਕ ਪ੍ਰਮੋਟ ਕਰਕੇ ਲੈ ਕੇ ਆਈਆਂ ਨੇ। ਉਹੀ ਇਹ ਕੰਪਨੀਆਂ ਦੇ ਕਹਿਣ ਤੇ ਸਾਰਾ ਕੁਝ ਕਰ ਰਿਹਾ ਹੈ। ਇਹ ਪਰ ਅੱਜ ਪੰਜਾਬ ਦੇ ਤੇ ਹਰਿਆਣੇ ਦੇ ਲੋਕ ਜਾਣ ਚੁੱਕੇ ਆ। ਵੱਡੀ ਗੱਲ ਇਹ ਹੁੰਦੀ ਹੈ ਜਦੋਂ ਯੂਥ ਇਹ ਗੱਲ ਨੂੰ ਸਮਝ ਜਾਵੇ, ਉਦੋਂ ਛੋਟੀਆਂ ਗੱਲਾਂ ਰਹਿ ਜਾਂਦੀਆਂ ਨੇ। ਸਰਕਾਰ ਨੂੰ ਇਹ ਹੇੜ ਕੇ ਲੈ ਜਾਣਗੀਆਂ। ਸਰਕਾਰ ਕੁਛ ਤਾਂ ਮੁੜ ਗਈ ਨਾ। ਸਰਕਾਰ ਕਹਿਣ ਲੱਗ ਗਈ ਸੀ 50 ਰੁਪਏ MSP ਦੇ ਦੇਵਾਂਗੇ ਤੁਹਾਨੂੰ, ਕੁਛ ਨਾ ਕੁਛ ਤਾਂ ਮੁੜਿਆ ਨਾ ਇਸ ਨਾਲ। ਇਸ ਕਰਕੇ ਅਸੀਂ ਤਾਂ ਅਪੀਲ ਕਰਨਾ ਚਾਹੁੰਦੇ ਹਾਂ, ਜਿਹੜਾ 25 ਤਰੀਕ ਦਾ ਬੰਦ ਦਾ ਸੱਦਾ ਹੈ ਉਹ ਸਾਰੇ ਸ਼ਹਿਰ ਵਾਸੀ ਇਸ ਨੂੰ ਪ੍ਰਵਾਨ ਕਰਨ, ਪ੍ਰਵਾਨ ਕਰਕੇ ਦੁਕਾਨਾਂ ਬੰਦ ਕਰਨ। 24 ਤਰੀਕ ਦਾ ਜਿਹੜਾ ਰੇਲਾਂ ਦੇ ਟਰੈਕ ਤੇ ਬੈਠਣਾ ਸੀ ਉਹਦਾ ਪੂਰਾ ਸੰਯੋਗ ਕਰਕੇ ਉੱਥੇ ਅਸੀਂ ਸਾਰੇ ਧੁੰਮ ਧਮਾ ਕੇ, ਕਿਉਂ ਨੌਜਵਾਨਾਂ ਦੇ ਵਿੱਚ ਬਹੁਤ ਵੱਡਾ ਜੋਸ਼ ਹੈ। ਰੇਲਾਂ ਦੀਆਂ ਪਟੜੀਆਂ ਕਈ ਥਾਵਾਂ ਤੇ ਜਾਮ ਕਰਨੀਆਂ ਨੇ। ਵੱਖ-ਵੱਖ ਜਥੇਬੰਦੀਆਂ ਵੱਲੋਂ ਅਸੀਂ ਵੀ ਜਿਹੜਾ ਕਈ ਥਾਵੇਂ ਰੇਲਾਂ ਦੇ ਸਟੇਸ਼ਨਾਂ ਤੇ ਬੈਠਾਂਗੇ, ਰੇਲਾਂ ਦੀਆਂ ਲਾਈਨਾਂ ਤੇ ਪੰਜਾਬ ਦੇ ਰੋਡ ਬੰਦ ਕਰਾਂਗੇ, ਪੰਜਾਬ ਨੂੰ ਸੀਲ ਕਰਾਂਗੇ, ਸਰਕਾਰ ਨੂੰ ਮਜਬੂਰ ਕਰ ਦਿਆਂਗੇ ਇਸ ਬਿੱਲਾਂ ਤੇ ਲਖੀਰ ਮਾਰਨ ਵਾਸਤੇ। ਇਹ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਲੈ ਕੇ ਚੱਲੀ ਹੋਈ ਹੈ। ਜੇਕਰ ਸਰਕਾਰ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟਦੀ ਹੈ, ਉਹ ਬਿੱਲ ਵਾਪਸ ਨਹੀਂ ਲੈਂਦੇ, ਤਾਂ ਫਿਰ ਜਥੇਬੰਦੀਆਂ ਅੱਗੇ ਕੀ ਕਰਨ? ਦੇਖੋ ਜੀ, ਜੇ ਸਰਕਾਰ ਆਪਦੇ ਫੈਸਲੇ ਤੋਂ ਪਿੱਛੇ ਨਹੀਂ ਹਟਦੇ ਤਾਂ ਜਥੇਬੰਦੀਆਂ ਵੀ ਜਿਹੜੀਆਂ ਸੰਘਰਸ਼ਾਂ ਨੂੰ ਤਿੱਖੇ ਕਰਨਗੇ। 24 ਤਰੀਕ ਨੂੰ ਅਸੀਂ ਪਿੰਡਾਂ 'ਚ ਝੰਡਾ ਮਾਰਚ ਕਰਨਾ ਹੈ ਤੇ 25 ਤਰੀਕ ਨੂੰ ਰੇਲਾਂ ਰੋਕਣੀਆਂ ਨੇ ਤੇ ਮੁਕੰਮਲ ਤੌਰ ਤੇ ਪੰਜਾਬ ਦੀ ਹਰ ਇੱਕ ਸੜਕ ਜਿਹੜੀ ਮੁਕੰਮਲ ਤੌਰ ਤੇ ਬੰਦ ਹੋਊਗੀ, ਬਾਜ਼ਾਰ ਬੰਦ ਹੋਣਗੇ। ਮੁਕੰਮਲ ਤੌਰ ਤੇ ਪੰਜਾਬ ਨੂੰ ਬੰਦ ਕਰਨਾ ਹੈ 25 ਤਰੀਕ ਨੂੰ। ਤੁਸੀਂ 25 ਦਾ ਪ੍ਰੋਗਰਾਮ ਲਿਖਿਆ ਕਿ 25 ਤਰੀਕ ਨੂੰ ਤੁਸੀਂ ਪੰਜਾਬ ਬੰਦ ਕਰਨਾ। ਤੁਸੀਂ ਮੰਨ ਲਓ ਤੁਹਾਡੇ ਜੋ ਪ੍ਰੋਗਰਾਮ ਨੇ 25 ਤਰੀਕ ਤੁਸੀਂ ਪੰਜਾਬ ਬੰਦ ਕਰ ਦੋਗੇ, ਜੇਕਰ ਫਿਰ ਵੀ ਸੈਂਟਰ ਗਵਰਨਮੈਂਟ ਤੱਕ ਤੁਹਾਡੀ ਆਵਾਜ਼ ਨਹੀਂ ਸੁਣਾਈ ਦਿੰਦੀ ਜਾਂ ਸਰਕਾਰ ਜਾਣ ਕੇ ਅਣਦੇਖਾ ਕਰ ਦਿੰਦੀ ਹੈ, ਤਾਂ ਅੱਗੇ ਸਟੈਪ ਕੀ ਹੋਊਗਾ? ਉਸ ਤੋਂ ਬਾਅਦ ਕਿਹੜਾ ਰਸਤਾ ਬਚਦਾ? ਦੇਖੋ ਜੀ, ਤੁਸੀਂ ਕਿਹਾ ਵੀ ਸਰਕਾਰ ਤੱਕ ਤੁਹਾਡੀ ਆਵਾਜ਼ ਨਹੀਂ ਜਾਊਗੀ। ਅਸੀਂ 7 ਦਿਨ ਦਾ ਇੱਥੇ ਪਟਿਆਲੇ 'ਚ ਉਧਰ ਬਾਦਲ 'ਚ ਮੋਰਚਾ ਲਾਇਆ। ਜਿਹੜੀ ਕਣਕ ਦੀ MSP ਤੇ ਸੈਂਟਰ ਸਰਕਾਰ ਨੇ ਰੇਟ 1 ਮਹੀਨਾ ਪਿੱਛੇ ਦੇਣਾ ਸੀ, ਅੱਜ ਹੀ ਉਹਨਾਂ ਨੂੰ ਐਲਾਨ ਕਰਨਾ ਪੈ ਗਿਆ ਵੀ ਕਣਕ ਦੀ MSP ਤੇ 50 ਰੁਪਏ ਵੱਧ ਦਿੱਤੇ ਨੇ। ਇਹ ਤਾਂ
ਮਤ ਭੁੱਲ ਜੋ ਵੀ ਸੈਂਟਰ ਸਰਕਾਰ ਨੂੰ ਪਤਾ ਨਹੀਂ ਹੈਗਾ ਵੀ ਪੰਜਾਬ 'ਚ ਹਰਿਆਣੇ 'ਚ ਤੇ ਰਾਜਸਥਾਨ 'ਚ ਵਿਦਰੋਹ ਹੋ ਰਿਹਾ। ਬਿੰਦੇ ਬਾਰ ਸਰਕਾਰ ਜਾਣਦੀ ਤਾਂ ਹੈ, ਉਹਨਾਂ ਨੂੰ ਪਲ ਪਲ ਦੀ ਖਬਰ ਹੈ, ਮਿੰਟ ਮਿੰਟ ਦੀ, ਕਿ ਵਿਰੋਧ ਕਿੱਥੇ ਹੋ ਰਿਹਾ ਸਾਡਾ। ਪਰ ਇਸ ਤੋਂ ਬਾਅਦ ਵੀ ਮੋਦੀ ਸਰਕਾਰ ਦਾ ਇਹ ਕਹਿਣਾ ਕਿ ਜੋ ਇਹ ਫੈਸਲਾ ਸਾਡਾ ਆਰਡੀਨੈਂਸਾਂ ਦਾ ਇਹ ਫੈਸਲਾ ਇੱਕ ਇਤਿਹਾਸਿਕ ਫੈਸਲਾ। ਜੇ ਮੋਦੀ ਸਰਕਾਰ ਦਾ ਇਹ ਇਤਿਹਾਸਕ ਫੈਸਲਾ ਹੈ ਤਾਂ ਇਹ ਜਿਹੜੀ ਲੜਾਈ ਹੈ ਜ਼ਮੀਨਾਂ ਦੀ ਹੈ। ਜ਼ਮੀਨ ਕਿਸਾਨ ਦੀ ਮਾਂ ਹੈ। ਅੱਜ ਤੱਕ ਜੇ ਕਿਸੇ ਦੀ ਮਾਂ ਨੂੰ ਕਿਸੇ ਨੇ ਹੱਥ ਪਾਇਆ ਤਾਂ ਕਿਸਾਨ ਗਾਟਾ ਲਾਉਣ ਵੀ ਜਾਣਦੇ ਨੇ ਤੇ ਜਾਨ ਹੂਲਮੀਆਂ ਲੜਾਈਆਂ ਜਿਹੜੀਆਂ ਹੋਣਗੀਆਂ। ਸਿਰ ਧੜ ਦੀ ਇਹ ਲੜਾਈ ਜਿਹੜੀ ਅਸੀਂ ਲੜਾਂਗੇ ਜਦੋਂ ਤੱਕ ਇਹ ਕਾਨੂੰਨ ਵਾਪਸ ਮੋਦੀ ਸਰਕਾਰ ਨੂੰ ਵਾਪਸ ਨਹੀਂ ਲੈ ਸਕਦੀ। ਆਓ ਗੱਲ ਕਰਾਂਗੇ ਨੌਜਵਾਨਾਂ ਨਾਲ। ਤੁਸੀਂ ਕਿੱਥੋਂ ਆਏ ਹੋ? ਭਾਈ ਮੈਂ ਘੋੜੇ ਨਾਲ ਤੋਂ ਆਇਆ, ਮੇਰਾ ਨਾਮ ਦਲਵੀਰ ਸਿੰਘ ਹੈ ਤੇ ਮੈਂ ਕੁਝ ਸਵਾਲ ਪੁੱਛਣੇ ਚਾਹੁੰਦਾ ਕੇਂਦਰ ਸਰਕਾਰ ਤੋਂ। ਜਿਹੜੇ ਇਹ ਆਪਣੇ 3 ਆਰਡੀਨੈਂਸ ਆਏ ਨੇ ਇਹਨਾਂ ਬਾਰੇ ਮੇਰੇ ਸਵਾਲ ਨੇ ਤੇ ਮੈਂ ਗੱਲ ਸ਼ੁਰੂ ਕਰਨੀ ਹੈ। ਸ਼ੁਰੂ ਕਰਨ ਤੋਂ ਪਹਿਲਾਂ ਮੈਂ ਪੁੱਛਣਾ ਚਾਹੁੰਦਾ ਵੀ ਜਿਹੜੇ ਇਹ ਕਾਨੂੰਨ ਨੇ ਕਿਸਾਨ ਤੇ ਲਾਗੂ ਹੋਏ ਨੇ 3 ਆਰਡੀਨੈਂਸ ਨੇ, ਇਹਨਾਂ ਵਿੱਚ ਜਿਹੜੇ ਕਾਨੂੰਨ ਮਤਲਬ ਕਿ ਵੀ ਹੈ ਤਾਂ ਇਹ ਕਾਨੂੰਨ ਸਾਰੇ ਕਿਸਾਨ ਮਾਰੂ ਹੋਏ ਨੇ, ਪਰ ਕਾਨੂੰਨਾਂ ਦੀ ਮੈਂ ਤੁਹਾਨੂੰ ਦੱਸ ਦਿੰਦਾ ਇਹ ਕਿਹੜੇ ਕਿਹੜੇ ਨੇ। ਇੱਕ ਕਾਨੂੰਨ ਮਤਲਬ ਕਿ ਵੀ ਜਿਹੜਾ ਆਪਣਾ ਮੰਡੀ ਬੋਰਡ ਭੰਗ ਕਰਨ ਦਾ ਕਾਨੂੰਨ ਹੈ, ਇਹਨਾਂ ਨੇ ਕਿਹਾ ਨਾਲ ਵੀ ਮੰਡੀ ਤੁਹਾਡੀ ਚੱਲਦੀ ਰਹੂਗੀ, ਅਸੀਂ ਪ੍ਰਾਈਵੇਟ ਖਰੀਦ ਕਰਦੇ ਰਹਾਂਗੇ, ਨਾਲ ਮੰਡੀ ਚੱਲਦੀ ਰਹੂਗੀ। ਇਹ ਜਿਹੜਾ ਕਾਨੂੰਨ ਹੈ ਇਹ ਬਿਹਾਰ ਦੇ ਵਿੱਚ 2006 ਤੋਂ ਚਾਲੂ ਹੈ, ਲਾਗੂ ਹੈ। ਉੱਥੇ ਇਹ ਕਾਨੂੰਨ 2006 ਦੇ ਵਿੱਚ ਮੰਡੀਕਰਨ ਤੋੜਤਾ ਸੀ ਬਿਹਾਰ ਦਾ। ਮੰਡੀਕਰਨ ਭੰਗ ਕਰਕੇ ਉੱਥੇ ਪ੍ਰਾਈਵੇਟ ਖਰੀਦ ਸਟਾਰਟ ਕਰਤੀ ਸੀ ਇਹਨਾਂ ਨੇ। ਬਿਹਾਰ ਦੇ ਵਿੱਚ ਜਿਹੜੀ ਮੱਕੀ ਦੀ ਕੀਮਤ ਹੈ 1750 ਰੁਪਏ MSP ਮੁੱਲ ਹੈਗਾ ਹੈ, ਉੱਥੇ ਉਹੀ 500-600 ਨੂੰ ਲੈਣ ਲੱਗ ਰਹੀ ਹੈ। ਜੇ ਇਹ ਕਿਸਾਨ ਦੇ ਪ੍ਰਤੀ ਇੰਨੇ ਵਧੀਆ ਕਾਨੂੰਨ ਨੇ, ਕਿਸਾਨੀ ਨੂੰ ਇੰਨੀ ਖੁਸ਼ਹਾਲ ਬਣਾਉਂਦੇ ਨੇ, ਕੇਂਦਰ ਸਰਕਾਰ ਕਹਿ ਰਹੀ ਹੈ ਵੀ ਹਾਂ ਇਹ ਕਾਨੂੰਨ ਕਿਸਾਨ ਨੂੰ ਖੁਸ਼ਹਾਲ ਬਣਾਉਣਗੇ। ਜੇ ਇੰਨੇ ਖੁਸ਼ਹਾਲ ਬਣਾਉਣ ਵਾਲੇ ਕਾਨੂੰਨ ਨੇ ਫਿਰ ਬਿਹਾਰ ਦਾ ਕਿਸਾਨ ਹੈ ਜਿਹੜਾ ਕਿਉਂ ਗਰੀਬ ਹੈ? ਅੱਜ ਕਾਹਤੋਂ ਗਰੀਬ ਹੈ ਉਹ ਕਾਹਤੋਂ ਨਹੀਂ ਉਹਨਾਂ ਦਾ ਜੀਵਨ ਪੱਧਰ ਇਹ ਉੱਚਾ ਚੱਕ ਸਕੀ ਗਵਰਨਮੈਂਟ? ਇਹ ਸਾਰਾ ਝੂਠ ਹੈ, ਇਹ ਕੋਈ ਸਹੀ ਨਹੀਂ ਹੈਗਾ। ਆਪਣੇ ਜਿਹੜੇ ਬਿਹਾਰ ਚੋਂ ਮਜ਼ਦੂਰ ਆ ਕੇ ਆਪਣੇ ਜੀਰੀਆਂ ਲਾ ਕੇ ਜਾਂਦੇ ਨੇ, ਉਹ ਸਾਰੇ 2-2 3-3 ਕਿੱਲਿਆਂ ਵਾਲੇ ਕਿਸਾਨ ਹੈਗੇ ਨੇ, ਫਿਰ ਉਹ ਕਾਹਤੋਂ ਮਜ਼ਦੂਰੀ ਕਰਦੇ ਨੇ? ਜੇ ਇਹ ਕਾਨੂੰਨ ਸਾਡੇ ਪੰਜਾਬ 'ਚ ਆਉਂਦੇ ਨੇ ਫਿਰ ਸਾਨੂੰ ਵੀ ਉਹ ਬਾਹਰਲੀਆਂ ਸਟੇਟਾਂ ਜਾ ਕੇ ਮਜ਼ਦੂਰੀ ਹੀ ਕਰਨੀ ਪਊਗੀ। ਗੱਲ ਇੱਕ ਆ। ਫਿਰ ਇਹ ਕਹਿ ਰਹੇ ਨੇ ਕਹਿੰਦੇ ਨਾਲ ਮੰਡੀ ਵਿਵਸਥਾ ਅਸੀਂ ਚਲਾਈ ਜਾਣੀ ਆ, ਵੀ ਮੰਡੀ ਨੂੰ ਭੰਗ ਨਹੀਂ ਕਰਦੇ ਹੈਗੇ। ਜਿਹੜੀ ਪ੍ਰਾਈਵੇਟ ਖਰੀਦ ਹੈ ਕੰਪਨੀ ਦੀ ਵੀ ਉਹ ਚੱਲਦੀ ਰਹੂਗੀ। ਪਹਿਲੀ ਗੱਲ ਤਾਂ ਇਹ ਹੈ, ਜਦੋਂ ਕੋਈ ਵੀ ਪ੍ਰਾਈਵੇਟ ਕੰਪਨੀ ਆ ਕੇ ਇੱਥੇ ਲਊਗੀ ਫਸਲ ਨੂੰ, ਉਹ 2 ਸਾਲ ਪਹਿਲਾਂ ਰੇਟ ਵੀ ਦੇ ਸਕਦੀ ਹੈ। ਕਿਸਾਨਾਂ ਦਾ ਜਿਹੜਾ ਸਾਰਾ ਦੇਖਿਆ, ਕਿਸਾਨਾਂ ਦੀ ਫਸਲ ਵੇਚਣ ਦਾ ਸਾਰਾ ਪ੍ਰਬੰਧ ਹੈ ਉਹ ਆਪਣੇ ਵੱਲ ਸਾਰਾ ਉਹਨਾਂ ਤੇ ਕਣੀ ਹੋ ਜਾਣਾ। ਕਿਸਾਨਾਂ ਨੇ 200 ਰੁਪਏ ਦੇ ਲਾਲਚ 'ਚ ਮੰਡੀ ਕੱਟ ਦੇਣੀ ਹੈ, ਉਹਨਾਂ ਨੂੰ ਵੇਚਣੀ ਸਟਾਰਟ ਕਰ ਦੇਣੀ ਹੈ। ਜਦ ਮੰਡੀ ਬੋਰਡ ਨੂੰ ਕੋਈ ਰਕਮੇ ਨਾ ਪਹੁੰਚੀ, ਕੋਈ ਟੈਕਸ ਨਾ ਪਹੁੰਚਿਆ ਤੇ ਕੋਈ ਉਹਨਾਂ ਨੂੰ ਮੁਨਾਫਾ ਨਾ ਹੋਇਆ, ਮੰਡੀ ਬੋਰਡ ਕਿਸਾਨ ਆਪਦੇ ਆਪੇ ਭੰਗ ਕਰ ਲੂਗਾ, ਆਟੋਮੈਟਿਕ ਭੰਗ ਹੋਊਗਾ। ਜਦੋਂ ਜਿਵੇਂ ਪਹਿਲਾਂ ਰਿਲਾਇੰਸ ਕੰਪਨੀ ਇਹਨਾਂ ਨੇ ਕਿਆ ਕਰਦੇ ਨੇ, ਟੈਲੀਕਾਮ BSNL MTNL ਵਿੱਚ ਹੀ ਹੈ, ਭਾਰਤੀ ਰੇਲਵੇ ਵਿੱਚ ਹੀ ਹੈ, ਘਾਟੇ 'ਚ ਦਿਖਾ ਕੇ ਇਹਨਾਂ ਨੇ ਫਿਰ ਮੰਡੀ ਬੋਰਡ ਵੇਚ ਦੇਣਾ ਹੈ। ਐਵੇਂ ਗੱਲ ਆ ਗਈ ਪੰਜਾਬ ਤੇ ਹਰਿਆਣੇ ਦੀ। ਆਪਣੇ ਉਰੇ ਜੀਰੀ ਦਾ ਰੇਟ ਵੱਧ ਹੈ, ਕਣਕ ਦਾ ਰੇਟ ਚੰਗਾ ਹੈ। ਇਹ ਕਹਿੰਦੇ ਨੇ ਵੀ ਸਾਡਾ ਇੱਕ ਦੇਸ਼ ਹੈ, ਵੀ ਹਾਂ ਪੂਰੇ ਭਾਰਤ ਦਾ ਕਿਸਾਨ ਆ, ਕਿਤੇ ਮਰਜ਼ੀ ਫਸਲ ਵੇਚੇ, ਵੀ ਸਾਡੀ ਇੱਕ ਮੁੱਲ, ਇੱਕ ਰੇਟ, ਇੱਕ ਜਗ੍ਹਾ। ਇਹ ਇਹਨਾਂ ਦਾ ਮੋਦੀ ਦਾ ਇਹ ਉਦੇਸ਼ ਹੈ। ਇਹਦੇ ਉਦੇਸ਼ ਤੇ ਮੈਂ ਗੱਲ ਕਹਿਣੀ ਚਾਹੁੰਦਾ, ਜਿਹੜੇ ਪੰਜਾਬ 'ਚ ਜਿਨ੍ਹਾਂ ਦੀ 1850 ਰੁਪਏ ਜੀਰੀ ਵਿਕਦੀ ਹੈ ਤੇ 1850 ਮਤਲਬ ਕਿ ਵੀ 1750 ਰੁਪਏ ਕਣਕ ਵਿਕ ਰਹੀ ਹੈ, ਉਹ ਬੰਦਾ ਮਤਲਬ ਕਿ ਵੀ ਜਾ ਕੇ ਉਹ MP 'ਚ ਕਿਵੇਂ ਵੇਚ ਦੂਗਾ ਕਣਕ? ਜਾਂ ਫਿਰ MP ਵਾਲਾ ਆਵੇ ਜੇ ਉਰੇ ਜ਼ਰੂਰ ਵੇਚ ਸਕਦਾ। ਜਦ ਉਰੇ ਸਾਡੇ ਵਪਾਰੀ ਵਧਣਗੇ, ਮੁੱਲ ਵਧੂਗਾ, ਆਪਣਾ ਖਰੀਦਦਾਰ ਘਟਣਗੇ, ਆਟੋਮੈਟਿਕ ਇਹ ਵਪਾਰੀ ਵਧਣ ਨਾਲ ਚੀਜ਼ ਨੂੰ ਸਸਤੀ ਲੈਣਗੇ ਕਿਉਂ? ਇਹਨਾਂ ਦਾ ਜੀ ਹੋਊਗਾ। ਬਾਕੀ ਗੱਲ ਇਹ ਆ ਗਈ ਮੋਦੀ ਦੀ, ਜਿਹੜਾ ਇਹ ਆਰਡੀਨੈਂਸ ਪਾਸ ਹੋਇਆ ਇਹ 'ਚ ਇਹ ਕਹਿ ਰਹੇ ਨੇ ਵੀ ਕਿਸਾਨ ਨੂੰ ਵੀ ਮਤਲਬ ਕਿ ਵੀ ਵੇਚਣ 'ਚ ਕੋਈ ਪ੍ਰੋਬਲਮ ਨਹੀਂ ਆਊਗੀ, ਕੋਈ ਦਿੱਕਤ ਨਹੀਂ ਆਊਗੀ, ਵੀ ਜਿਹੜੀਆਂ ਪ੍ਰਾਈਵੇਟ ਖਰੀਦਦਾਰ ਨੇ ਉਹ ਆ ਕੇ ਤੁਹਾਡੀ ਫਸਲ ਲੈਣਗੀਆਂ। ਪਹਿਲੀ ਵਾਰੀ ਤਾਂ ਜਿਹੜਾ ਇਹ ਕਾਨੂੰਨ ਪਾਸ ਹੋਇਆ ਇਹ 'ਚ ਸਿੱਧੇ ਹੱਥ ਵੜੇ ਹੋਏ ਨੇ ਕਿਸਾਨਾਂ ਦੇ। ਕਿਵੇਂ ਵੜੇ ਹੋਏ ਨੇ? ਜੇ ਕੱਲ ਨੂੰ ਮੈਂ 100 ਮਣ ਦਾਣੇ ਪੈਦਾ ਕਰਦਾ, 100 ਮਣ ਦਾਣੇ ਪੈਦਾ ਕਰਕੇ ਮੈਂ ਵੇਚਣੇ ਨੇ, ਉਹ 100 ਮਣ ਉੱਥੇ ਮੇਰਾ ਹੁਣ ਤਾਂ ਆਪਣੇ ਕੋਲੇ ਮੰਡੀ ਬੋਰਡ ਹੈਗਾ ਹੈ, ਜਿੰਨੀ ਫਸਲ ਅਗਾ ਦਿੰਦੇ ਆ ਆਪਣੀ ਉਹਨਾਂ ਨੂੰ ਲੈਣੀ ਪੈਂਦੀ ਹੈ। ਕਿਉਂ? ਸਰਕਾਰ ਹੈ, ਰੋਸ ਕਰਾਂਗੇ, ਸਭ ਕੁਝ ਹੋਊਗਾ, ਕਿਸਾਨ ਦੀ ਸੁਣੀ ਵੀ ਜਾਊਗੀ। ਉੱਥੇ ਜਿੱਥੇ ਪ੍ਰਾਈਵੇਟ ਖਰੀਦ ਸਟਾਰਟ ਹੋਊਗੀ, ਕੋਈ ਕੰਪਨੀ ਆ ਕੇ ਲੈਣ ਲੱਗੀ, ਉੱਥੇ ਇੱਕ ਆਪਾਂ SDM ਦੇ ਜਾ ਸਕਦੇ ਹਾਂ, ਦੂਜਾ ਜਾ ਸਕਦੇ ਹਾਂ ਵੀਰੇ DC ਦੇ। ਕੋਰਟ 'ਚ ਕੋਈ ਸੁਣਵਾਈ ਨਹੀਂ ਹੈਗੀ। ਇਹ ਉਹ ਆਰਡੀਨੈਂਸ ਤੇ ਲਿਖਿਆ ਹੋਇਆ ਹੈ ਵੀ ਕੋਰਟ 'ਚ ਕੋਈ ਵੀ ਸੁਣਵਾਈ ਨਹੀਂ ਹੈਗੀ ਇਸ ਗੱਲ ਦੀ ਕਿਸਾਨ ਦੀ। ਜੇ ਤੇਰੀ ਫਸਲ, ਜੇ ਉਹਨਾਂ ਨੇ ਕਹਿਤਾ ਵੀ 1500 ਦਾ ਰੇਟ ਹੈ, ਸਾਡੇ ਕੋਲੇ ਪੂਰੀ ਹੋ ਗਈ, ਜੇ ਦੇਣੀ ਹੈ ਤਾਂ 1000 ਨੂੰ ਦੇ ਕੇ ਜਾ, ਉੱਥੇ ਕਿਸਾਨ ਆਪਣੀ ਫਸਲ ਵੀ ਨਹੀਂ ਚੁੱਕ ਸਕਦਾ, ਉਹਨੂੰ ਸਟੋਰ ਵੀ ਨਹੀਂ ਕਰ ਸਕਦਾ ਉਹਨੂੰ। ਇਹ ਕਾਨੂੰਨ 'ਚ ਹੈਗਾ
ਕਿਸਾਨ ਨਹੀਂ ਸਟੋਰ ਕਰ ਸਕਦਾ। ਜੇ ਤੁਹਾਡੀ ਕੰਪਨੀ ਖਰੀਦੂਗੀ, ਕੰਪਨੀ ਸਟੋਰ ਜ਼ਰੂਰ ਕਰ ਸਕਦੀ ਹੈ। ਇਹ ਆਰਡੀਨੈਂਸ 'ਚ ਇਹ ਵੀ ਲਿਖਿਆ ਹੋਇਆ ਹੈ। ਕਿਸਾਨ ਨੂੰ ਨਾ ਕੋਈ ਆਪਾਂ ਅਪੀਲ ਕਰ ਸਕੀਏ, ਕਿਤੇ ਅਪੀਲ ਖਤਮ ਹੋ ਜੂਗੀ, ਆਪਣੀ ਜੱਜ ਦੇ ਜਾਣਾ ਖਤਮ ਹੋ ਜੂਗਾ, ਅਦਾਲਤ ਖਤਮ ਹੋ ਜੂਗੀ। ਐਸਡੀਐਮ ਤੇ ਜਿਹੜਾ ਹੋ ਗਿਆ ਡੀਸੀ, ਇਹ ਪਹਿਲੀ ਇਹਨਾਂ ਦੇ ਨਾਲ ਨੇ ਜਿਹੜੇ 100 200 ਮੈਨੇਜਰ ਰੱਖਿਆ ਹੋਇਆ ਜਿਹੜੀਆਂ ਕੰਪਨੀਆਂ, ਉਹਨਾਂ ਤੋਂ ਐਸਡੀਐਮ ਕਿਵੇਂ ਬਾਹਰ ਹੋ ਸਕਦਾ ਹੈ? ਨਹੀਂ ਬਾਹਰ ਹੋ ਸਕਦਾ। ਜਿਹੜਾ ਟਾਈਮ ਤੀ ਉਹ ਹੁਣ ਪੰਜਾਬ ਤੇ ਬਹੁਤ ਔਖਾ ਆਇਆ ਹੈ। ਪੰਜਾਬ ਤੇ ਟਾਈਮ ਜਦੋਂ 1965 ਦੇ ਵਿੱਚ ਅਕਾਲ ਪਿਆ ਸੀ 1965 ਚ ਸ਼ਾਇਦ 60 ਦੇ ਵਿਚਕਾਰ ਅਕਾਲ ਪਿਆ ਸੀ, ਉਦੋਂ ਲਾਲ ਬਹਾਦਰ ਸ਼ਾਸਤਰੀ ਸੀ ਆਪਣਾ ਪ੍ਰਧਾਨ ਮੰਤਰੀ। ਉਹਨੇ ਇਹ ਜੈ ਜਵਾਨ ਜੈ ਕਿਸਾਨ ਦਾ ਨਾਰਾ ਵੀ ਉਦੋਂ ਹੀ ਚੱਲਿਆ। ਉਦੋਂ ਜਿਹੜਾ ਬਿਜਲੀ ਐਕਟ ਸੀ ਨਾ, ਜਿਹੜਾ ਹੁਣ ਇਹ 2020 ਲਾਗੂ ਕਰਿਆ ਇਹਨਾਂ ਨੇ, ਉਹ ਬਿਜਲੀ ਐਕਟ ਐਵੇਂ ਬਣਾਇਆ ਗਿਆ ਸੀ ਵੀ ਬਿਜਲੀ ਨੂੰ ਆਪਾਂ ਡਿਵੈਲਪਮੈਂਟ ਦੇ ਕਾਰਨ ਵਰਤ ਸਕਦੇ ਹਾਂ, ਜਾਣੀ ਕਿ ਵੀ ਕਿਸੇ ਦੇ ਫਾਇਦੇ ਖਾਤਰ ਨਹੀਂ ਵਰਤ ਸਕਦੇ ਜਿਵੇਂ ਆਪਾਂ ਕਿਸਾਨ ਵਰਤ ਰਹੇ ਹਾਂ। ਪਰ ਜਦੋਂ ਅਕਾਲ ਪਿਆ, ਪੂਰੇ ਭਾਰਤ 'ਚ ਭੁੱਖਮਰੀ ਆਈ, ਇਹ ਐਕਟ ਸੀ ਜਿਹੜਾ ਇਹ 'ਚ ਬਦਲਾਵ ਕਰਕੇ 1965 'ਚ ਲਾਲ ਬਹਾਦਰ ਸ਼ਾਸਤਰੀ ਨੇ ਕਿਸਾਨਾਂ ਨੂੰ ਬਿਜਲੀ ਦਿੱਤੀ ਸੀ। ਅਮਰੀਕਾ ਤੋਂ ਪੈਸਟੀਸਾਈਡ ਮੰਗਾਇਆ ਸੀ, ਬੀਜ ਮੰਗਾਏ ਸੀ, ਵੀ ਪੰਜਾਬ ਨੂੰ ਦਿੱਤਾ ਸੀ ਸਾਰਾ ਕੁਝ, ਵੀ ਪੰਜਾਬ ਦੇ ਕਿਸਾਨ ਖੇਤੀ ਕਰਨ ਤੇ ਖੇਤੀ ਕਰਕੇ ਉਹ ਸਾਰੇ ਭਾਰਤ ਦਾ ਪੇਟ ਪਾਲਣ। ਉਦੋਂ ਪੰਜਾਬ ਦੇ ਕਿਸਾਨਾਂ ਨੇ ਖੇਤੀ ਕਰਨੀ ਸਟਾਰਟ ਕਰੀ। ਉਦੋਂ ਪਹਿਲਾਂ ਹੁੰਦੀ ਸੀ ਖੇਤੀ ਕਿੱਤਾ ਪੁਰਾਣਾ ਹੈ ਪੰਜਾਬ ਦਾ, ਪਰ ਉਦੋਂ ਮਤਲਬ ਕਿ ਵੀ ਹਰੀ ਕ੍ਰਾਂਤੀ ਆਈ ਸੀ। ਹਰੀ ਕ੍ਰਾਂਤੀ 'ਚ ਕੀ ਹੈ, ਪੰਜਾਬ ਨੇ ਪੂਰੇ ਭਾਰਤ ਦਾ ਪੇਟ ਭਰਿਆ। ਹੁਣ ਇਹ ਰੱਜੇ ਹੋ ਗਏ, ਜਿਹੜੀਆਂ ਹੋਰ ਸਟੇਟਾਂ ਹੋ ਗਈਆਂ, ਹੁਣ ਮੋਦੀ ਹੋਰ ਗੁਜਰਾਤ ਵਾਲੇ ਹੁਣ ਰੱਜੇ ਹੋ ਗਏ, ਹੁਣ ਰੱਜ ਗਏ। ਹੁਣ ਇਹਨਾਂ ਨੂੰ ਪੰਜਾਬ ਦੀ ਜ਼ਰੂਰਤ ਨਹੀਂ, ਹੁਣ ਇਹ ਪੰਜਾਬ ਨੂੰ ਭੁੱਖਾ ਮਾਰਨ ਨੂੰ ਫਿਰਦੇ ਨੇ। ਜਿਹੜਾ ਸੈਂਟਰ ਮਹਿਕਮਾ ਹੈ, ਇਹ ਬੀਜੇਪੀ ਸਰਕਾਰ ਹੈ, ਇਹ ਸਰਾਸਰ ਇਹ ਤਾਂ ਕਿਸਾਨਾਂ ਨੂੰ ਮਾਰਨ ਨੂੰ ਫਿਰਦੀ ਹੈ। ਪੰਜਾਬ ਦੇ ਸਰਕਾਰਾਂ ਨੂੰ, ਪੰਜਾਬ ਦੇ ਕਿਸਾਨਾਂ ਨੂੰ ਮਾਰਨ ਵਾਲਾ ਮਹਿਕਮਾ ਹੈ ਇਹ 'ਚ ਆਰਡੀਨੈਂਸਾਂ 'ਚ ਇੰਨੀਆਂ ਗੱਲਾਂ ਨੇ ਜਿਹੜੀਆਂ ਆਪਣੇ ਤੋਂ ਬਹੁਤ ਜ਼ਿਆਦਾ ਛਪਾਈਆਂ ਗਈਆਂ ਨੇ। ਪੂਰਾ ਜੇ ਇਹ ਇੰਨੀ ਕਿਸਾਨ ਪ੍ਰਤੀ ਵਧੀਆ ਸੀ ਆਰਡੀਨੈਂਸ, ਖੁਸ਼ਹਾਲੀ ਵਾਲੇ ਆਰਡੀਨੈਂਸ ਸੀ, ਫਿਰ ਇਹਨਾਂ ਨੂੰ ਲਗਾਉਣ ਦੀ ਕਿਉਂ ਨਹੀਂ ਜ਼ਰੂਰਤ ਪਈ? ਸਾਨੂੰ ਕਿਸਾਨਾਂ 'ਚ ਆਉਣ, ਸਾਨੂੰ ਸਮਝਾਉਣ ਵੀ ਹਾਂ ਆਹ ਫਾਇਦੇ ਨੇ ਤੇ ਆਰਡੀਨੈਂਸ ਦੇ, ਫਿਰ ਚੁੱਪ ਚਪੀਤੇ ਕਰਨ ਦਾ ਕੀ ਫਾਇਦਾ ਲੱਗਿਆ ਇਹ ਗੱਲਾਂ? ਤੁਸੀਂ ਕਿਵੇਂ ਦੇਖਦੇ ਹੋ ਆਰਡੀਨੈਂਸਾਂ ਨੂੰ? ਆਰਡੀਨੈਂਸ ਹੈ ਜਿਹੜਾ ਇਹ ਗਲਤ ਗੱਲ ਹੈ ਜੀ। ਕਿਸਾਨਾਂ ਨੂੰ ਆਪਦਾ ਹੱਕ ਚਾਹੀਦਾ, ਕਿਉਂਕਿ ਕਿਸਾਨ 6 ਮਹੀਨਿਆਂ ਬਾਅਦ ਜੀਰੀ ਪਕਾਉਂਦਾ, ਜਿਵੇਂ ਆਪਾਂ ਬੱਚੇ ਨੂੰ ਪਾਲਦੇ ਹਾਂ ਜੀਰੀ ਪਕਾਉਂਦਾ ਜੀ। ਸਰਕਾਰ ਨੂੰ ਚਾਹੀਦਾ, ਮੋਦੀ ਨੂੰ, ਵੀ ਆਰਡੀਨੈਂਸ ਵਾਪਸ ਲੈਵੇ। ਜਿਵੇਂ ਹੁਣ 1509 ਆ, ਉਹਦਾ ਰੇਟ ਦਿੱਤਾ ਜਾਂਦਾ ਸੀ 1800, ਉਹਦਾ ਰੇਟ ਵੱਧ ਕੇ ਦਿੱਤਾ ਜਾਵੇ। ਕਿਸਾਨ ਪਰ ਜੀਰੀਆਂ ਦੇ ਮੁੱਲ ਮਿਲਣੇ ਚਾਹੀਦੇ ਨੇ ਕਿਸਾਨ ਨੂੰ। ਜਿਵੇਂ ਕਿ ਉਰੇ ਇਕੱਠ ਦੱਸਦਾ ਕੈਪਟਨ ਸਾਹਿਬ ਆ, ਜਿਵੇਂ ਉਹਨੇ ਨਿਤਨੇਮ ਦੀ ਸਹੁੰ ਖਾਧੀ ਸੀ ਵੀ ਅਸੀਂ ਘਰ ਘਰ ਨੌਕਰੀਆਂ, ਸਮਾਰਟਫੋਨ, ਨਾ ਹੀ ਕਿਸੇ ਨੂੰ ਸਮਾਰਟਫੋਨ ਮਿਲਿਆ, ਨਾ ਹੀ ਕਿਸੇ ਨੂੰ ਨੌਕਰੀਆਂ ਮਿਲੀਆਂ, ਵੀ ਕਰਜ਼ੇ ਮਾਫ ਕਰ ਦਾਂਗੇ, ਕੁਛ ਨਹੀਂ ਮਿਲਿਆ ਹੈਗਾ। ਪਰ ਮੇਨ ਮੁੱਦਾ ਜੀਰੀ ਦਾ, ਜੀਰੀ ਕਿਸਾਨਾਂ ਦੀ ਵਿਕਣੀ ਚਾਹੀਦੀ ਆ, ਕਿਉਂਕਿ ਕਿਸਾਨ ਦੁਖੀ ਹੋ ਕੇ ਉਰੇ ਆ ਰਹੇ ਨੇ। ਕਿਸਾਨਾਂ ਨੂੰ ਰੇਟ ਵਧੀਆ ਮਿਲਣਾ ਚਾਹੀਦਾ। ਜਿਹੜੇ ਕਿਸਾਨਾਂ ਦੇ ਬਿੱਲ ਨੇ ਉਹ ਵਾਪਸ ਲੈਣੇ ਚਾਹੀਦੇ ਨੇ। ਆਓ ਗੱਲਬਾਤ ਕਰਾਂਗੇ ਗੁਰਹਾਨ ਸਾਹਿਬ ਨਾਲ। ਗੁਰਹਾਨ ਸਾਹਿਬ, ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਗੁਰਹਾਨ ਸਾਹਿਬ, ਇਹ ਤੁਸੀਂ ਧਰਨਾ ਉਲੀਕਿਆ ਹੈ, ਤੁਸੀਂ ਇੱਥੇ ਲਾਇਆ ਹੈ ਧਰਨਾ, ਇਹਦੀ ਰੂਪਰੇਖਾ ਕੀ ਹੈ? ਇਹ ਧਰਨਾ ਅਸੀਂ 15 ਤਰੀਕ ਤੋਂ ਲਾਇਆ, 2 ਜਗ੍ਹਾ ਤੇ ਲੱਗਿਆ ਹੋਇਆ ਹੈ। ਇੱਕ ਪਟਿਆਲੇ 'ਚ ਹੈ, ਇੱਕ ਬਾਦਲ ਪਿੰਡ 'ਚ ਹਰਸਿਮਰਤ ਦੇ ਕੋਠੀ ਦੇ ਮੂਹਰੇ ਹੈ। ਇਹ ਸਾਡਾ ਜਿਹੜਾ ਬਾਦਲ ਹੈ ਉਹ ਕੇਂਦਰੀ ਆਰਡੀਨੈਂਸਾਂ ਨੂੰ ਲੈ ਕੇ ਲਾਇਆ ਉਹਨਾਂ ਦੇ ਸ਼ਹਿਰ ਦੇ, ਉਹਨਾਂ ਦੇ ਘਰ ਦੇ ਮੂਹਰੇ। ਜਿਹੜਾ ਪਟਿਆਲੇ ਧਰਨਾ ਲਾਇਆ ਸੀ, ਪੰਜਾਬ ਵਾਲੀਆਂ ਮੰਗਾਂ ਜਿਹੜੀਆਂ ਮਹਾਰਾਜ ਸਾਹਿਬ ਨੇ ਚੋਣਾਂ ਵੇਲੇ ਵਾਅਦੇ ਕੀਤੇ ਸੀ ਉਹ ਪੂਰੇ ਨਾ ਕਰਨ ਕਰਕੇ ਅਸੀਂ ਇੱਥੇ ਲਾਇਆ ਵਾ। ਅੱਜ ਜਿਹੜਾ ਇਹ ਧਰਨਾ, ਅੱਜ 20 ਤਰੀਕ ਹੋ ਗਈ, ਇਹ ਧਰਨਾ ਜਿਹੜਾ ਅਸੀਂ ਜਿੱਦਾਂ ਵੀ ਚਲਾਇਆ, ਅਸੀਂ ਹਰ ਰੋਜ਼ ਪ੍ਰਦਰਸ਼ਨ ਕਰਦੇ ਹਾਂ। ਅਸੀਂ ਕੇਂਦਰ ਸਰਕਾਰ ਤੋਂ ਵੀ ਉਹਦਾ ਆਪਾਂ ਰਾਜਾ ਸਾਹਿਬ ਤੋਂ ਇਹ ਗੱਲ ਦੀ ਮੰਗ ਕਰਦੇ ਹਾਂ ਵੀ ਤੂੰ ਜਿਹੜੇ ਵਾਅਦੇ ਕੀਤੇ ਸੀ ਚੋਣਾਂ ਵੇਲੇ, ਤੂੰ ਭਾਈ ਉਹ ਪੂਰੇ ਕਰ। ਕਰਜ਼ਾ ਨਹੀਂ ਖਤਮ ਕੀਤਾ, ਰੁਜ਼ਗਾਰ ਨਹੀਂ ਦਿੱਤਾ, ਖੁਦਕੁਸ਼ੀਆਂ ਦਾ ਮੁਆਵਜ਼ਾ ਨਹੀਂ ਦਿੱਤਾ, ਨਸ਼ਾਬੰਦੀ ਦੀ ਕਹਿੰਦਾ ਸੀ ਉਹ ਨਹੀਂ ਕੀਤਾ। ਵੀ ਇਕੱਲਾ ਤੂੰ ਜਿਹੜੇ ਆਰਡੀਨੈਂਸਾਂ 'ਤੇ ਗੱਲ ਕਰੀ ਜਾਂਦਾ, ਠੀਕ ਹੈ ਅਸੀਂ ਆਰਡੀਨੈਂਸਾਂ 'ਤੇ ਲੜ ਰਹੇ ਹਾਂ, ਉਹ ਆਰਡੀਨੈਂਸਾਂ ਦਾ ਤੂੰ ਵਿਰੋਧ ਵੀ ਕਰਦਾ, ਪਰ ਇਹ ਤੇਰੀ ਸਰਕਾਰ ਨਹੀਂ ਸਾਈਨ ਕੀਤੇ ਨੇ 1991 ਦੇ ਵਿੱਚ, ਉਦੋਂ ਤੁਹਾਡੀ ਨਰਸਿਮਹਾ ਰਾਓ ਦੀ ਸਰਕਾਰ ਸੀ। ਕਾਂਗਰਸ ਕਿਹੜਾ ਤਾਂ ਬਾਹਰ ਹੈ। ਜਾਨੀ ਜੋ ਇੱਥੇ ਕੁਝ ਹੋ ਰਿਹਾ ਪੰਜਾਬ ਦੇ ਵਿੱਚ, ਰੁਜ਼ਗਾਰ ਜਿਹੜੇ ਉਜਾੜ ਰਹੇ, ਪਬਲਿਕ ਸੈਕਟਰ ਵੇਚ ਰਹੇ ਨੇ, ਹਿੰਦੁਸਤਾਨ ਦੀ ਸਰਕਾਰ ਵੇਚ ਰਹੀ ਹੈ ਜਿਹੜੀ, ਇਹ ਨਵੀਂ ਆਰਥਿਕ ਨੀਤੀਆਂ ਤਹਿਤ ਹੀ ਹੋ ਰਿਹਾ। ਉਹ ਨਵੀਂ ਆਰਥਿਕ ਨੀਤੀਆਂ ਦੇ ਵਿੱਚ ਤੁਸੀਂ ਭਾਗੀਦਾਰ ਹੋ। ਇਸ ਕਰਕੇ ਰਾਜਾ ਵੀ ਇੱਥੇ ਬਰੀ ਨਹੀਂ ਹੁੰਦਾ, ਕਾਂਗਰਸ ਵੀ ਇੱਥੇ ਬਰੀ ਨਹੀਂ ਹੁੰਦੀ। ਸਾਰੀਆਂ ਸਰਕਾਰਾਂ ਜਿਹੜੀਆਂ ਨਵੀਆਂ ਆਰਥਿਕ ਨੀਤੀਆਂ ਮੰਨਦੀਆਂ ਨੇ, ਉਹ ਹਾਕਮ ਧਿਰ ਕਿੱਥੋਂ ਬਰੀ ਹੋ ਜੂਗੀ? ਉਹ ਸਾਰੀਆਂ ਪਾਰਟੀਆਂ ਮੰਨਦੀਆਂ ਰਹੀਆਂ ਨੇ। ਹੁਣ ਇਹ ਕਿਸਾਨਾਂ ਦਾ ਅੰਦੋਲਨ ਚੱਲ ਪਿਆ, ਇਹ ਜ਼ੋਰ ਛਿੜ ਗਿਆ। ਹੁਣ ਸਾਰੀਆਂ ਪਾਰਟੀਆਂ ਇਹਨੂੰ ਕਹਿਣ ਲੱਗ ਗਈਆਂ ਵੀ ਹਾਂ ਅਸੀਂ ਵੀ ਲੜਾਂਗੇ। ਸਾਨੂੰ ਸੁਨੇਹੇ ਆਉਂਦੇ ਵੀ ਅਸੀਂ ਧਰਨੇ 'ਚ ਆਉਣਾ ਚਾਹੁੰਦੇ ਹਾਂ। ਵੀ ਤੁਸੀਂ ਧਰਨੇ 'ਚ ਕਾਹਦੇ ਵਾਸਤੇ ਆਉਣਾ ਚਾਹੁੰਦੇ ਹੋ? ਤੁਹਾਡੀਆਂ ਐਡੀਆਂ ਵੱਡੀਆਂ ਪੋਲੀਟੀਕਲ ਪਾਰਟੀਆਂ ਨੇ, ਤੁਸੀਂ ਰੇਲਾਂ ਰੋਕਦੇ ਰਹੋ, ਸੜਕਾਂ ਰੋਕਦੇ ਰਹੋ, ਤੁਸੀਂ ਕਰੋ ਧਰਨਾ ਇਹਨਾਂ ਦੇ ਆਰਡੀਨੈਂਸਾਂ ਦੇ ਖਿਲਾਫ। ਸੁਖਬੀਰ ਬਾਦਲ ਦੇ ਮੰਤਰੀਆਂ ਦਾ ਫੋਨ ਆਈ ਜਾਂਦੇ ਨੇ, ਉਹਨਾਂ ਦੇ ਜ਼ਿਲ੍ਹੇ ਜੱਥਿਆਂ ਦੇ ਫੋਨ ਆਉਂਦੇ ਨੇ ਵੀ ਅਸੀਂ ਧਰਨੇ 'ਚ ਆਉਣਾ ਚਾਹੁੰਦੇ ਹਾਂ। ਵੀ ਧਰਨੇ 'ਚ ਤੁਸੀਂ ਆਉਣਾ, ਤੁਸੀਂ ਰੋਸ ਪ੍ਰਦਰਸ਼ਨ ਕਰਨਾ, ਲੋਕਾਂ ਦਾ ਮਨ ਜਿੱਤਣਾ, ਸੜਕਾਂ 'ਤੇ ਆਓ। ਅਸੀਂ ਸੜਕਾਂ 'ਤੇ ਆਏ ਹੋਏ ਹਾਂ। ਨਹੀਂ ਇਸ ਕਰਕੇ ਅਸੀਂ ਇਹ ਲੜ ਰਹੇ ਹਾਂ, ਇਹ ਦੋਨੇ ਜਗ੍ਹਾ 'ਤੇ, ਵੀ ਜਿਹੜੇ ਤਿੰਨੇ ਆਰਡੀਨੈਂਸ ਨੇ ਬਹੁਤ ਖਤਰਨਾਕ ਨੇ।
ਇਹ ਕੋਈ ਖੇਤੀ ਕਿਤੇ ਨੂੰ ਤਬਾਹ ਕਰਨਗੇ। ਭਾਵੇਂ ਅੱਜ ਇਹਨਾਂ ਨੇ ਰਾਜ ਸਭਾ 'ਚ ਪਾਸ ਕਰਨਾ ਉਹ ਮਤਲਬ ਬਿੱਲ ਦੇਣਾ। ਅੱਜ ਅਸੀਂ ਪੰਜਾਬ ਦੇ ਵਿੱਚ ਸਾਰੀ ਜਗ੍ਹਾ ਤੇ ਅਰਥੀਆਂ ਫੂਕੀਆਂ ਨੇ। ਅੱਜ ਹਰਿਆਣੇ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਸੱਦਾ ਦਿੱਤਾ ਹੋਇਆ, ਉਹ ਅੱਜ ਉੱਥੇ ਜਾਮ ਕਰਨਗੀਆਂ। ਤੇ 25 ਤਰੀਕ ਦਾ ਪੰਜਾਬ ਦੀਆਂ 30 ਜਥੇਬੰਦੀਆਂ ਨੇ ਸੱਦਾ ਦਿੱਤਾ ਪੰਜਾਬ ਬੰਦ ਦਾ। ਉਸ ਦਿਨ ਅਸੀਂ ਸਾਰੇ ਵਪਾਰ ਮੰਡਲ ਤੇ ਹੋਰ ਸਾਰੇ ਵਰਗ ਦੇ ਲੋਕਾਂ ਨੂੰ, ਵਪਾਰੀਆਂ ਨੂੰ, ਦੁਕਾਨਦਾਰਾਂ ਨੂੰ, ਛੋਟਿਆਂ ਨੂੰ, ਸੈਲਰ ਮਾਲਕਾਂ ਨੂੰ ਤੇ ਦੂਜਿਆਂ ਨੂੰ ਅਸੀਂ ਸੱਦਾ ਦੇਵਾਂਗੇ ਵੀ ਆਓ ਮੈਦਾਨ 'ਚ ਭਾਈ ਪੰਜਾਬ ਬੰਦ ਕਰੋ। ਅਸੀਂ ਵੀ ਰੇਲਾਂ ਵੀ ਰੋਕਾਂਗੇ, ਸੜਕਾਂ ਵੀ ਰੋਕਾਂਗੇ, ਅਸੀਂ ਸਾਰਾ ਕੁਝ ਕਰਾਂਗੇ। ਉਸ ਦਿਨ ਸਾਰੀਆਂ ਜਥੇਬੰਦੀਆਂ ਮੈਦਾਨ 'ਚ ਨੇ। ਉਧਰ ਹਰਿਆਣੇ ਦੇ ਵਿੱਚ ਅੱਜ ਜਾਮ ਕਰਦੇ ਨੇ, ਉਹ ਕੱਲ੍ਹ ਨੂੰ ਕੀ ਕਰਦੇ ਨੇ? ਜਿਹਨੂੰ ਉਧਰੋਂ ਵੀ ਇੱਕ ਸੁਨੇਹਾ ਆਇਆ ਹੈ। ਜਿਹੜੀਆਂ ਤਾਮਿਲਨਾਡੂ ਵਰਗੇ, ਆਂਧਰਾ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ, ਯੂਪੀ ਦੇ ਵਿੱਚ ਜਥੇਬੰਦੀਆਂ ਨੇ, ਉਹ ਵੀ ਸ਼ਾਇਦ ਇਹ ਕਹਿ ਸਕਦੇ ਨੇ ਵੀ ਪੰਜਾਬ ਬੰਦ ਦਾ ਸਮਰਥਨ ਕਰਨ ਵਾਸਤੇ ਉਹ ਭਾਰਤ ਬੰਦ ਦਾ ਵੀ ਸੱਦਾ ਦੇ ਸਕਦੇ ਨੇ, ਨਾਲ ਉਹ ਵੀ ਕਰ ਸਕਦੇ ਨੇ। ਜਾਣੀ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਕਿਸਾਨ ਲਹਿਰ ਹੈ ਉਹ ਆਰਡੀਨੈਂਸਾਂ ਦੇ ਖਿਲਾਫ ਉੱਠ ਰਹੀ ਹੈ। ਅੱਜ ਕਾਂਗਰਸ ਵੀ ਜਾ ਰਹੀ ਹੈ ਆਰਡੀਨੈਂਸਾਂ ਦਾ ਰਾਜ ਸਭਾ ਦੇ ਵਿੱਚ ਜਿਹੜਾ ਉਹ ਬਿੱਲ ਪੇਸ਼ ਕਰਨਾ ਹੈ। ਕਾਂਗਰਸ ਵੀ ਸ਼ਾਇਦ ਸਮਰਥ ਉੱਥੇ ਕੁਝ ਕਰ ਰਹੀ ਹੈ, ਕੋਈ ਐਕਸ਼ਨ। ਇਸ ਕਰਕੇ ਪੂਰੀ ਲਹਿਰ ਬਣੀ ਹੋਈ ਹੈ। ਅਸੀਂ ਇਹ ਆਰਡੀਨੈਂਸਾਂ ਦਾ ਵਿਰੋਧ ਕਰਦੇ ਰਹੇ ਜਦ ਤੱਕ ਕਿ ਸਰਕਾਰ ਇਹਨੂੰ ਵਾਪਸ ਨਹੀਂ ਲੈਂਦੀ। ਤੁਸੀਂ ਕਿਹਾ ਕਿ ਆਰਡੀਨੈਂਸਾਂ ਦਾ ਵਿਰੋਧ ਕਰਦੇ ਰਹੋਗੇ। ਆਰਡੀਨੈਂਸਾਂ ਦਾ ਵਿਰੋਧ ਥਾਂ ਹੋ ਰਿਹਾ ਪੰਜਾਬ, ਹਰਿਆਣਾ ਤੇ ਹੋਰ ਸੂਬਿਆਂ ਦੇ ਵਿੱਚ ਵੀ। ਜੇਕਰ ਇੰਨੇ ਵਿਰੋਧ ਤੋਂ ਬਾਅਦ ਵੀ ਸਰਕਾਰ ਇਹ ਬਿੱਲ ਨਹੀਂ ਰੱਦ ਕਰਦੀ ਹੈ ਤਾਂ ਫਿਰ ਕੀ ਕਰੋਗੇ? ਫਿਰ ਅਸੀਂ ਕਹਿੰਦੇ ਹਾਂ ਵੀ ਇਹ 56 ਇੰਚ ਦੀ ਛਾਤੀ ਵਾਲਾ ਹੁਮੇ ਦਾ ਮਾਰਿਆ ਵਾ, ਹੰਕਾਰੀ ਹੈ। 370 ਧਾਰਾ ਤੋੜਤੀ, ਤੁਸੀਂ ਕੀ ਕਰ ਲਿਆ? ਮੈਂ ਬਾਬਰੀ ਮਸਜਿਦ ਢਾਤੀ, ਤੁਸੀਂ ਕੀ ਕਰ ਲਿਆ? ਮੈਂ ਮੁਸਲਮਾਨਾਂ ਦਾ ਦਿੱਲੀ ਦੇ ਵਿੱਚ ਘਾਣ ਕਰਾਤਾ, ਤੁਸੀਂ ਕੀ ਕਰ ਲਿਆ? ਮੈਂ ਸੀਏ ਐਕਟ ਤੇ NRC ਦਾ ਮਤਾ ਪਾਸ ਕਰਾ ਲਿਆ, ਵੀ ਤੁਸੀਂ ਕੀ ਕਰ ਲਿਆ? ਇਹ ਹਕੂਮਤ ਦਾ ਬਣਾਇਆ ਹੈ। ਰਾਜਾਂ ਦੇ ਰਾਜ ਲੋਕਾਂ ਦੇ ਪੈਰਾਂ 'ਚ ਰੁਲ ਜਾਂਦੇ ਨੇ। ਇਹਨਾਂ ਤੋਂ ਵੱਡਾ ਕੋਈ ਨਹੀਂ ਹੁੰਦਾ। ਇਹ ਹੰਕਾਰੀ ਹੈ, ਇਹ ਹੰਕਾਰੀ ਹਕੂਮਤ ਹੈ। ਜੇ ਉਹਨੂੰ ਪੰਜਾਬ ਦੇ ਲੋਕਾਂ ਦੇ ਅੰਦੋਲਨ ਦਾ ਕੰਧ ਤੇ ਲਿਖਿਆ ਨਹੀਂ ਪੜ੍ਹਿਆ ਜਾ ਸਕਦਾ ਤਾਂ ਇਦੋਂ ਵੱਡਾ ਹੁਮਾ ਕੌਣ ਹੋਊਗੀ ਕਿਹਦੀ? ਉਹ ਜਿਹੜੇ ਪ੍ਰਭੂਆਂ ਦੇ ਖਾਤਰ ਵੱਡੇ ਮੁਨਾਫੇ ਕਰਕੇ ਸਾਡੇ ਜਵਾਕਾਂ ਦੀ, ਬੱਚਿਆਂ ਦੀ ਰੋਟੀ ਮਾਰ ਕੇ ਸਾਡੀਆਂ ਜ਼ਮੀਨਾਂ ਖੋਣ ਦੇ ਫੈਸਲੇ ਕਰਨ ਜਾ ਰਿਹਾ ਹੈ। ਇਹ ਖਬਰਦਾਰ ਹੋਵੇ, ਇਹ ਪੰਜਾਬ ਹੈ। ਪੰਜਾਬ ਦੇ ਲੋਕ ਤੈਨੂੰ ਚੈਲੰਜ ਕਰਦੇ ਨੇ। ਅੱਜ ਤੱਕ ਪੰਜਾਬ ਦੇ ਲੋਕਾਂ ਨੇ ਆਪਣੇ ਨਾਲ ਧੱਕਾ ਕਰਨ ਵਾਲੇ ਲੋਕਾਂ ਨੂੰ ਕਦੇ ਨਹੀਂ ਬਖਸ਼ਿਆ। ਗੋਡੀ ਲਵਾਈ ਹੈ, ਮੂਧੇ ਸਿੱਟੇ ਨੇ ਤੇ ਡੇਕ ਕੇ ਦਿਖਾਵਾਂਗੇ, ਤੇਰੇ ਨਾਲ ਵਾਅਦਾ ਕਰਦੇ ਆ। ਤੁਹਾਡਾ 25 ਤਰੀਕ ਦਾ ਵੀ ਪ੍ਰੋਗਰਾਮ ਲਿਖਿਆ ਹੋਇਆ ਵੱਡਾ, ਉਹ ਕੀ ਤੁਹਾਡੀ ਰੂਪਰੇਖਾ ਰਹੂਗੀ 25 ਤਰੀਕ ਦੀ? ਤੇ ਹੋਰ ਜਥੇਬੰਦੀਆਂ ਵੀ ਇਹਦੇ 'ਚ ਸ਼ਾਮਲ ਨੇ, ਉਹਨੂੰ ਤੁਸੀਂ ਕਿਵੇਂ ਦੱਸੋਗੇ ਸਾਡੇ ਦਰਸ਼ਕਾਂ ਨੂੰ ਕਿ ਕੀ ਕਰਨ ਜਾ ਰਹੇ ਹੋ 25 ਤਰੀਕ ਨੂੰ? 25 ਤਰੀਕ ਨੂੰ ਸਾਰੇ ਪੰਜਾਬ ਦੀਆਂ ਕੱਲ੍ਹ ਜਥੇਬੰਦੀਆਂ ਅਸੀਂ ਮੋਗੇ 'ਚ ਮੀਟਿੰਗ ਲਾਈ ਹੈ ਤੇ ਕੁੱਲ ਜਥੇਬੰਦੀਆਂ ਇਹ ਸਮਰਥਨ 'ਚ ਨੇ। ਇਹ ਬੰਦ ਤੇ ਸਹਿਮਤੀ ਦਿੱਤੀ ਹੈ ਸਾਰਿਆਂ ਨੇ ਘੱਟੋ ਘੱਟ ਪ੍ਰੋਗਰਾਮ ਤੇ। ਅਸੀਂ 25-30 ਜਥੇਬੰਦੀਆਂ, ਸਾਡੇ ਵੱਖਰੇ ਵੱਖਰੇ ਵਿਚਾਰ ਨੇ ਤੇ ਬਹੁਤਾ ਮਤਭੇਦ ਵੀ ਹੈਗੇ ਸਾਡੇ ਆਪਸ ਵਿੱਚ, ਪਰ ਉਹ ਮਤਭੇਦ ਹੁੰਦਿਆਂ ਇਸ ਮੁੱਦੇ ਤੇ ਅਸੀਂ ਸਾਰੇ ਇਕੱਠੇ ਆ। ਤੇ ਬੰਦ ਕਰਾਉਣ ਦੀ ਖਾਤਰ ਅਸੀਂ ਵਪਾਰਕ ਮੰਡਲ ਨੂੰ, ਲੇਬਰ ਨੂੰ, ਮਾਰਕੀਟ ਕਮੇਟੀਆਂ ਨੂੰ, ਟਰੱਕ ਯੂਨੀਅਨ ਵਾਲਿਆਂ ਨੂੰ, ਸੈਲਰ ਮਾਲਕਾਂ ਨੂੰ, ਛੋਟੇ ਦੁਕਾਨਦਾਰ, ਪਰਚੂਨ ਖੇਤਰ ਦੇ ਦੁਕਾਨਦਾਰਾਂ ਨੂੰ, ਅਸੀਂ ਸਾਰਿਆਂ ਨੂੰ ਇਕੱਠੇ ਕਰਕੇ ਇਹ ਬੰਦ ਦੇ ਵਿੱਚ ਬੰਦ ਦੀ ਅਪੀਲ ਕਰਾਂਗੇ। ਅਸੀਂ ਧੱਕੇ ਨਾਲ ਬੰਦ ਨਹੀਂ ਕਰਾਉਂਦੇ ਕਿਸੇ ਦੀਆਂ ਦੁਕਾਨਾਂ, ਅਸੀਂ ਅਪੀਲ ਕਰਾਂਗੇ। ਅਸੀਂ ਸਾਰੇ ਪੰਜਾਬ ਦੀਆਂ ਸੜਕਾਂ, ਵੱਡੀਆਂ ਸੜਕਾਂ, ਹਾਈਵੇ, ਛੋਟੀਆਂ ਸੜਕਾਂ ਤੇ ਰੇਲਵੇ ਲਾਈਨਾਂ ਅਸੀਂ ਕੁੱਲ ਰੋਕਾਂਗੇ। ਜੇ ਨਹੀਂ ਉਸ ਦਿਨ ਪੰਜਾਬ ਨੂੰ ਅਸੀਂ ਮੁਕੰਮਲ ਬੰਦ ਕਰਾਂਗੇ ਪੂਰੇ ਪੰਜਾਬ। ਤੁਹਾਡਾ ਕੀ ਨਾਮ ਹੈ ਜੀ? ਅਮਨਦੀਪ ਕੌਰ। ਤੁਸੀਂ ਕਿਵੇਂ ਦੇਖਦੇ ਹੋ ਇਸ ਧਰਨੇ ਨੂੰ ਤੇ ਆਰਡੀਨੈਂਸਾਂ ਨੂੰ? ਤੁਹਾਨੂੰ ਕੀ ਲੱਗਦਾ? ਮੇਰੇ ਹਿਸਾਬ ਨਾਲ ਜੀ ਜਿਹੜੇ ਆਰਡੀਨੈਂਸ ਸਰਕਾਰ ਨੇ ਲਾਗੂ ਕੀਤੇ ਨੇ, ਪਾਸ ਵੀ ਕਰ ਦਿੱਤੇ ਨੇ, ਤੇ ਮੈਂ ਚਾਹੁੰਦੀ ਹਾਂ ਕਿ ਇਹ ਆਰਡੀਨੈਂਸ ਰੱਦ ਕੀਤੇ ਜਾਣ, ਕਿਉਂਕਿ ਇਹ ਇਹਨਾਂ ਦਾ ਜਿਹੜਾ ਸਿੱਟਾ ਹੋਊਗਾ ਕਿਸਾਨਾਂ ਦੇ ਉੱਤੇ ਬਹੁਤ ਘਾਤਕ ਸਾਬਤ ਹੋਊਗਾ। ਜਿਹੜਾ ਉਹਨਾਂ ਨੇ ਮੰਡੀਕਰਨ ਤੋੜਿਆਗਾ, ਉਹਨਾਂ ਨਾਲ ਫਸਲਾਂ ਦਾ ਨੁਕਸਾਨ ਹੈ, ਕਿਸਾਨਾਂ ਦਾ ਨੁਕਸਾਨ ਹੈ, ਕਿਉਂਕਿ ਉਹਨਾਂ ਨੂੰ ਪੂਰਾ ਮੁੱਲ ਨਹੀਂ ਮਿਲਣਾ ਉਹਨਾਂ ਦੀਆਂ ਫਸਲਾਂ ਦਾ। ਇਸ ਕਰਕੇ ਅਸੀਂ ਇੱਥੇ ਇਕੱਠੇ ਹੋਏ ਹਾਂ ਤਾਂ ਕਿ ਆਰਡੀਨੈਂਸ ਸਰਕਾਰ ਵਾਪਸ ਲੈ ਸਕੇ। ਜੇਕਰ ਤੁਹਾਡੇ ਵਿਰੋਧ ਦੇ ਬਾਵਜੂਦ ਸਰਕਾਰ ਇਹਨਾਂ ਆਰਡੀਨੈਂਸਾਂ ਨੂੰ ਵਾਪਸ ਨਹੀਂ ਲੈਂਦੀ ਹੈ ਤਾਂ ਫਿਰ ਕੀ ਕਰੋਗੇ ਤੁਸੀਂ? ਅਸੀਂ ਜਦੋਂ ਤੱਕ ਸਰਕਾਰ ਆਪਦਾ ਫੈਸਲਾ ਵਾਪਸ ਨਹੀਂ ਲੈਂਦੀ, ਅਸੀਂ ਇਸੇ ਤਰ੍ਹਾਂ ਧਰਨੇ ਵਿੱਚ ਡਟੇ ਰਹਾਂਗੇ ਤੇ ਅਸੀਂ ਦਿੱਲੀ ਤੱਕ ਵੀ ਜਾਵਾਂਗੇ ਜੇਕਰ ਸਾਡੇ ਫੈਸਲੇ ਨਾ ਮੰਨੇ ਗਏ। ਜੇਕਰ ਹੋਰ ਪਿੰਡਾਂ 'ਚ ਬੀਬੀਆਂ ਨੇ ਜਾਂ ਹੋਰ ਨੇ, ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਜੋ ਘਰੇ ਸਾਨੂੰ ਬੈਠੇ ਦੇਖ ਰਹੇ ਨੇ, ਮੈਂ ਉਹਨਾਂ ਨੂੰ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਉਹ ਵੀ ਆਉਣਗੇ, ਆਪਦੇ ਹੱਕਾਂ ਲਈ ਲੜਨ, ਕਿਉਂਕਿ ਇਹ ਸਿਰਫ ਸਾਡੇ ਲਈ ਨਹੀਂ ਪੂਰੇ ਕਿਸਾਨਾਂ ਲਈ ਹੈ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹ ਆਪਦੇ ਹੱਕਾਂ ਲਈ ਲੜਨ ਤੇ ਵੱਧ ਤੋਂ ਵੱਧ ਇਕੱਠ ਕਰਨ ਇੱਥੇ ਆ ਕੇ ਤੇ ਆਪਦੇ ਸਰਕਾਰ ਵਿਰੁੱਧ ਸੰਘਰਸ਼ ਕਰਨ ਤੇ ਆਰਡੀਨੈਂਸ ਵਾਪਸ ਕਰਵਾਉਣ ਲਈ ਸਾਡੀ ਹੈਲਪ ਕਰਨ। ਤੁਸੀਂ ਕਿੰਨੇ ਦਿਨਾਂ ਤੋਂ ਸ਼ਾਮਲ ਹੋ ਰਹੇ ਹੋ ਧਰਨੇ ਦੇ ਵਿੱਚ? ਅਸੀਂ 15 ਤਰੀਕ ਤੋਂ ਧਰਨਾ ਸਟਾਰਟ ਹੋਇਆ। 15 ਤਰੀਕ ਤੋਂ ਅਸੀਂ ਧਰਨੇ 'ਚ ਸ਼ਾਮ ਤੱਕ
ਤੇ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਜੇ ਸਾਡੀਆਂ ਅਸਲੀ ਮੰਗਾਂ ਦੇ ਸਕਦੇ ਨੇ ਤਾਂ ਠੀਕ ਹੈ, ਨਹੀਂ ਆਪਦੀ ਸਰਕਾਰ ਨੂੰ ਅਸਤੀਫਾ ਦੇਣ, ਸਾਡੀਆਂ ਮੰਗਾਂ ਸਾਨੂੰ ਹੱਕ ਸਾਨੂੰ ਦੇਣ। ਸਾਡੇ ਬੱਚਿਆਂ ਦੇ ਰੁਜ਼ਗਾਰ ਸਾਤੋਂ ਖੋਹੇ ਜਾਂਦੇ ਨੇ, ਜਿਹੜੀਆਂ ਘਰਾਂ ਵਿੱਚ ਬੀਬੀਆਂ ਬੈਠੀਆਂ ਨੇ ਅਸੀਂ ਉਹਨਾਂ ਬੀਬੀਆਂ ਨੂੰ ਘਰ ਘਰ ਜਾ ਕੇ ਸੁਨੇਹਾ ਦਿੰਦੇ ਆ ਕਿ ਘਰਾਂ ਵਿੱਚ ਨਾ ਬੈਠੋ, ਘਰਾਂ ਤੋਂ ਬਾਹਰ ਆ ਕੇ ਨਿਕਲੋ ਤਾਂ ਕਿ ਆਪਣਾ ਹਰੇਕ ਹੱਕ ਆਪਾਂ ਨੂੰ ਮਿਲ ਸਕੇ। ਅਸੀਂ ਇਹ ਆਪਦੇ ਹੱਕਾਂ ਵਾਸਤੇ, ਆਪਣੇ ਬੱਚਿਆਂ ਵਾਸਤੇ ਅਸੀਂ ਭੈਣਾਂ ਬੀਬੀਆਂ ਲੜਦੀਆਂ ਰਹਾਂਗੇ, ਔਗਲ ਤੱਕ ਲੜਾਂਗੇ ਜੋਗਲ ਤੱਕ ਸਰਕਾਰ ਸਾਡਾ ਕੋਈ ਮਸਲਾ ਹੱਲ ਨਹੀਂ ਕਰੂਗੀ। ਜੇ ਸਾਡੀ ਜਾਨ ਜਾਂਦੀ ਹੈ ਤਾਂ ਅਸੀਂ ਜਾਨ ਦੇਣ ਨੂੰ ਵੀ ਤਿਆਰ ਆ, ਜੇ ਸਰਕਾਰ ਮੰਨਦੀ ਹੈ ਤਾਂ ਮੰਨੇ, ਨਹੀਂ ਸਾਡੇ ਸੰਘਰਸ਼ ਇਦੋਂ ਵੀ ਹੋਰ ਤਿੱਖੇ ਕਰਾਂਗੇ। ਸਾਡੀਆਂ ਭੈਣਾਂ ਸਾਡੇ ਭਰਾ ਮੈਦਾਨ ਵਿੱਚ ਹੋਰ ਵੀ ਜੁੜ ਕੇ ਆਉਣਗੇ, ਅਸੀਂ ਇਦੋਂ ਵੱਧ ਤੋਂ ਵੱਧ ਕਾਫਲੇ ਲੈ ਕੇ ਆਵਾਂਗੇ। ਸਰਕਾਰ ਮੰਨਦੀ ਹੈ ਮੰਨੇ, ਨਹੀਂ ਮੰਨਦੀ ਨਾ ਮੰਨੇ, ਅਸੀਂ ਆਪਦੇ ਇਸ ਹੱਕ ਤੇ ਇਸੇ ਤਰ੍ਹਾਂ ਹੀ ਡਟ ਕੇ ਰਹਾਂਗੇ। ਤੁਸੀਂ ਤੁਹਾਡੀ ਕਿਹੜੀ ਜਥੇਬੰਦੀ ਹੈ, ਕਿਹੜਾ ਗਰੁੱਪ ਜਿਸ ਵੱਲੋਂ ਤੁਸੀਂ ਆਏ ਹੋ? ਸਾਡੀ ਜਥੇਬੰਦੀ ਭਾਰਤ ਕਿਸਾਨ ਯੂਨੀਅਨ ਏਕਤਾ ਅਗਰਾਹਾਂ। ਤੁਸੀਂ ਕਿਹੜੀ ਥਾਂ ਤੋਂ ਆਏ ਹੋ? ਅਸੀਂ ਨਿਹਾਲ ਜੀ ਪਾਤੜਾਂ ਵੱਲੋਂ। ਇੱਥੇ ਤੁਸੀਂ ਦੇਖ ਸਕਦੇ ਹੋ ਸਾਡੇ ਪਿੱਛੇ ਯੂਥ ਵੀ ਬੜਾ ਪਹੁੰਚੇ, ਇੱਥੇ ਗੱਲ ਕਰਾਂਗੇ। ਬਾਈ ਤੁਹਾਡਾ ਕੀ ਨਾਮ ਹੈ? ਆਪਣਾ ਨਾਮ ਜਸਵਿੰਦਰ ਸਿੰਘ ਜੀ। ਕਿੱਥੋਂ ਆਏ ਹੋ? ਅਸੀਂ ਜੀ ਸਾਹਪੁਰ ਕਲਾਂ ਤੋਂ, ਸੰਗਰੂਰ ਜ਼ਿਲ੍ਹੇ 'ਚ ਜੀ। ਸੰਗਰੂਰ ਦਾ ਸ਼ਾਹਪੁਰ ਕਲਾਂ ਤੋਂ। ਤੁਸੀਂ ਕਿਵੇਂ ਦੇਖਦੇ ਹੋ ਆਰਡੀਨੈਂਸਾਂ ਨੂੰ? ਅਸੀਂ ਜੀ ਪੂਰੀ ਬੁਰੀ ਨਜ਼ਰ ਨਾਲ ਦੇਖ ਰਹੇ ਹਾਂ ਜੀ। ਸਾਡੇ ਜੀ ਇਹਨਾਂ ਨੇ ਜੀ ਵਾਅਦੇ ਪੂਰੇ ਨਹੀਂ ਕਰ ਰਹੇ ਹੈਗੇ ਜੀ। ਇਹ ਜੀ ਆਪਣੇ ਜਿਹੜੇ ਆਰਡੀਨੈਂਸ ਨੇ ਜੀ ਸਾਰੇ ਤਿੰਨੇ ਪਾਸ ਨਹੀਂ ਹੋਣੇ ਚਾਹੀਦੇ ਜੀ। ਅਸੀਂ ਜੀ ਇਹਨਾਂ ਦਾ ਸਾਡੇ ਪਿੰਡੋਂ ਜੀ ਘੱਟੋ ਘੱਟ ਨੌਜਵਾਨਾਂ ਦੀ ਬੱਸ ਅਲੱਗ ਭਰ ਕੇ ਆਈ ਹੈ ਜੀ। ਇਹ ਸਪੈਸ਼ਲ ਆਏ ਜੀ ਵੀ ਨਵਾਂ ਯੂਥ ਜੁੜ ਰਿਹਾ ਜੀ ਸਾਡਾ, ਇਸ ਕਰਕੇ ਤਾਂ ਜੁੜ ਰਿਹਾ ਵੀ ਜੇ ਹੁਣ ਨਹੀਂ ਉੱਠਾਂਗੇ ਤਾਂ ਕਦੋਂ ਉੱਠਾਂਗੇ। ਜੇ ਇਦੋਂ ਬਾਅਦ ਨਾ ਬੋਲੇ ਜੀ ਫਿਰ ਤਾਂ ਆਪਾਂ ਨੂੰ ਬੋਲਣ ਦਾ ਕਦੇ ਮੌਕਾ ਨਹੀਂ ਦੇਣਾ ਸਰਕਾਰਾਂ ਨੇ। ਜੇ ਅੱਜ ਆਪਾਂ ਚੁੱਪ ਕਰ ਗਏ ਤਾਂ ਦੁਬਾਰੇ ਸਰਕਾਰਾਂ ਨੇ ਬੋਲਣਾ। ਜੇ ਅੱਜ ਇਹ ਤਿੰਨੇ ਆਰਡੀਨੈਂਸ ਪਾਸ ਹੋ ਗਏ ਤਾਂ ਆਪਾਂ ਕਾਸੇ ਜੋਗੇ ਨਹੀਂ ਰਹਿਣੇ, ਆਪਾਂ ਇਹਨਾਂ ਦੇ ਨੌਕਰ ਬਣ ਕੇ ਰਹਿ ਜਾਣਾ ਸਰਕਾਰਾਂ ਦੇ। ਜੇ ਅੱਜ ਸਾਡੀ ਨਵੀਂ ਜਨਰੇਸ਼ਨ ਨਾ ਤੁਰੀ ਤਾਂ ਸਾਡਾ ਇੱਥੇ ਕੁਛ ਨਹੀਂ ਵੱਟੀ ਦਾ। ਇਹ ਬਜ਼ੁਰਗ ਆਪਣੇ ਕੀ ਕਰਨਗੇ? ਇਹਨਾਂ ਦੇ ਤਾਂ 2 ਪੁਲਿਸ ਵਾਲੇ ਇਹਨਾਂ ਨੂੰ 4 ਬੰਦਿਆਂ ਨੂੰ ਮੂਹਰੇ ਲਾਉਂਦੇ ਨੇ। ਜਿਹੜੇ ਆਪਣੇ ਨੌਜਵਾਨ ਨੇ ਇਹ ਇੱਕ ਨੌਜਵਾਨ 2 ਪੁਲਿਸ ਵਾਲਿਆਂ ਨੂੰ ਮੂਹਰੇ ਲਾਉਣਗੇ ਤੇ ਇੱਟ ਨਾਲ ਇੱਟ ਖੜਕਾ ਦਾਂਗੇ। ਜੇ ਸਰਕਾਰਾਂ ਨਾ ਬਦਲਿਆ ਤਖਤਾ ਪਲਟ ਦਾਂਗੇ। ਜੇਕਰ ਸਰਕਾਰਾਂ ਨੇ ਕਾਨੂੰਨ ਵਾਪਸ ਨਾ ਲਏ ਤਾਂ ਫਿਰ ਕੀ ਕਰੋਗੇ? ਅਸੀਂ ਕਾਨੂੰਨ ਵਾਪਸ ਕਰਨ ਨੂੰ ਕਹਿੰਦੇ ਨਹੀਂ ਜੀ। ਅਸੀਂ ਕਹਿੰਦੇ ਆ ਵੀ ਇਹਦੇ ਵਿੱਚ ਸੁਧਾਰ ਲਿਆਂਦੇ ਜਾਣ। ਅਸੀਂ ਕਾਨੂੰਨ ਅਸੀਂ ਹੁਣ ਮੈਦੂ ਬਾਅਦ ਚ ਮੰਡੀਆਂ 'ਚ ਵੀ ਧਰਨੇ ਲਾ ਸਾਡੀਆਂ ਜੀਰੀਆਂ ਹੁਣ ਵੱਢਾਂਗੇ, ਜੀਰੀਆਂ ਫੇਰ ਵੀ ਨਹੀਂ ਵਿਕਣੀਆਂ, ਧਰਨੇ ਫੇਰ ਵੀ ਲਾਵਾਂਗੇ ਅਸੀਂ। ਤੁਸੀਂ ਕਹਿ ਰਹੇ ਹੋ ਵਾਪਸ ਨਾ ਲਈ ਜਾਣ, ਸੁਧਾਰ ਕਿਹੜੇ ਆਉਣ? ਸੁਧਾਰ ਜੀ ਕੇਸ ਲੱਗੇ ਜੀ ਕੋਰਟ ਦੇ ਵਿੱਚ, ਕਹਿੰਦੇ ਇਹਦਾ ਕੇਸ ਰੱਦ ਕਰਤਾ ਜੀ। ਤੇ ਬਾਕੀ ਹੋਰ ਸੁਧਾਰ ਲਿਆਉਣ ਵੀ ਅਸੀਂ ਆਪਦੀ ਫਸਲ ਕਿਤੇ ਮਰਜ਼ੀ ਵੇਚ ਸਕਦੇ, ਬਾਹਰਲੇ ਵੀ ਲੈ ਸਕਦੇ ਨੇ, ਆੜ੍ਹਤੀਏ ਵੀ ਲੈ ਸਕਦੇ ਨੇ। ਇਹ ਸੁਧਾਰ ਹੁਣ ਇਹ ਨਾ ਹੋਵੇ ਵੀ ਇਕੱਲੇ ਬਾਹਰਲੀ ਫਸਲ ਲੈਣ ਆ ਕੇ, ਇਹਦੇ ਵਿੱਚ ਸੁਧਾਰ ਲਿਆਂਦੇ ਜਾਣ ਜੀ। ਇਹ ਮੰਗ ਆ ਸਾਡੀ ਤਾਂ, ਕਿਉਂਕਿ ਕਣਕ ਤੇ ਜੀਰੀਆਂ ਤਾਂ ਇਹ ਤੋਂ ਬਾਅਦ ਚ ਵੀ ਨਹੀਂ ਵਿਕਣੀਆਂ ਜੀ। ਇਹ ਤੋਂ ਬਾਅਦ ਚ ਵੀ ਧਰਨੇ ਲਾਵਾਂਗੇ। ਅੱਜ ਅਸੀਂ ਆਰਡੀਨੈਂਸ ਫੇਲ ਕਰਾਉਣ ਖਾਤਰ ਧਰਨੇ ਲਾ ਰਹੇ ਹਾਂ, ਕੱਲ ਨੂੰ ਪਾਸ ਫੇਰ ਕਹਾਂਗੇ ਵੀ ਫੇਰ ਧਰਨੇ ਲਾਵਾਂਗੇ ਸਾਡੀ ਜੀਰੀ ਖਰੀਦ। ਤੁਹਾਡੀ ਸਭ ਤੋਂ ਵੱਡੀ ਮੰਗ ਇਹ ਹੈ ਕਿ ਸੁਧਾਰ ਇਹ ਹੋਣਾ ਚਾਹੀਦਾ ਜੋ ਆਰਡੀਨੈਂਸ ਦੇ ਵਿੱਚ ਹੈਗਾ ਕਿ ਕਿਸਾਨ ਕੋਰਟ ਦੇ ਵਿੱਚ ਨਹੀਂ ਜਾ ਸਕਦਾ, ਐਸਡੀ ਮਸਲਾ ਹੱਲ ਕਰੂਗਾ। ਤੁਹਾਡਾ ਕਹਿਣਾ ਕਿ ਕਿਸਾਨ ਲਈ ਕਾਨੂੰਨ ਦੇ ਕੋਰਟ ਦੇ ਰਾਹ ਖੁੱਲ੍ਹ ਜਾਣ। ਹਾਂ, ਕੋਰਟ ਦੇ ਰਾਹ ਖੁੱਲ੍ਹ ਜਾਣ ਜੀ। ਫਸਲ ਤੁਹਾਡੀ ਕੋਈ ਮਰਜ਼ੀ ਖਰੀਦ ਲੈ, ਭਾਵੇਂ ਬਾਹਰਲੇ ਖਰੀਦ ਲੈਣ, ਭਾਵੇਂ ਸਾਡੇ ਆੜ੍ਹਤੀਏ ਖਰੀਦ ਲੈਣ, ਸਾਨੂੰ ਕੋਈ ਇਤਰਾਜ਼ ਨਹੀਂ ਜੀ। ਪਰ ਕੋਰਟ ਦੇ ਵਿੱਚ ਸਾਡਾ ਕੇਸ ਜਾਣਾ ਜ਼ਰੂਰੀ ਆ ਜੀ। ਜੇਕਰ ਤੁਹਾਡੀ ਸੁਣਵਾਈ ਨਾ ਹੋਈ ਤਾਂ ਫਿਰ ਕੀ ਕਰੋਗੇ? ਫੇਰ ਤਾਂ ਇੱਟ ਖੜਕਾ ਦਾਂਗੇ ਰਾਜੇ ਦੇ ਮਹਿਲਾਂ ਨਾਲ ਜੀ। ਜਿੱਥੇ ਦਿੱਲੀ ਜਾਣਾ ਪੁਲਿਸ ਵਾਲਿਆਂ ਨਾਲ ਸਾਡਾ ਖੱਤਾ ਪੈ ਜੇ, ਸਾਨੂੰ ਕੋਈ ਚੱਕਰ। ਆਪਦੀਆਂ ਬੱਸਾਂ ਆਪ ਕਰਾ ਕੇ ਲਿਆਉਣੇ, ਅਸੀਂ ਕਿਸੇ ਤੋਂ ਫੰਡ ਨਹੀਂ ਲੈਂਦੇ, ਕਿਸੇ ਤੋਂ ਕੁਝ ਨਹੀਂ ਲੈਂਦੇ। ਸਾਡਾ ਪਿੰਡ ਆਪਦਾ, ਸਾਡੇ ਇੰਨਾ ਮਰਨ ਨੂੰ ਤਿਆਰ ਰਸਦਾ ਜੀ। ਪਈਆਂ ਜੇ ਸਾਡੀਆਂ ਫਸਲਾਂ ਨਾ ਵਿਕੀਆਂ ਜੀ ਅਸੀਂ ਕੀ ਕਰਾਂਗੇ? ਐਡਾ ਦੇ ਪਿਓਾਂ ਦੇ ਸਿਰ ਤੇ ਖਾਣ ਵਾਲੇ ਦੀ ਸਰਕਾਰਾਂ ਦਾ ਵਰਕਾ ਪਾਟ ਕੇ ਕੋਈ ਨਵੀਂ ਸਰਕਾਰ ਲਿਆਂਦੀ ਜਾਵੇ, ਕੋਈ ਨਵੇਂ ਬੰਦੇ ਆਉਣ, ਨਵੇਂ ਲੀਡਰ ਆਉਣ। ਕੈਪਟਨ ਵੀ ਠੱਗ ਹੈ, ਮੋਦੀ ਵੀ ਠੱਗ ਹੈ, ਸਾਰੇ ਠੱਗ ਨੇ। ਜਿਹੜੀ ਇਹ ਕੁਰਸੀ ਹੈ, ਚਾਹੇ ਇੱਥੇ ਜਿੰਨਾ ਮਰਜ਼ੀ ਭਗਤ ਬੰਦੇ ਨੂੰ ਬਿਠਾ ਦਿਓ, ਉੱਥੇ ਜਾ ਕੇ ਲੁੱਚਪਣਾ ਬਣ ਜਾਂਦਾ। ਇਹ ਹਾਲ ਹੋਊਗਾ ਜੀ ਫਿਰ, ਜੇ ਮੈਂ ਇੰਦਰਾ ਗਾਂਧੀ ਵਾਲਾ ਹਾਲ ਹੋਊਗਾ ਜੀ ਫਿਰ। ਸੱਚੀ ਗੱਲ, ਸੱਚੀ ਅੱਕੇ ਪਿਆ ਜੀ। ਇੰਦਰਾ ਗਾਂਧੀ ਵਾਲਾ ਕੰਮ ਵੀ ਕਰਨ ਨੂੰ ਤਿਆਰ ਆ ਜੀ। ਸਾਡੇ ਤਾਂ ਹੈਗਾ ਜੀ ਵੀ ਸਾਨੂੰ ਪਤਾ ਹੈ ਵੀ ਕਿਹੋ ਜਿਹਾ ਕੁਛ ਮਰਜ਼ੀ ਕਰਨਾ ਪੈ ਜੇ। ਜਿੱਥੇ ਇੱਕ ਮਰਾਂਗੇ ਤਾਂ 4 ਹੋਰ ਖੜੇ ਨੇ ਮਗਰ। ਪਹਿਲਾਂ ਕਿਹੜਾ ਮਰੇ ਨਹੀਂ? 21 ਸਾਲਾਂ ਦਾ ਸੀਗਾ ਜੀ ਆਪਣਾ ਭਗਤ ਸਿੰਘ, ਉਹਨੇ ਆਜ਼ਾਦੀ ਲਿਆਂਦੀ ਨਹੀਂ। ਇਹਦਾ ਆਪਣੀ ਤਾਂ ਫਿਰ ਵੀ 25 ਸਾਲਾਂ ਦੀ ਉਮਰ ਹੈ। ਅਸੀਂ ਉਹਨਾਂ ਵੀ ਨਹੀਂ ਕਰ ਸਕਦੇ ਭਗਤ ਸਿੰਘ ਉਹਨਾਂ ਚੋਂ ਗੋਰਾ ਜੀ। ਬਾਈ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ। ਕਿੱਥੋਂ ਆਏ ਹੋ? ਅਸੀਂ ਪਿੰਡ ਖੜਿਆਲ ਤੋਂ ਆਏ ਹਾਂ ਜੀ। ਤੇ ਜੋ ਸਰਕਾਰ ਨੇ ਆਰਡੀਨੈਂਸ ਪਾਸ ਕੀਤੇ ਨੇ, ਤੁਸੀਂ ਇਹਨਾਂ ਨੂੰ ਕਿਵੇਂ ਦੇਖਦੇ ਹੋ? ਇਹ ਬਹੁਤ ਹੀ ਕਿਸਾਨ ਲਈ ਬਹੁਤ ਹੀ ਮਾਰੂ ਘਾਤਕ ਸਾਬਤ ਹੋਣਗੇ ਜੀ ਆਉਣ ਵਾਲੇ ਸਮੇਂ ਦੇ ਵਿੱਚ। ਹਾਲਾਂਕਿ ਸਰਕਾਰ ਅੱਜ ਦੇ ਸਮੇਂ ਦੇ ਵਿੱਚ ਜਾਂ ਲੀਡਰ ਨੇਗੇ ਜੋ ਸਾਡੇ ਕਹਿ ਰਹੇ ਨੇ ਕਿ ਇਹ ਸਹੀ ਨੇ, ਪਰ ਇਹ ਬਿਲਕੁਲ ਵੀ ਸਹੀ ਨਹੀਂ। ਇਹ ਇੱਕ ਮਿੰਨੀ ਜ਼ਹਿਰ ਦਾ ਕੰਮ ਕਰਨਗੇ ਜੋ ਆਉਣ ਵਾਲੇ ਕਿਸਾਨਾਂ ਦੀਆਂ ਜੜ੍ਹਾਂ 'ਚ ਬੈਠਣਗੇ। ਹੌਲੀ ਹੌਲੀ ਇਹ ਕਿਸਾਨੀ ਨੂੰ ਤਬਾਹ ਕਰ ਦੇਣਗੇ।
ਜੇਕਰ ਸਰਕਾਰਾਂ ਵਾਪਸ ਆਰਡੀਨੈਂਸ ਨਹੀਂ ਕਰਦੀਆਂ ਨੇ ਤਾਂ ਫਿਰ ਕੀ ਕੀਤਾ ਜਾਏ? ਜੇਕਰ ਸਰਕਾਰਾਂ ਇਹ ਆਰਡੀਨੈਂਸ ਨਹੀਂ ਵਾਪਸ ਲੈਂਦੀਆਂ ਤਾਂ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ। ਸੋ ਹੁਣ ਜਿਵੇਂ ਤਰ੍ਹਾਂ ਆਪਾਂ ਨੂੰ ਪਤਾ ਹੀ ਹੈ ਵੀ ਯੂਥ ਪੰਜਾਬ ਦਾ ਅੱਗੇ ਆ ਚੁੱਕਿਆ ਹੈ, ਕਿਸਾਨਾਂ ਦੇ ਪੁੱਤ ਸੜਕਾਂ ਦੇ ਉੱਤੇ ਆ ਚੁੱਕੇ ਨੇ। ਜੇਕਰ ਇਹ ਆਰਡੀਨੈਂਸ ਨੂੰ ਨਹੀਂ ਵਾਪਸ ਲੈਣਗੇ ਤਾਂ ਅਸੀਂ ਦਿੱਲੀ ਵੱਲ ਜੋ ਵੀ ਸਾਨੂੰ ਕਰਨਾ ਪਿਆ ਅਸੀਂ ਉਹ ਕਰਾਂਗੇ, ਜੋ ਵੀ ਸੰਭਵ ਕੰਮ ਕਰਨਾ ਪਊ ਜਾਵਾਂਗੇ, ਦਿੱਲੀ ਵੀ ਜਾਵਾਂਗੇ ਜੇਕਰ ਜਾਣਾ ਪਿਆ। ਤੁਸੀਂ ਕਿਸਾਨ ਯੂਨੀਅਨ ਧਰਨੇ ਲਾਏ ਜਾ ਰਹੇ ਨੇ, ਇਹਦੇ ਵਿੱਚ ਯੂਥ ਦੀ ਭੂਮਿਕਾ, ਨੌਜਵਾਨਾਂ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ? ਨੌਜਵਾਨਾਂ ਦੀ ਭੂਮਿਕਾ ਬਹੁਤ ਵਧੀਆ ਜੀ। ਦਿਨ ਪਰ ਦਿਨ ਨੌਜਵਾਨ ਵੱਧਦੇ ਜਾ ਰਹੇ ਨੇ। ਜਿਹੜੇ ਪਹਿਲਾਂ ਆਪਣੀਆਂ ਸਰਕਾਰਾਂ ਦੀਆਂ ਰੈਲੀਆਂ ਕੱਢਦੇ ਸੀ ਉਹ ਯੂਨੀਅਨ ਦੀਆਂ ਰੈਲੀਆਂ ਦੇ ਵਿੱਚ ਆਉਣ ਲੱਗੇ ਸਾਰੇ ਹੀ। ਜਿਹੜੇ ਸਾਡੇ ਪਹਿਲਾਂ ਬਜ਼ੁਰਗ ਆਉਂਦੇ ਸੀ ਹੁਣ ਬਜ਼ੁਰਗਾਂ ਨੂੰ ਵੱਧ ਕੇ ਸਾਰੇ ਨੌਜਵਾਨ ਆਉਣ ਲੱਗੇ, ਕਿਉਂਕਿ ਹਰ ਇੱਕ ਦੇ ਪੇਟ ਤੇ ਲੱਤ ਵੱਜ ਰਹੀ ਹੈਗੀ। ਜਦੋਂ ਆਪਦੇ ਘਰ ਨੂੰ ਅੱਗ ਲੱਗਦੀ ਹੈ ਤਾਂ ਹਰ ਇੱਕ ਭੱਜਦਾ ਹੈਗਾ, ਜਦੋਂ ਦੂਜਿਆਂ ਦੇ ਆਪਾਂ ਅੱਗ ਹੱਥ ਸੇਕ ਦਿਆਂਗੇ। ਜਦੋਂ ਹੁਣ ਸਾਡੇ ਆਪਦੇ ਸਾਰੇ ਦੇ ਘਰਾਂ ਨੂੰ ਅੱਗ ਲੱਗੀ ਹੈ ਤਾਂ ਸਾਰੇ ਹੀ ਨੌਜਵਾਨ ਅੱਗੇ ਵੱਧ ਕੇ ਆ ਰਹੇ ਨੇ, ਕਿਉਂਕਿ ਜੇ ਸਾਡੇ ਘਰ ਹੀ ਨਾ ਰਹੇ, ਸਾਡੇ ਜ਼ਮੀਨਾਂ ਨਾ ਰਹੀਆਂ ਤਾਂ ਅਸੀਂ ਵੀ ਰਹਿ ਕੇ ਕੀ ਕਰਨਾ ਹੈਗਾ। ਇਹਦੇ ਕਰਕੇ ਅਸੀਂ ਵੱਧ ਤੋਂ ਵੱਧ ਹਿੱਸਾ ਲੈ ਰਹੇ ਹਾਂ। ਜੋ ਵੀ ਸਾਡੇ ਆਗੂਆਂ ਦਾ ਹੁਕਮ ਹੋਊਗਾ ਉਹ ਅਸੀਂ ਸਿਰ ਮੱਥੇ ਮੰਨਾਂਗੇ ਤੇ ਜੋ ਵੀ ਹੁਕਮ ਕਰਨਗੇ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜੀ। ਜੋ ਇਹ ਬੀਜੇਪੀ ਸਰਕਾਰ ਨੇ ਆਰਡੀਨੈਂਸ ਪਾਸ ਕੀਤੇ ਨੇ ਤਾਂ ਤੁਸੀਂ ਆਪਣੀ ਨਿਗਾਹ ਦੇ ਵਿੱਚ ਬੀਜੇਪੀ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕੀ ਉਹ ਕਿਸਾਨਾਂ ਹਿਤੈਸ਼ੀ ਹੈ? ਨਹੀਂ ਜੀ, ਬਹੁਤ ਮਾੜੀ ਗੱਲ ਹੈ, ਕਿਉਂਕਿ ਪਹਿਲੀ ਗੱਲ ਤਾਂ ਉਹਨਾਂ ਨੇ ਕਿਸਾਨਾਂ ਨਾਲ ਰਾਏ ਹੀ ਨਹੀਂ ਕੀਤੀ। ਜੇ ਉਹ ਮੋਦੀ ਸਾਹਿਬ ਕਹਿ ਰਹੇ ਨੇ ਵੀ ਇਹ ਆਰਡੀਨੈਂਸ ਕਿਸਾਨਾਂ ਦੇ ਹੱਕ 'ਚ ਹੈ, ਜੇ ਹੱਕ 'ਚ ਹੈ ਤਾਂ ਜਥੇਬੰਦੀਆਂ ਨਾਲ ਗੱਲ ਕਰਨ, ਹੋ ਸਕਦਾ ਸਾਡੇ ਹੱਕ 'ਚ ਹੋਵੇ, ਪਰ ਸਾਡੇ ਧਿਆਨ 'ਚ ਨਹੀਂ ਹੈਗਾ ਇਹ ਵੀ ਹੱਕ 'ਚ ਹੈ ਜਾਂ ਸਾਡੇ ਵਿਰੋਧ 'ਚ ਹੈਗਾ। ਇਹਦੇ ਨਾਲ ਛੋਟੇ ਕਿਸਾਨ ਜਿਹੜੇ ਆਪਾਂ ਸਾਰੇ ਕਿਸਾਨ ਆ ਜਿਹੜੇ 5 ਏਕੜ ਤੋਂ ਥੱਲੇ ਵਾਲੇ ਆ ਉਹ ਸਾਰੇ ਹੀ ਕਿਸਾਨ ਖਤਮ ਹੋ ਜਾਣਗੇ। ਜੇ ਹੱਕ 'ਚ ਵੀ ਹੈ ਤਾਂ ਜਥੇਬੰਦੀਆਂ ਨਾਲ ਗੱਲ ਕਰਨ, ਉਹ ਆ ਕੇ ਸਾਨੂੰ ਸਮਝਾਉਣ ਬਹਿ ਕੇ, ਸਾਡੇ ਜਿਹੜੇ ਆਗੂ ਨੇ ਗਰਾਹਾਂ ਸਾਹਿਬ ਉਹਨਾਂ ਨੂੰ ਸਮਝਾਉਣ ਵੀ ਇਹ ਹੱਕ 'ਚ ਨੇ, ਤੁਹਾਡੇ ਦਾ ਫਾਇਦਾ ਹੈਗਾ। ਜਦੋਂ ਸਾਡੀ ਸਮਝ ਜੇ ਨਹੀਂ ਹੈਗੀ ਕੋਈ ਗੱਲ ਤਾਂ ਅਸੀਂ ਕਿਵੇਂ ਮੰਨ ਲਈਏ ਉਹ ਗੱਲ? ਤਾਂ ਇਹ ਤਾਂ ਇੱਕ ਸਾਡੇ ਤੇ ਬਿੱਲ ਥੋਪਿਆ ਜਾ ਰਿਹਾ, ਨਾ ਕਿ ਬਿੱਲ ਪਾਸ ਕੀਤਾ ਜਾ ਰਿਹਾ ਹੈਗਾ। ਜਿਵੇਂ ਕਿਸੇ ਦੇ ਧੱਕੇ ਨਾਲ ਆਪਾਂ ਬਿੱਲ ਥੋਪਿਆ, ਇਹ ਸਾਡੇ ਤੇ ਬਿੱਲ ਥੋਪਿਆ ਜਾ ਰਿਹਾ ਹੈਗਾ। ਤੁਸੀਂ ਪੰਜਾਬ ਦੀ ਸਰਕਾਰਾਂ ਦੀ ਕਾਰਜਕਾਰੀ ਕਿਵੇਂ ਦੇਖਿਓ? ਕਿਉਂਕਿ ਹਰਸਿਮਰਤ ਕੌਰ ਨੇ ਅਸਤੀਫਾ ਦਿੱਤਾ ਹੈ, ਕੈਪਟਨ ਅਮਰਿੰਦਰ ਕਿਸਾਨਾਂ ਦਾ ਸਾਥ ਦੇ ਰਿਹਾ ਹੈ, ਤੁਸੀਂ ਸਰਕਾਰਾਂ ਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਸਰਕਾਰਾਂ ਸਾਰੀਆਂ ਹੀ, ਕੈਪਟਨ ਵੀ, ਹਰਸਿਮਰਤ ਕੌਰ ਬਾਦਲ ਵੀ, ਸਾਰੇ ਹੀ ਵੋਟ ਬੈਂਕ ਪਿੱਛੇ ਲੜ ਰਹੇ ਨੇ, ਸਾਰੇ ਹੀ 2022 ਦੀ ਇਲੈਕਸ਼ਨ ਲੜ ਰਹੇ ਨੇਗੇ। ਜੇ ਉਹ ਸੱਚੇ ਹਦਾਇਤੀ ਨੇ ਕਿਸਾਨਾਂ ਦੇ ਤਾਂ ਕਿਸਾਨਾਂ ਨਾਲ ਆ ਕੇ ਖੜਨਾ। ਇੱਕ ਪਾਸੇ ਤਾਂ ਉਹ ਸੈਂਟਰ ਨਾਲ ਗੱਲਬਾਤ ਕਰ ਰਹੇ ਨੇ, ਮੀਟਿੰਗਾਂ ਕਰ ਰਹੇ ਨੇ, ਲੰਬੇ ਸਮੇਂ ਤੋਂ 6 ਮਹੀਨਿਆਂ ਤੋਂ ਪਹਿਲਾਂ ਇਹ ਗੱਲ ਚੱਲ ਰਹੀ ਹੈਗੀ ਤੇ ਅੱਜ ਪਤਾ ਲੱਗੇ ਅੱਜ ਕਿਉਂ ਉਹ ਕਿਸਾਨਾਂ ਦੇ ਹੱਕ 'ਚ ਨੇ, ਪਹਿਲਾਂ ਕਿਉਂ ਨਹੀਂ ਆਏ ਕਿਸਾਨਾਂ ਦੇ ਹੱਕ 'ਚ? ਇਹਦਾ ਸਾਰੇ ਸਿਰਫ ਜਿੰਨੀਆਂ ਵੀ ਪੰਜਾਬ ਦੀਆਂ ਜਾਂ ਬਾਹਰੇ ਪਾਰਟੀਆਂ ਨੇਗੀਆਂ ਸਾਰੀਆਂ ਹੀ ਆਪਦੇ ਇਲੈਕਸ਼ਨ ਦੀ ਤਿਆਰੀ ਕਰ ਰਹੀਆਂ ਨੇ। ਕੋਈ ਕਿਸਾਨਾਂ ਦੇ ਨਾਲ ਨਹੀਂ ਖੜਾ, ਸਿਰਫ ਕਹਿਣ ਦੀਆਂ ਗੱਲਾਂ ਨੇਗੀਆਂ ਜੀ। ਕੋਈ ਸਾਡੇ ਨਾਲ ਕੋਈ ਨਹੀਂ ਖੜਾ, ਜਿੰਨੇ ਵੀ ਖੜੇ ਨੇ ਕਿਸਾਨ ਭਰਾ ਖੜੇ ਨੇ ਜੀ। ਤੁਸੀਂ ਬੀਜੇਪੀ ਸਰਕਾਰ ਨੇ ਜੋ ਆਰਡੀਨੈਂਸ ਪਾਸ ਕੀਤੇ ਨੇ ਇਹਦੀ ਕਾਰਜਕਾਰੀ ਨੂੰ ਕਿਵੇਂ ਦੇਖਦੇ ਹੋ? ਪਹਿਲਾਂ ਤਾਂ ਜੀ ਸਾਰੀ ਸੰਗਤ ਕਿਸਾਨ ਯੂਨੀਅਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਹੜਾ ਇਹ ਮੋਦੀ ਨਾਲ ਲੋਕਾਂ ਦੇ ਭਰੋਸਾ ਸੀ, ਉਹ ਕਿਸਾਨਾਂ ਦਾ ਇਹਨੇ ਭਰੋਸਾ ਉੱਠ ਚੁੱਕਾ ਜੀ, ਸਾਡੇ ਸਾਰੇ ਕਿਸਾਨਾਂ ਦਾ। ਤੇ ਇਹ ਕਿਹੜਾ ਮੰਡੀਕਰਨ ਤੋੜਨ ਜਾ ਰਿਹਾ, ਇਹ ਬਹੁਤ ਮਾੜਾ ਕੰਮ ਕਰ ਰਿਹਾ ਜੀ। ਹਰਸਿਮਰਤ ਨੇ ਕਿਵੇਂ ਅਸਤੀਫਾ ਦਿੱਤਾ, ਇਹ ਉਸ ਕਾਰਨ ਦਿੱਤਾ ਜੀ। ਇਹਨੂੰ ਮੋਦੀ ਨੂੰ ਪੂਰਾ ਸਾਥ ਦੇਣਾ ਚਾਹੀਦਾ ਜੀ ਕਿਸਾਨਾਂ ਦਾ, ਨਹੀਂ ਆ 2022 ਮੂਹਰੇ ਆਉਣ ਵਾਲਾ। ਇਹਦੇ 'ਚ ਕਿਸਾਨ ਅਸੀਂ ਸਾਰੇ ਇਕੱਠੇ ਹਾਂ ਜੀ, ਗਰਾਹਾਂ ਸਾਰੀਆਂ ਪਾਰਟੀਆਂ ਇਹਨੂੰ 22 'ਚ ਦੱਸ ਦਿਆਂਗੇ ਵੀ ਕਿਸਾਨ ਕੀ ਚੀਜ਼ ਹੁੰਦੇ ਨੇ। ਇਹ ਮੋਦੀ ਆਪਦੇ ਆਪ ਨੂੰ ਕਦੇ ਨੋਟਬੰਦੀ 'ਚ ਲੋਕਾਂ ਨੂੰ ਫੁੱਦੂ ਬਣਾਉਂਦਾ ਫਿਰਦਾ, ਕਦੇ ਹੁਣ ਕਰੋਨਾ ਕਰਕੇ ਹੁਣ ਇੱਧਰ ਲੋਕਾਂ ਨੂੰ ਉਹ ਕਰ ਰਿਹਾ ਮੰਡੀਕਰਨ ਦਾ। ਇਹਨੂੰ 22  'ਚ ਐਨ ਪੂਰਾ ਸਬਕ ਕਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਮੋਦੀ ਸਰਕਾਰ ਨੇ ਜਿਹੜਾ ਬਿੱਲ ਲੈਤਾ ਉਹਦਾ ਵਿਰੋਧ ਕਰਦੇ ਹਾਂ ਜੀ। ਉਹ ਕਿਸਾਨਾਂ ਨਾਲ ਠੱਗੀ ਕਰ ਰਿਹਾ ਹੈਗਾ। ਇਹਨਾਂ ਕਿਸਾਨ ਖਤਮ ਹੋ ਜਾਣਗੇ। ਅਸੀਂ ਮੋਦੀ ਦੀ ਮੁਰਦਾਬਾਦ ਕਰਦੇ ਹਾਂ ਵੀ ਸਾਡੇ ਉਰੇ ਆ ਕੇ ਬੜੇ ਅਸੀਂ ਉਹਦੇ ਲੱਤਾਂ ਤੋੜਾਂਗੇ। ਮੈਂ ਚੈਲੰਜ ਕਰਦਾ ਵੀ ਇਕੱਲਾ ਜੇ ਉਹਨੇ ਸਹੀ ਫੈਸਲਾ ਲੈਤਾ, ਸਾਡੇ ਕਿਸਾਨਾਂ ਦੇ ਵਿੱਚ ਆ ਕੇ ਖੜੇ, ਕਿਸਾਨ ਉਹਨੂੰ ਆਪਣੇ ਆਪ ਹੀ ਦੱਸ ਦੇਣਗੇ ਵੀ ਉਹਨੇ ਸਹੀ ਫੈਸਲਾ ਕੀਤਾ ਕਿ ਗਲਤ ਕੀਤਾ। ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਪੰਜਾਬ ਕੈਪਟਨ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਗਰਾਹਾਂ ਪਾਰਟੀ ਜਿੰਦਾਬਾਦ, ਕਿਸਾਨ ਯੂਨੀਅਨ ਜਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਪੰਜਾਬ ਗਵਰਨਮੈਂਟ ਨੇ ਜੋ ਆਰਡੀਨੈਂਸ ਪਾਸ ਕੀਤਾ ਬਿਲਕੁਲ ਕਿਸਾਨਾਂ ਦੇ ਖਿਲਾਫ ਹੈ ਜੀ। ਇਹਨਾਂ ਨੇ ਸ਼ਰੇਆਮ ਹੀ ਆਪ ਧੱਕਾ ਕਰਕੇ ਕਿਸਾਨਾਂ ਦੇ ਖਿਲਾਫ ਜੋ ਆਰਡੀਨੈਂਸ ਪਾਸ ਕੀਤਾ, ਉਹ ਸਾਰੇ ਕਿਸਾਨ ਉਹਦਾ ਪੂਰਜ਼ੋਰ ਵਿਰੋਧ ਕਰਦੇ ਨੇ। ਇਹ ਗਵਰਨਮੈਂਟ ਨੇ ਇਹ ਸ਼ਰੇਆਮ ਕਿਸਾਨਾਂ ਦੇ ਖਿਲਾਫ ਜੋ ਇਹ ਮੰਗਾਂ ਰੱਖੀਆਂ ਨੇ ਕਿਸਾਨਾਂ ਨੇ ਕਿ ਸਾਡਾ MSP ਆ ਜੋ ਖਤਮ ਕੀਤਾ ਇਹਨਾਂ ਨੇ,
ਖਤਮ ਕਰਨ ਦੇ ਕਗਾਰ ਤੇ, ਕਿਉਂਕਿ ਕਿਸਾਨੀ ਪਹਿਲਾਂ ਹੀ ਮਰ ਚੁੱਕੀ ਹੈ ਪੰਜਾਬ ਦੇ ਵਿੱਚ। ਇਹਨਾਂ ਨੇ ਆਰਡੀਨੈਂਸ ਪਾਸ ਕਰਕੇ ਐਮਐਸਪੀ ਵੀ ਖਤਮ ਕਰਕੇ ਪ੍ਰਾਈਵੇਟਾਈਜੇਸ਼ਨ ਨੂੰ ਇਹ ਜੋ ਵਧਾਵਾ ਦੇ ਰਹੇ ਨੇ, ਇਹ ਕਿਸਾਨਾਂ ਦੇ ਕਦਾਈ ਹੱਕ ਦੇ ਵਿੱਚ ਨਹੀਂ ਸੀ ਤੇ ਨਾ ਹੀ ਅੱਗੇ ਨੂੰ ਹੋਣਾ। ਇਹ ਬੇਨਤੀ ਆ ਸਾਡੀ ਗਵਰਨਮੈਂਟ ਨੂੰ ਕਿ ਕਿਸਾਨਾਂ ਨੂੰ ਐਮਐਸਪੀ ਜਿਹੜਾ ਉਹਨਾਂ ਦਾ ਜੋ ਰੇਟ ਹੈ ਉਹ ਇਸ ਤਰ੍ਹਾਂ ਹੀ ਦਿੱਤਾ ਜਾਵੇ। ਜੇਕਰ ਪ੍ਰਾਈਵੇਟ ਕੰਪਨੀਆਂ ਇਹ ਖਰੀਦਣਾ ਚਾਹੁੰਦੀਆਂ ਨੇ ਗਵਰਨਮੈਂਟ ਤੋਂ, ਜੋ ਵੀ ਇਹਨਾਂ ਨੇ ਕੀਤਾ ਕਿ ਸਾਨੇ ਪ੍ਰਾਈਵੇਟ ਕੰਪਨੀਆਂ ਨੂੰ ਇਹ ਮਾਲ ਵੇਚਣਾ, ਤਾਂ ਪ੍ਰਾਈਵੇਟ ਕੰਪਨੀਆਂ ਗਵਰਨਮੈਂਟ ਤੋਂ ਇਹ ਮਾਲ ਖਰੀਦਣ, ਕਿਉਂਕਿ ਕਿਸਾਨ ਗਵਰਨਮੈਂਟ ਨੂੰ ਆਪਣੀ ਫਸਲ ਵੇਚ ਕੇ ਦੇਣਾ ਕਿ ਖੁਸ਼ ਆ। ਸਾਨੂੰ ਪ੍ਰਾਈਵੇਟ ਕੰਪਨੀਆਂ ਦੀ ਕੋਈ ਜ਼ਰੂਰਤ ਨਹੀਂ ਹੈਗੀ, ਅਸੀਂ ਖੁਸ਼ ਹਾਂ। ਸਾਨੂੰ 1935 ਜਿੰਨਾ ਵੀ ਰੇਟ ਸਾਡਾ ਗਵਰਨਮੈਂਟ ਵੱਲੋਂ ਬੰਨਿਆ ਹੋਇਆ ਮਿਲਦਾ, ਸਾਡਾ ਉਹਦੇ ਨਾਲ ਗੁਜ਼ਾਰਾ ਸਹੀ ਹੋ ਰਿਹਾ। ਸਾਨੂੰ ਪ੍ਰਾਈਵੇਟ ਕੰਪਨੀਆਂ ਦੀ ਕੋਈ ਜ਼ਰੂਰਤ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਜੋ ਪੰਜਾਬ ਤੇ ਹਰਿਆਣਾ 'ਚ ਜੋ ਕਿਸਾਨੀ ਦਾ ਮਾਡਲ ਹੈ ਬਹੁਤ ਹੀ ਅੱਛਾ, ਪੂਰੇ ਯੂਰਪ ਦੇ ਵਿੱਚ, ਅਮਰੀਕਾ, ਕੈਨੇਡਾ ਕਿਤੇ ਕਾਮਯਾਬ ਨਹੀਂ ਹੈ। ਜੋ ਪੰਜਾਬ ਹਰਿਆਣਾ 'ਚ ਮੰਡੀ ਕਰਨਾ ਕਿਤੇ ਮਾਡਲ ਨਹੀਂ ਹੈ। ਇਹਨਾਂ ਨੂੰ ਸ਼ਰਮ ਚਾਹੀਦੀ ਸੀ ਵੀ ਇਹ ਮਾਡਲ ਬਿਹਾਰ, ਰਾਜਸਥਾਨ ਉਹਨਾਂ ਸਟੇਟਾਂ 'ਚ ਵੀ ਲੈ ਕੇ ਆਉਂਦੇ, ਪਰ ਇਹ ਕੁੱਤੀ ਸਰਕਾਰ ਜੋ ਮਾਡਲ ਕਾਮਯਾਬ ਹੈ, ਜੋ ਇਹ ਕਰੋਨਾ ਦੇ ਸਮੇਂ ਦੇ ਵਿੱਚ ਵੀ ਲੋਕ ਪੋਜ਼ਿਟਿਵ ਰਹੇ, ਕਾਮਯਾਬ ਰਹੇ, ਇਹ ਉਸ ਕਾਮਯਾਬੀ ਨੂੰ ਵੀ ਦਬਾਉਣਾ ਚਾਹੁੰਦੇ ਨੇ। ਜੋ ਇਹਨਾਂ ਦਾ ਇਹ ਮਕਸਦ ਕਦੇ ਕਾਮਯਾਬ ਨਹੀਂ ਹੋਊਗਾ। ਹੁਣ ਸਾਡਾ ਕਿਸਾਨ ਭਾਈਚਾਰਾ ਇੱਕ ਹੈ, ਇੱਕ ਰਹੂਗਾ ਔਰ ਇੱਕ ਹੋ ਕੇ ਲੜਾਂਗੇ ਔਰ ਇਹ ਜੰਗ ਜਿੱਤਾਂਗੇ। ਇਨਕਲਾਬ ਜਿੰਦਾਬਾਦ। ਮੈਂ ਮੋਦੀ ਸਰਕਾਰ ਨੂੰ ਪੁੱਛਣਾ ਚਾਹਣਾ, ਜੋ ਇਹ ਕਿਸਾਨਾਂ ਨੂੰ ਮਾਰਦੇ ਤੁਲੇ ਕਾਲੇ ਕਾਨੂੰਨ ਇਹ ਪਾਸ ਕਰ ਰਿਹਾ ਹੈ, ਇਹਨੂੰ ਪੁੱਛਿਆ ਜਾਵੇ ਬਾਹਰਲੀ ਤਰਜ਼ ਤੇ ਕਰਤਾ ਰਿਹਾ ਹੈ, ਇਹਨਾਂ ਨਕਲ ਕੀਤੀ ਅਕਲ ਕਰ ਰਿਹਾ ਹੈ ਬਾਹਰ। ਜੇ ਇਹਨੂੰ ਪੁੱਛੇ ਵੀ ਖੇਤੀ ਪੰਜਾਬ ਦਾ 80% ਆਬਾਦੀ ਵਿੱਚ ਕਿਸਾਨ, ਮਜ਼ਦੂਰ, ਛੋਟੇ ਦੁਕਾਨਦਾਰ, ਸਾਰਾ ਪੰਜਾਬ ਖੇਤੀ ਦੇ ਡਿਪੈਂਡ ਹੈ। ਖੇਤੀ ਜ਼ਰੂਰੀ ਹੈ ਸਾਡੇ ਵਾਸਤੇ। ਬਾਹਰਲੇ ਦੇਸ਼ਾਂ ਦੀ ਇਹ ਨਕਲ ਤਾਂ ਕਰਦਾ ਹੈ, ਉੱਥੇ ਖੇਤੀ ਨੂੰ ਚਲਾਉਣ ਵਾਸਤੇ ਸਰਕਾਰਾਂ ਕਿੰਨਾ ਪੈਸਾ, ਕਿੰਨੀ ਸਬਸਿਡੀਆਂ ਦੇ ਰਹੀਆਂ ਨੇ। ਬਾਕੀ ਮੈਂ ਇਹ ਪੁੱਛਣਾ ਚਾਹੁੰਦਾ ਮੋਦੀ ਸਰਕਾਰ ਨੂੰ, ਇਮਾਨਦਾਰ ਬਣੇ ਮੋਦੀ ਸਰਕਾਰ, ਇਮਾਨਦਾਰ ਬਣ ਸਾਡੇ ਲੀਡਰ। ਪਹਿਲਾਂ ਬਾਹਰਲੀ ਨਕਲ ਦੇਖੋ, ਸਭ ਤੋਂ ਪਹਿਲਾਂ ਟੈਕਸ ਵੱਡੇ ਸਰਮਾਏਦਾਰਾਂ ਤੋਂ ਲਿਆ ਜਾਂਦਾ, ਸਭ ਤੋਂ ਜ਼ਿਆਦਾ ਟੈਕਸ ਮਿਨਿਸਟਰਾਂ ਤੋਂ ਲਿਆ ਜਾਂਦਾ। ਇੱਥੇ ਮਿਨਿਸਟਰ ਵੱਡਿਆਂ ਸਰਮਾਏਦਾਰਾਂ ਨੂੰ ਟੈਕਸ ਨਹੀਂ ਲਿਆ ਜਾਂਦਾ, ਉਹ ਸਾਡਾ 1-1 ਰੁਪਿਆ ਟੈਕਸ। ਜੇ ਹਿੰਦੁਸਤਾਨ ਦੇ ਟੋਟਲ, ਮੈਂ ਜ਼ਿਆਦਾ ਨਹੀਂ ਕਹਿਣਾ, 12% ਜਿਹੜੇ ਵੱਡੇ ਘਰਾਣੇ ਨੇ ਉਹ ਟੈਕਸ ਸਹੀ ਅਦਾ ਕਰਨ ਤਾਂ ਹਿੰਦੁਸਤਾਨ ਦੀ ਪਬਲਿਕ ਨੂੰ 1 ਰੁਪਿਆ ਟੈਕਸ ਨਹੀਂ ਦੇਣਾ ਪੈਣਾ। ਇਸ ਕਰਕੇ ਮੈਂ ਮੋਦੀ ਸਰਕਾਰ ਨੂੰ ਇਹ ਵਾਰਨਿੰਗ ਕਰਦਾ ਵੀ ਜੇ ਤੂੰ ਪੰਜਾਬ, ਹਰਿਆਣਾ, ਯੂਪੀ ਤੇ ਜੋ ਵੀ ਖੇਤੀਬਾੜੀ ਸੂਬੇ ਹਨ ਉਹਨਾਂ ਨੂੰ ਮਾਰਦੇ ਤੁਲਿਆ, ਉਹ ਕੱਲਾ ਜ਼ਿਮੀਦਾਰ ਨਹੀਂ ਮਰੂ, ਹਿੰਦੁਸਤਾਨ ਮਰੂ, ਵਪਾਰੀ ਮਰੂ, A to Z ਮਰੂ। ਇਸ ਕਰਕੇ ਮੋਦੀ ਸਰਕਾਰ ਤੂੰ ਬਾਜ ਆ ਜਾ, ਤੂੰ ਜੇ ਬਚਣਾ ਪੰਜਾਬ, ਹਰਿਆਣਾ, ਯੂਪੀ, ਤੂੰ ਕਿਸਾਨਾਂ ਨੂੰ ਬਚਾ, ਕਿਸਾਨਾਂ ਨਾਲ ਤੇਰਾ ਹਿੰਦੁਸਤਾਨ ਬਚੂ। ਤੁਹਾਡੀ ਸਰਕਾਰਾਂ, ਤੁਹਾਡੀਆਂ ਵੋਟਾਂ ਤਾਂ ਹੀ ਹੋਣਗੀਆਂ ਜੇ ਹਿੰਦੁਸਤਾਨ ਦਾ ਖੇਤੀ ਦਾਤਾ, ਅੰਨਦਾਤਾ ਬਚੂਗਾ। ਜਿੰਨੇ ਬਾਹਰਲੇ ਕੰਟਰੀਆਂ ਤੋਂ ਪਿਛਲਾ ਇਤਿਹਾਸ ਚੱਕ ਲਓ, ਜਿੰਨੇ ਐਡਵਾਂਸ ਕੰਟਰੀ ਡਿਵੈਲਪ ਕੀਤੇ ਨੇ ਉਹ ਸਭ ਤੋਂ ਪਹਿਲਾਂ ਖੇਤੀ ਨੇ ਕੀਤੇ ਨੇ। ਜੇ ਖੇਤੀ ਹੈ ਤਾਂ ਸਾਰਾ ਕੁਛ ਹੈ। ਖੇਤੀ ਕੱਲੇ ਪੰਜਾਬ ਦੀ, ਕੱਲੇ ਹਰਿਆਣਾ, ਯੂਪੀ ਦੀ ਨਹੀਂ, ਸਾਰੇ ਹਿੰਦੁਸਤਾਨ ਦੀ ਰੀੜ੍ਹ ਦੀ ਹੱਡੀ ਹੈ। ਅੱਛਾ, ਨੰਬਰ 2, ਮੈਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ, ਸਾਰੀਆਂ ਯੂਨੀਅਨਾਂ ਨੂੰ, ਸਾਰੇ ਸੰਪਰਦਾਇ ਨੂੰ ਇੱਕ ਗੱਲ ਕਹਿਣਾ, ਜੇ ਇਹ ਤੁਸੀਂ ਮੋਦੀ ਸਰਕਾਰ ਨੂੰ ਝੁਕਾਉਣਾ, ਠੀਕ ਹੈ, ਰਾਜਨੀਤਿਕ ਪਾਰਟੀਆਂ ਆਪਣੇ ਲੈਵਲ ਤੇ ਰਹੋ, ਪਰ ਇਸ ਨੂੰ ਝੁਕਾਉਣ ਵਾਸਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੇ ਝੰਡੇ ਇੱਕ ਪਾਸੇ ਰੱਖ ਦਿਓ। ਸਾਰੀਆਂ ਕਿਸਾਨ ਯੂਨੀਅਨਾਂ ਸਾਰੇ ਠੀਕ ਹੈ, ਯੂਨੀਅਨ ਰੱਖੋਗੇ, ਉਹਨਾਂ ਨੂੰ ਝੰਡਿਆਂ ਨੂੰ ਇੱਕ ਪਾਸੇ ਬੰਨ੍ਹ ਕੇ ਰੱਖ ਦਿਓ। ਇੱਕ ਝੰਡਾ, ਕਿਸਾਨ ਬਚਾਓ, ਜ਼ਿਮੀਂਦਾਰ ਕਿਸਾਨ ਬਚਾਓ, ਖੇਤੀ ਬਚਾਓ, ਪੰਜਾਬ ਬਚਾਓ, ਪੰਜਾਬ ਦੀ ਸਾਰੀ ਆਬਾਦੀ ਨੂੰ ਬਚਾਓ ਤੇ ਹਿੰਦੁਸਤਾਨ ਨੂੰ ਬਚਾਓ। ਆਓ ਗੱਲ ਕਰਦੇ ਹਾਂ ਹੋਰ ਕਿਸਾਨ ਆਗੂਆਂ ਦੇ ਨਾਲ। ਬਾਬਾ ਜੀ ਤੁਹਾਡਾ ਕੀ ਨਾਮ ਹੈ? ਜੈਵ ਸਿੰਘ ਆ ਜੀ। ਕਿਹੜੀ ਯੂਨੀਅਨ ਆਪਣੀ? ਕ੍ਰਾਂਤੀਕਾਰੀ ਯੂਨੀਅਨ ਪੰਜਾਬ। ਤੇ ਕਿੱਥੋਂ ਆਏ ਹੋ ਤੁਸੀਂ? ਪਿੰਡ ਲਾਹੌਰ ਜੀ। ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਏ ਨੂੰ? ਆਏ ਨੂੰ ਸਾਨੂੰ ਹੋ ਗਏ 3 ਦਿਨ।
ਤੁਸੀਂ ਕਿਵੇਂ ਦੇਖਦੇ ਹੋ ਸਰਕਾਰ ਦੀ ਕਾਰਜਕਾਰੀ ਨੂੰ, ਕਿਉਂਕਿ ਆਰਡੀਨੈਂਸਾਂ ਤੇ ਤੁਹਾਡਾ ਕੀ ਪ੍ਰਤੀਕਰਮ ਹੈ? ਸਰਕਾਰ ਦੇ ਤਾਂ ਜੀ ਇਹ ਮਾੜੀਆਂ ਨੀਤਾਂ ਨੇ, ਇਹਨਾਂ ਦੇ ਸਾਰੇ ਇਹਨਾਂ ਨੇ ਕੋਈ ਚੰਗਾ ਨਹੀਂ ਕੰਮ ਕਰਦੇ। ਜਿਵੇਂ ਮੋਦੀ ਆ, ਇਹ ਨਾ ਫਸਲਾਂ ਬਾਰੇ ਸੋਚਦਾ, ਨਾ ਕੋਈ ਅੱਗ ਲਾਉਣ ਵਾਸਤੇ ਉਹ ਕਰਦਾ, ਨਾ ਜਿਹੜੀਆਂ ਸਾਡੀਆਂ ਸ਼ਰਤਾਂ ਨੇ ਤੇ ਉਹ ਨਹੀਂ ਦੇਣਾ ਮੰਨਦਾ। ਪਰ ਜੇ ਨਹੀਂ ਸ਼ਰਤਾਂ ਦਊਗਾ ਤਾਂ ਸਾਨੂੰ ਇੱਦੋਂ ਵੀ ਵੱਧ ਤੇ ਵੱਧ ਇਹ ਸਾਨੂੰ ਧਰਨੇ ਲਾਉਣ ਦੀ ਵੱਧ ਤੇ ਵੱਧ ਕਰਾਂਗੇ। ਤੇ ਜੇਕਰ ਕੇਂਦਰ ਸਰਕਾਰ ਇਹਨੇ ਵਿਰੋਧ ਨੂੰ ਦੇਖਦੇ ਹੋਏ ਆਰਡੀਨੈਂਸ ਵਾਪਸ ਨਹੀਂ ਕਰਦੀ ਹੈ ਤਾਂ ਫਿਰ ਕੀ ਕਰੋਗੇ? ਫੇਰ ਕਰਨਾ ਕੀ ਹੈ ਜੀ, ਫਿਰ ਤਾਂ ਜੀ ਸੜਕਾਂ ਤੇ ਬੈਠਾਂਗੇ ਤੇ ਅਸੀਂ ਸਾਨੂੰ ਹੋਰ ਤਾਂ ਸਾਡਾ ਕੋਈ ਇਲਾਜ ਹੀ ਨਹੀਂਗਾ ਇਹ ਚੀਜ਼ ਤੋਂ ਬਿਨਾ। ਜੋ ਆਪਣੀ ਜਿੰਨੀ ਸਾਡੀ ਏਕਾ ਹੋਊਗੀ, ਇਹ ਹੁਣ ਸਾਡੀ ਸਾਰੇ ਜਥੇਬੰਦੀਆਂ ਦੀ ਏਕਾ ਹੋਈ ਹੈ, ਏਕਾ ਕਰਕੇ ਤਾਂ ਇਹਨਾਂ ਨੂੰ ਮਾੜਾ ਮੋਟਾ ਇਹਨਾਂ ਦੀ ਜੂੰ ਫਰਕੂਗੀ, ਨਹੀਂ ਇਹਨਾਂ ਦੇ ਕੋਈ ਯਾਦ ਨਹੀਂ। ਕਿਉਂ ਇਹਨਾਂ ਦੇ ਨਾ ਕੋਈ ਗਰੀਬੀ ਯਾਦ ਆ, ਨਾ ਕੋਈ ਗਰੀਬ ਭੁੱਖੇ ਮਰਦੇ ਨੇ ਬੰਦੇ। ਕਰੋਨਾ ਦਾ ਨਾਮ ਲੈ ਕੇ ਇਹਨਾਂ ਨੇ ਇੱਕ ਲਾਹਾ ਲੈ ਲਿਆ, ਲਾਹਾ ਵੀ ਇਹ ਲਿਆ ਵੀ ਇਹ ਭੋਲੇ ਜੱਟ ਨੇ, ਭੋਲੇ ਗਰੀਬ ਲੋਕ ਨੇ, ਵੀ ਇਹਨਾਂ ਨੂੰ ਕੀ ਪਤਾ। ਪਰ ਨਹੀਂ, ਅਸੀਂ ਇਹਨਾਂ ਦੀ ਗਰਦਨ ਤੇ ਗੋਡਾ ਧਰ ਕੇ ਇਹ ਸਰਕਾਰਾਂ ਦੇ ਇਹਨਾਂ ਨੇ ਜਿਵੇਂ ਮੋਦੀ ਉਹ ਕਰਦਾ, ਇਹਨਾਂ ਨੂੰ ਸਾਰਾ ਕੰਮ ਕਰਨਾ ਸਿਖਾ ਦਾਂਗੇ ਵੀ ਕਿਵੇਂ ਹੋਊਗਾ। ਉਦੋਂ ਮਰਨੀ ਮਰ ਜੂਗੀ ਸਾਡੀ ਯੂਨੀਅਨ, ਪਰ ਅਸੀਂ ਪਿੱਛੇ ਨਹੀਂ ਹਟਾਂਗੇ। ਤੁਸੀਂ ਕਿੱਥੋਂ ਆਏ ਹੋ? ਅਸੀਂ ਲੌਟ ਪਿੰਡ ਆ ਜੀ। ਕਿੰਨੇ ਦਿਨਾਂ ਤੋਂ ਬੈਠੇ ਹੋ ਧਰਨੇ ਤੇ? ਬਸ ਹੀ ਰੋਜ਼ ਆਉਂਦੇ ਜੀ 3 ਦਿਨਾਂ ਤੋਂ ਲਗਾਤਾਰ। ਤੁਸੀਂ ਸਰਕਾਰਾਂ ਨੂੰ ਕਿਸ ਨਜ਼ਰੀਏ ਤੋਂ ਦੇਖਦੇ ਹੋ? ਅਸੀਂ ਇਹ ਸਰਕਾਰਾਂ ਮਾੜਾ ਕਰ ਰਹੀਆਂ ਨੇ ਜੀ। ਇਹਦੇ ਵਿੱਚ ਸਾਰਾ ਦੇਖੋ, ਹੁਣ ਜੇ ਆਰਡੀਨੈਂਸ ਪਾਸ ਕਰਤੇ ਕਿਸਾਨ ਖਤਮ ਹੋ ਜਾਊਗਾ। ਇਹਦੇ ਨਾਲ ਇਕੱਲੇ ਕਿਸਾਨ ਦਾ ਨੁਕਸਾਨ ਨਹੀਂ ਹੈਗਾ, ਸਾਰਾ ਜਿਹੜਾ ਇੰਡਸਟਰੀ ਸਾਰਾ ਚੱਲ ਰਿਹਾ, ਜਿੱਥੋਂ ਦਵਾਈਆਂ, ਕੋਈ ਰੇ, ਕੋਈ ਹੋਰ ਜੋਬ ਵਾਲਾ, ਸਾਰਾ ਗਰੀਬ ਜਨਤਾ ਸਾਰਾ ਇਹਦੇ ਵਿੱਚ ਬਰਬਾਦ ਹੋ ਜਾਊਗਾ। ਆਓ ਗੱਲ ਕਰਦੇ ਹਾਂ ਕੁਝ ਨੌਜਵਾਨ ਸਾਥੀਆਂ ਨਾਲ। ਬਾਈ ਜੀ ਤੁਸੀਂ ਕਿੱਥੋਂ ਆਏ ਹੋ? ਅਸੀਂ ਬਾਈ ਜੀ ਸੰਗਰੂਰ ਤੋਂ। ਬੀਜੇਪੀ ਸਰਕਾਰ ਦਾ ਕਹਿਣਾ ਹੈ ਕਿ ਇਹ ਜੋ ਆਰਡੀਨੈਂਸ ਪਾਸ ਕੀਤੇ ਨੇ ਇਹਨਾਂ ਨਾਲ ਐਮਐਸਪੀ ਖਤਮ ਨਹੀਂ ਹੋਊਗੀ। ਤੁਸੀਂ ਐਂ ਦੱਸੋ ਕਿ ਐਮਐਸਪੀ ਕਿਵੇਂ ਖਤਮ ਹੋਊਗੀ? ਇਹ ਵੀਰ ਜੀ ਸਰਾਸਰ ਝੂਠ ਹੈ, ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ। ਇਹ ਤੁਹਾਨੂੰ 1-2 ਸਾਲ 50-100 ਰੁਪਏ ਦਾ ਲਾਲਚ ਦੇ ਕੇ, ਇਹ ਤਾਂ ਜਦੋਂ ਮੰਡੀਕਰਨ ਟੁੱਟ ਗਿਆ। ਜੇ ਮੰਨ ਲਓ ਜੇ ਮੋਦੀ ਕਹਿੰਦਾ ਮੈਂ ਕਿਸਾਨਾਂ ਦੇ ਪੱਖ ਵਾਸਤੇ ਕਰ ਰਿਹਾ, ਫਿਰ ਸਵਾਮੀਨਾਥਨ ਦੀ ਰਿਪੋਰਟ ਤੇ ਕਿਉਂ ਨਹੀਂ ਲਾਗੂ ਕਰ ਰਿਹਾ? ਇਹ ਤਾਂ ਆਪਦੇ ਅਡਵਾਨੀਆਂ ਤੇ ਅਬਾਨੀਆਂ ਦੇ ਫਾਇਦਿਆਂ ਵਾਸਤੇ ਕਿਸਾਨਾਂ ਦਾ ਬੇੜਾ ਗਰਕ ਕਰਨ ਤੇ ਲੱਗਿਆ ਹੋਇਆ, ਉਹ ਇਹਨੇ ਕਰ ਦਿੱਤਾ। ਪਰ ਜਿਹੜੇ ਇਹਨੇ ਬਿੱਲ ਪਾਸ ਕਰੇ ਨੇ, ਉਹ ਅਸੀਂ ਇਹਦੀ ਹਿੱਕ ਤੇ ਨੱਚ ਕੇ ਤੋਂ ਬਿੱਲ ਪਾੜਵਾ ਕੇ ਰਹਾਂਗੇ। ਕਿਉਂਕਿ ਜੇ ਅਸੀਂ ਟਿੱਬੇ ਚੱਕ ਕੇ ਝੋਨੇ ਲਾਉਣ ਜਾਣਦੇ ਹਾਂ ਤਾਂ ਅਸੀਂ ਇਹ ਸਰਕਾਰਾਂ ਤੋਂ ਹੱਕ ਲੈਣੇ ਵੀ ਚੰਗੀ ਤਰ੍ਹਾਂ ਜਾਣਦੇ ਹਾਂ। ਤੇ ਸਰਕਾਰ ਦਾ ਤਾਂ ਮੋਦੀ ਸਰਕਾਰ ਦਾ ਤੇ ਮੋਦੀ ਦਾ ਕਹਿਣਾ ਕਿ ਇਹ ਜੋ ਆਰਡੀਨੈਂਸ ਨੇ ਇਹ ਕਿਸਾਨਾਂ ਲਈ ਇਤਿਹਾਸਿਕ ਸਾਬਤ ਹੋਣਗੇ। ਦੇਖੋ ਲੀਡਰਾਂ ਨੇ ਸਾਨੂੰ ਕੀ ਦਿੱਤਾ ਹੈ? ਹਿੰਦੁਸਤਾਨ ਦੀ ਰਾਜਨੀਤੀ ਮੇਰੇ ਹਿੰਦੁਸਤਾਨ ਨੂੰ ਖਾ ਗਈ, ਸਾਡੀ ਨੌਜਵਾਨੀ ਵਰਗ ਨੂੰ ਲੀਡਰ ਖਾ ਗਏ। ਕੀ ਕੀਤਾ ਇਹਨਾਂ ਨੇ? ਸਾਰੀ ਉਮਰ ਇਹਨਾਂ ਨੇ ਬਸ ਰੈਲੀਆਂ ਕੀਤੀਆਂ ਨੇ, ਜਥੇਦਾਰਾਂ ਨੂੰ ਮੂਹਰੇ ਲਾ ਕੇ ਝੂਠ ਤੂਫਾਨ ਜੁਮਲੇਬਾਜ਼ੀਆਂ ਛੱਡ ਕੇ। ਕੀ ਕੀਤਾ ਮੋਦੀ ਨੇ? ਪਹਿਲਾਂ ਕਹਿੰਦੀ ਕਾਲਾ ਧਨ ਲਿਆਉਂਗਾ, ਲਿਆਂਦਾ। ਕਹਿੰਦੀ 15 ਲੱਖ ਖਾਤਿਆਂ 'ਚ ਪਾ ਦੂੰਗਾ, ਪਾਤਾ। ਕੈਪਟਨ ਕਹਿੰਦੀ ਨੌਕਰੀਆਂ ਦੇ ਦੂੰਗਾ, ਦੇਤੀਆਂ। ਪਹਿਲਾਂ ਬਗਰਾੜੀ ਵਾਲਿਆਂ ਨੂੰ ਕਹਿੰਦੇ ਫੜ ਕੇ ਅੰਦਰ ਦੇ ਦਾਂਗੇ, ਦੇ। ਕੀ ਕਰਤਾ ਇਹਨਾਂ ਨੇ? ਆਪਣੇ ਮੁੱਦਾ ਉਨਾ ਟਾਈਮ ਰਹਿੰਦਾ ਜਿੰਨਾ ਟਾਈਮ ਉਹ ਮੀਡੀਆ 'ਚ ਰਹਿੰਦਾ। ਇੱਥੇ ਕਾਨੂੰਨ ਅਵਸਥਾ ਦੇਸ਼ ਦੇ, ਆਪਣੇ ਦੇਸ਼ ਦੇ ਵਿੱਚ ਕੋਈ ਕਾਨੂੰਨ ਦੀ ਨਵੀਂ ਚੀਜ਼ ਹੀ ਹੈ ਨਹੀਂ। ਨੌਜਵਾਨ ਤੁਸੀਂ ਦੇਖ ਲਓ, ਨਿਗਾਹ ਮਾਰ ਕੇ 20% ਬਜ਼ੁਰਗ ਨੇ, 80% ਨੌਜਵਾਨ ਵਰਗ ਧਰਨਿਆਂ ਤੇ ਤੁਰਿਆ ਫਿਰਦਾ ਹੈ। ਸਾਡਾ ਅਸੀਂ ਮਤਲਬ ਮੈਂ ਇਕੱਲੇ ਹੀ ਮੁੰਡਾ, ਮੇਰੀ ਮਾਂ ਹੈ ਇਕੱਲੀ ਘਰੇ। ਹਾਲਾਂਕਿ ਮੈਂ ਘਰੇ ਕਹਿ ਕੇ ਆਉਣਾ ਵੀ ਮੇਰਾ ਆਟੇ ਦੇ ਵਿੱਚ ਪਾਣੀ ਨਾ ਪਾਈ, ਕਿਉਂਕਿ ਸਰਕਾਰਾਂ ਨਾ ਤਾਂ ਗੋਲੀ ਚਲਾਉਣ ਤੋਂ ਡਰਦੀਆਂ ਨੇ, ਇਹ ਸਾਨੂੰ ਮਰਵਾ ਕੇ ਹਟਣਗੀਆਂ। ਜਿਹੜੇ RSS ਦੇ ਮੋਦੀ, BJP ਸਰਕਾਰ, ਗੁੰਡੀ ਸਰਕਾਰ, ਇਹਨੇ ਸਾਡੇ ਕਿਸਾਨਾਂ ਦਾ ਸਾਡੇ ਨਾਲ ਜਿਹੜਾ ਖਿਲਵਾੜ ਕੀਤਾ ਹੈ, ਸਾਡੀ ਕਿਸਾਨੀ ਦੇਖੋ ਪਹਿਲਾਂ ਹੀ ਖਤਮ ਕਰਤੀ। ਦੇਖੋ ਜੇ ਸੋਚੀਏ ਅੰਕੜਿਆਂ ਦੇ ਮੁਤਾਬਕ ਸਾਡੀ ਫਸਲ ਦੇ ਭਾਅ ਸਾਨੂੰ ਕਿੰਨੇ ਚਾਹੀਦੇ ਨੇ, ਸਾਡੀ ਯੂਰੀਆ, DAP, ਖਾਦ, ਸਾਨੂੰ ਉਹ ਸਾਰਾ ਕੁਝ ਇਹਨਾਂ ਨੇ ਆਧਾਰ ਕਾਰਡ ਤੇ ਮਿਲਣ ਲਾਤਾ। ਨਸ਼ਾ ਇਹਨਾਂ ਨੇ ਆਮ ਮਿਲਣ ਲਾਤਾ। ਕਿਉਂ? ਸਬਜ਼ੀ ਵੇਚਣ ਵਾਲੇ ਦਾ ਚਲਾਨ ਕੱਟਿਆ ਜਾਂਦਾ, ਨਸ਼ਾ ਵੇਚਣ ਵਾਲੇ ਨੂੰ ਸਲਾਮ ਕਰਿਆ ਜਾਂਦਾ ਹੈ। ਕਿਉਂ? ਜਿਹੜਾ ਸਨੀ ਦਿਓਲ ਕਹਿੰਦਾ ਸੀ ਲੋਕਾਂ ਨੂੰ ਮੈਂ ਮੇਰੇ ਨਾਲ ਜੁੜੋ, ਮੈਂ ਤੁਹਾਡੇ ਨਾਲ ਜੁੜੂੰਗਾ, ਅੱਜ ਉਹ BJP ਦਾ ਚਮਚਾ ਕਿਉਂ ਬਣ ਕੇ ਖੜ ਗਿਆ? ਅੱਜ ਉਹ ਸਾਡੇ ਕਿਸਾਨਾਂ ਦੇ ਹੱਕ 'ਚ ਕਿਉਂ ਨਾ ਸੜਕਾਂ ਤੇ ਆਇਆ? ਹੁਣ ਇੱਥੇ ਇੱਕ ਮੈਂ ਹੋਰ ਗੱਲ ਦੱਸਣੀ ਚਾਹੁੰਦਾ ਤੁਹਾਨੂੰ। ਆਪਣੇ ਜਿਹੜੇ ਪਿੰਡਾਂ ਦੇ ਨਾ ਜਥੇਦਾਰ ਹੁੰਦੇ ਨੇ, ਲੀਡਰ, ਉਹਨਾਂ ਤੋਂ ਥੋੜਾ ਜਿਹਾ ਬਚ ਕੇ ਰਹਿਣ ਦੀ ਲੋੜ ਹੈ। ਉਹ ਥੋੜਾ ਜਿਹਾ ਕਿਸਾਨ ਭਰਾਵਾਂ ਦਾ ਮਾਹੌਲ ਖਰਾਬ ਕਰਨਗੇ। ਜਿਹੜੇ ਜਥੇਦਾਰ ਪੱਗਾਂ ਬੰਨ੍ਹਣ ਵਾਲੇ ਹੁੰਦੇ ਨੇ, ਉਹ ਪਿੰਡ ਦਾ ਇਕੱਠ ਕਰਕੇ ਨਾਅਰੇ ਲਾਉਂਦੇ ਜਾਂਦੇ ਹੁੰਦੇ ਨੇ ਲੀਡਰਾਂ ਦੇ, ਉਹ ਆਪਦੇ ਮੁੰਡਿਆਂ ਨੂੰ ਤਾਂ ਨੌਕਰੀ ਤੇ ਲਵਾ ਜਾਂਦੇ ਨੇ, ਸਾਰਾ ਪਿੰਡ ਉੱਥੇ ਦਾ ਉੱਥੇ ਹੀ ਰਹਿ ਗਿਆ। ਇਹ ਅਸੀਂ ਕਿੰਨੇ ਸਾਲਾਂ ਤੋਂ ਦੇਖ ਰਹੇ ਹਾਂ। ਇਹਨਾਂ ਦੀਆਂ ਗੱਲਾਂ 'ਚ ਆਉਣ ਦੀ ਲੋੜ ਨਹੀਂ। ਕਿਸਾਨ ਜਥੇਬੰਦੀਆਂ ਦਾ ਸਾਥ ਦਿਓ। ਕਾਰਨ ਕੀ ਹੈ?
ਕੋਈ ਆਪਾਂ ਨੇ ਭੰਨ ਤੋੜ ਨਹੀਂ ਕਰਨੀ, ਕਿਸੇ ਦੇ ਆਪਾਂ ਨੇ ਗੱਲਾਂ ਜਾ ਕੇ ਭੜਕਣਾ ਨਹੀਂ। ਬਾਕੀ ਕਿਸਾਨ ਯੂਨੀਅਨ ਜਥੇਦਾਰਾਂ ਨੂੰ ਬੇਨਤੀ ਹੈ, ਜਿਹੜੀਆਂ ਜਥੇਬੰਦੀਆਂ ਨੇ, ਵੀ ਇਹ ਨੌਜਵਾਨ ਵਰਗ ਨੂੰ ਨਿਗਾਹ ਦੇ ਵਿੱਚ ਰੱਖ ਕੇ ਫੈਸਲੇ ਲੈਣ, ਇਹਨਾਂ ਦੀ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਨ ਵੀ ਦੱਸੋ ਅਸੀਂ ਕਿੱਥੇ ਜਾਈਏ। ਇਹਨਾਂ ਨੂੰ ਡਰਨ ਦੀ ਲੋੜ ਨਹੀਂ। 8 ਦਿਨ ਹੋ ਗਏ ਪਟਿਆਲੇ ਬੈਠਿਆਂ ਨੂੰ, ਇੱਥੋਂ ਅੱਗੇ ਦਾ ਐਲਾਨ ਕਿਉਂ ਨਹੀਂ ਕਰ ਰਹੇ। ਬਾਕੀ ਸਾਡੀ ਜਿਹੜੀ ਕਿਸਾਨੀ ਆ ਉਹਦਾ ਇੰਨਾ ਬੁਰਾ ਹਾਲ ਹੈ ਵੀ ਰਹੇ ਰੱਬ ਦਾ ਨਾਮ। ਬਿਜਲੀ ਦੇ ਬਿੱਲ ਇੰਨੇ ਮਹਿੰਗੇ ਕਰਤੇ, ਸਾਨੂੰ ਪੱਖੇ ਥੱਲੇ ਬਹਿ ਕੇ ਵੀ ਗਰਮੀ ਆਉਂਦੀ ਹੈ, ਕਿਉਂਕਿ ਸਾਨੂੰ ਪੱਖਾ ਜਿੰਨੀ ਤੇਜ਼ ਚੱਲਦਾ ਉਦੋਂ ਤੇਜ਼ ਮੀਟਰ ਚੱਲਦਾ, ਉਹਦੀਆਂ ਇੰਨੇ ਨੇ ਬਿੱਲ ਆ ਗਏ, ਲੋਕਾਂ ਤੋਂ ਬਿੱਲ ਨਹੀਂ ਭਰੇ ਜਾਂਦੇ। ਇਹ ਲੋਕ ਨੇ ਜਿਹੜੇ ਪੰਜਾਬ ਦੇ ਦਿਲ ਦਰਿਆ ਜ਼ਰੂਰ ਨੇ, ਪਰ ਇਹ ਬੇਈਮਾਨ ਨਹੀਂ ਹੈਗੇ। ਕੀ ਹੈ, ਇਹਨਾਂ ਨੂੰ ਪਤਾ ਹੀ ਲੱਗ ਰਿਹਾ ਸਾਡੇ ਨਾਲ ਕੀ ਹੋ ਰਿਹਾ ਹੈ। ਜਮਾ ਖਤਮ ਕਰਤਾ ਇਹਨਾਂ ਨੇ ਪੰਜਾਬ। ਅਸੀਂ ਸਾਡਾ ਪੰਜਾਬ ਪੰਜਾਬ ਰੱਖਾਂਗੇ। ਇਹ ਪੰਜਾਬ ਕੱਲਾ ਅੱਖਰਾਂ ਦਾ ਪੱਪੇ ਤੇ ਟਿੱਪੀ ਜੱਜੇ ਨੂੰ ਕਰਨਾ ਬੱਬਾ ਪੰਜਾਬ ਰਹਿ ਗਿਆ, ਅੰਦਰੋਂ ਬਿਹਾਰ ਕਰਤਾ ਇਹਨਾਂ ਨੇ। ਕੀ ਰਹਿ ਗਿਆ ਪੰਜਾਬ 'ਚ? ਟੋਲ ਟੈਕਸ ਲਾਤੇ ਇਹਨਾਂ ਨੇ, ਆਪਦੀਆਂ ਇਹਨਾਂ ਨੇ ਕੰਪਨੀਆਂ ਖੋਲ੍ਹ ਲਈਆਂ, ਫੈਕਟਰੀਆਂ ਖੋਲ੍ਹੀ ਜਾਂਦੇ ਨੇ। ਦੇਖੋ ਪਹਿਲਾਂ ਇਹਨਾਂ ਨੇ ਕੀ ਕੀਤਾ ਹੈ, ਜੀਰੀ ਇਹਨਾਂ ਦੀ ਮਰਜ਼ੀ ਨਾਲ ਲਾਉਨੇ ਆ, ਵੱਢਦੇ ਇਹਨਾਂ ਦੀ ਮਰਜ਼ੀ ਨਾਲ ਆ, ਤੇ ਖਾਦ ਹੈ ਜਿਹੜੀ ਡੀਜ਼ਲ ਹੈ ਉਹਦੇ ਇੰਨੇ ਰੇਟ ਵਧਾਤੇ ਵੀ ਸਾਡੀਆਂ ਢੋਲੀਆਂ ਨੂੰ ਜਰ ਲੱਗ ਗਈ। ਅਸੀਂ ਸਪਰੇਅ ਲੈਣ ਜਾਂਦੇ ਨਹੀਂ ਡਰਦੇ ਦੁਕਾਨ ਤੋਂ, ਕਿਉਂਕਿ 3-4 ਹਜ਼ਾਰ ਕਿੱਲੇ ਦੀ ਸਪਰੇਅ ਆ ਜਾਂਦੀ ਹੈ, ਕਿੱਥੋਂ ਲਈਏ ਅਸੀਂ। ਆੜ੍ਹਤੀਏ ਜਵਾਬ ਦੇਣ ਲੱਗ ਜਾਣਗੇ, ਕਿਉਂਕਿ ਇਹ ਦੇਖੋ ਸਾਫ਼ ਕਹਿ ਰਹੇ ਨੇ। ਆਪਣਾ ਜਿਹੜਾ ਰਮੀਸ਼ ਕੁਮਾਰ ਹੈ, ਪੱਤਰਕਾਰ ਹੈ ਜਿਹੜਾ ਵੱਡਾ, ਉਹਨੇ ਕਿਹਾ, ਕਹਿੰਦਾ ਵੀ ਇਹ ਆੜ੍ਹਤੀਏ ਨੂੰ ਬਚਾਉਣੋਂ ਵਿਚੋਲਿਆਂ ਇਹਨੂੰ ਖਤਮ ਕਰ ਰਹੀ ਹੈ ਸਰਕਾਰ। ਕਿਉਂ ਕਰ ਰਹੀ ਹੈ? ਜਿਹੜੇ ਆੜ੍ਹਤੀਏ ਸਾਨੂੰ ਸਾਡੀ ਲੱਖ ਰੁਪਏ ਦੀ ਜੀਰੀ ਹੁੰਦੀ ਆ 5-5 ਲੱਖ ਦੀ ਬੈਠੇ ਨੇ, ਉਹ ਜੱਟਾਂ ਨੂੰ ਤਾਂ ਪਹਿਲੀ ਜਵਾਬ ਦੇਈ ਜਾਂਦੇ ਨੇ ਆੜ੍ਹਤੀਏ। ਪਹਿਲਾਂ ਇਹਨਾਂ ਨੇ ਬੈਂਕਾਂ ਤੋਂ ਜਵਾਬ ਦਵਾਤਾ, ਕਹਿੰਦੇ ਮੈਂ ਕਰਜ਼ਾ ਮਾਫ ਕਰੂੰਗਾ। ਲੋਕਾਂ ਨੇ ਕਿਸ਼ਤਾਂ ਨਹੀਂ ਭਰੀਆਂ, ਲੋਕ ਚੱਕ ਕੇ ਉਹਨਾਂ ਨੇ ਡਿਫਾਲਟਰ ਪਾਤੇ। ਕੀ ਕੀਤਾ ਇਹਨਾਂ ਨੇ? ਸਾਡੇ ਲੋਕਾਂ ਨਾਲ ਜਦੋਂ ਕਰਦੇ ਨੇ ਧੋਖਾ ਹੀ ਕਰਦੇ ਨੇ। ਜੇਕਰ ਇੰਨੇ ਵਿਰੋਧ ਦੇ ਬਾਵਜੂਦ ਕੇਂਦਰ ਸਰਕਾਰ ਨੇ ਇਹ ਬਿੱਲ ਵਾਪਸ ਨਹੀਂ ਕੀਤੇ ਤਾਂ ਫਿਰ ਕੀ ਕਰੋਗੇ? ਅਸੀਂ ਕਿਸਾਨ ਜਥੇਬੰਦੀਆਂ ਨੂੰ ਉਹੀ ਰੋਜ਼ ਦੀ ਰੋਜ਼ ਮੈਂ ਅਪੀਲ ਕਰਦਾ ਵੀ ਇਹ ਬੱਸਾਂ ਤੇ ਟਰਾਲੀਆਂ 'ਚ ਬਹਿ ਕੇ ਧੁੱਪੇ ਬਹਿ ਕੇ ਮੋੜਨ ਦਾ ਕੋਈ ਆਈਡੀਆ ਨਹੀਂ ਲੋਕਾਂ ਨੂੰ। ਇਹਨਾਂ ਦਾ ਸੰਘਰਸ਼ ਹੈ ਜਿਹੜਾ ਤੇਜ਼ ਕਰੋ। ਉਹ ਇਹ ਨਹੀਂ ਕੋਈ ਜ਼ਰੂਰੀ ਆਪਾਂ ਨੇ ਕੋਈ ਭੰਨ ਤੋੜ ਜਾਂ ਕੋਈ ਨੁਕਸਾਨ ਕਰਨਾ ਹੈ। ਸੜਕਾਂ ਰੋਕੋ, ਰੇਲਾਂ ਰੋਕੋ, ਇਹਨਾਂ ਨਾਲ ਗੱਲ ਕਰੋ। ਦਿੱਤਾ ਹੋਇਆ ਨਾ ਪ੍ਰੋਗਰਾਮ ਰੇਲਾਂ ਰੋਕਣ ਦਾ। ਇਹਨਾਂ ਜਿਹੜੀ ਨੌਜਵਾਨੀ ਵਰਗ ਹੈ ਉਹ ਇੰਨਾ ਜੁੜ ਗਿਆ ਵੀ ਮੈਂ ਤੁਹਾਨੂੰ ਕਹੀਆਂ ਨਾ ਧਰਨੇ ਤਾਂ 80% ਅਸੀਂ ਉਰੇ ਆਉਨੇ ਆ। ਕਾਰਨ ਕੀ ਆ? ਸਾਡੇ ਜਿਹੜੇ ਅੱਗੇ ਵਾਲੇ ਨੇ ਉਹਨਾਂ ਨੂੰ ਸਖਤ ਫੈਸਲੇ ਚੱਕਣ ਦੀ ਜ਼ਰੂਰਤ ਹੈ। ਅਸੀਂ ਨਾਲ ਆ, ਅਸੀਂ ਇਹਨਾਂ ਦੇ ਹੁਣ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ। ਤੁਸੀਂ ਪਟਿਆਲਾ 'ਚ ਧਰਨਾ ਲੱਗਿਆ ਹੋਇਆ, ਤੁਸੀਂ ਇਹਨੂੰ ਅੱਗੇ ਸਟੈਪ ਬਾਈ ਸਟੈਪ ਕਿਵੇਂ ਦੇਖਦੇ ਹੋ ਵੀ ਅੱਗੇ ਤੁਸੀਂ ਕੀ ਸਲਾਹ ਦੇਣਾ ਚਾਹੋਗੇ ਵੀ ਅੱਗੇ ਕੀ ਕਰੋ? ਅੱਗੇ ਅਸੀਂ ਕਹਿੰਦੇ ਆ ਵੀ ਜੋ ਦੇਖੋ ਇਹ ਜਿਹੜੀ ਯੂਨੀਅਨ ਹੈ ਗੁਰਾਹਾਂ ਵਾਲੀ ਬਹੁਤ ਪੁਰਾਣੀ ਹੈ। ਜਦੋਂ ਦੇਖੋ ਮਨਜੀਤ ਪੰਧੇਰ ਜੇਲ੍ਹ 'ਚੋਂ ਛੁਡਵਾਇਆ, ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਇਸਨੇ ਕੀ ਕਰਨਾ ਹੈ। ਪਰ ਉਹ ਅੱਜ ਸਟੇਜ ਤੋਂ ਐਲਾਨ ਵੀ ਕਰਨਗੇ। ਦੇਖੋ ਇਹ ਉਹਨਾਂ ਦੇ ਲੀਡਰਾਂ ਦੀ ਆਪਦੀਆਂ ਗੱਲ ਨੇ। ਅਸੀਂ ਇੱਕ ਮਤਲਬ ਵਰਕਰ ਕਹਿ ਲਓ, ਕਿਸਾਨ ਕਹਿ ਲਓ, ਅਸੀਂ ਤਾਂ ਇਹਨਾਂ ਦੇ ਮਗਰ ਹਾਂ। ਸਾਡੇ ਲਈ ਕਹਿਣਾ ਵੀ ਅਸੀਂ ਆਹ ਕਰਾਂਗੇ ਜਾਂ ਉਹ ਕਰਾਂਗੇ ਇਹ ਮੁਸ਼ਕਿਲ ਹੈ। ਉਹ ਉੱਥੋਂ ਸਟੇਜ ਤੋਂ ਜਿਹੜਾ ਐਲਾਨ ਹੋਊਗਾ, ਪਰ ਉਹਨਾਂ ਨੂੰ ਕਹਿਣ ਦਾ ਮਕਸਦ ਸਾਡਾ ਇਹ ਹੈ ਨੌਜਵਾਨੀ ਦਾ, ਜਿਹੜੇ ਆਮ ਅਸੀਂ ਪਿੰਡਾਂ 'ਚੋਂ ਜੱਟ ਆਉਂਦੇ ਆ, ਜਿਹੜੇ ਖੇਤੀ ਕਰਦੇ ਆ, ਵੀ ਸਾਡੀ ਆਵਾਜ਼ ਹੈ ਜਿਹੜੀ ਉਹ ਦਬਾਈ ਨਾ ਜਾਵੇ, ਇਹ ਸੰਘਰਸ਼ ਤੇਜ਼ ਕਰਿਆ ਜਾਵੇ। ਅਸੀਂ ਇਸ ਸੰਘਰਸ਼ ਨੂੰ ਬੜੇ ਆਰਾਮ ਨਾਲ ਲੜਾਂਗੇ, ਸਾਨੂੰ ਬੇਸ਼ੱਕ ਫਾਂਸੀਆਂ ਤੇ ਚੜ੍ਹਨਾ ਪੈ ਜੇ। ਸਰਕਾਰਾਂ ਦੀ ਕਾਰਜਕਾਰੀ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਹਰਸਿਮਰਤ ਕੌਰ ਬਾਦਲ ਨੇ ਵੀ ਅਸਤੀਫਾ ਦੇਤਾ ਤੇ ਕੈਪਟਨ ਅਮਰਿੰਦਰ ਦੀ ਸਰਕਾਰ ਕਿਸਾਨਾਂ ਨਾਲ ਖੜੀ ਏ। ਦੇਖੋ ਜੀ ਹਰਸਿਮਰਤ ਉਹਨਾਂ ਦਾ ਤਾਂ ਮਾਨ ਹੀ ਹੈ ਨਹੀਂ ਕੋਈ। ਉਹਨਾਂ ਦਾ ਤਾਂ ਜ਼ਮੀਰ ਹੀ ਗਿਰ ਗਿਆ ਜਮੀ ਬਾਦਲ ਪਰਿਵਾਰ ਦਾ। ਤਾਂ ਉਹਨਾਂ ਨੇ ਕੀਤਾ ਹੀ ਕੀ ਹੈ? ਜਦੋਂ ਉਹ ਆਪ ਉਹਨਾਂ ਕੋਲ 10 ਸਾਲ ਮੁੱਖ ਮੰਤਰੀ ਸਰਕਾਰਾਂ ਰਹੀਆਂ ਨੇ, ਉਦੋਂ ਉਹਨਾਂ ਨੇ ਜੀਰੀ ਦੀਆਂ ਤਰੀਕਾਂ ਕਿਉਂ ਦਿੱਤੀਆਂ ਸੀ ਲਾਉਣ ਨੂੰ? ਜੇ ਉਹ ਕਿਸਾਨਾਂ ਦੇ ਹਮਾਇਤੀ ਸੀ। ਦੇਖੋ ਅਸੀਂ ਪੀਲੀ ਊਸ਼ਾ ਜੀਰੀ ਜ਼ਿਆਦਾ ਆਪਣੇ ਪੰਜਾਬ ਦੇ ਵਿੱਚ ਉਹ ਲੱਗ ਰਹੀ ਹੈ, ਉਹਦੀ ਤਰੀਕ ਉਹਨਾਂ ਨੇ ਕਿਉਂ ਦਿੱਤੀ ਹੈ? ਉਹ ਤਰੀਕ ਤੋਂ ਅਸੀਂ ਪਹਿਲਾਂ ਲਾ ਨਹੀਂ ਸਕਦੇ, ਆੜ੍ਹਤੀਆਂ ਦੀ ਮਰਜ਼ੀ ਤੋਂ ਬਿਨਾਂ ਅਸੀਂ ਵੱਢ ਨਹੀਂ ਸਕਦੇ। ਅਸੀਂ ਜਾਈਏ ਕਿੱਥੇ? ਅਸੀਂ ਇੱਕ ਰੋਜ਼ ਸਲੋ ਫੇਸ ਸਾਈਡ ਮੌਤ, ਅਣਹੋਣੀ ਮੌਤ ਮਰ ਰਹੇ ਹਾਂ ਅਸੀਂ। ਹਰ ਵਰਗ ਮਰ ਰਿਹਾ ਇੱਥੇ। ਇੱਕ ਲੋਕ ਦੰਦ ਕੱਢਦੇ ਫਿਰਦੇ ਨੇ। ਇਹ ਕੋਈ ਇੱਕ ਆਪਦੀ ਅਣਭੋਲਤਾ ਕਹਿ ਲਓ ਲੋਕਾਂ ਦੀ। ਇਹ ਕੋਈ ਜਿਉਂਦਾ ਪੰਜਾਬ ਨਹੀਂ ਹੈਗਾ, ਮਰ ਗਏ ਅਸੀਂ। ਇਹ ਲੀਡਰਾਂ ਦੀ ਦੇਣ ਹੈ ਸਾਨੂੰ। ਹਿੰਦੁਸਤਾਨ ਦੀ ਰਾਜਨੀਤੀ ਕੀ ਕੀਤਾ ਮੋਦੀ ਸਰਕਾਰ ਨੇ? ਜਦੋਂ ਟਰੰਪ ਇੱਥੇ ਆਇਆ, ਵੈਲਕਮ ਟਰੰਪ, ਕੀ ਕੀਤਾ? ਗਰੀਬਾਂ ਮੂਹਰੇ ਕੰਧਾਂ ਕੱਢ ਕੇ ਉਹਦਾ ਵੈਲਕਮ ਕਰਤਾ। ਸਾਡੇ ਕੋਲ ਲੈ ਕੇ ਆਉਂਦਾ ਟਰੰਪ ਨੂੰ, ਅਸੀਂ ਦੱਸਦੇ ਵੀ ਸਾਡੇ ਨਾਲ ਆਹ ਹੋ ਰਿਹਾ ਹੈਗਾ। ਕੀ ਉਹਨੂੰ ਪਤਾ ਨਹੀਂ ਵੀ ਰੋਜ਼ 300-400 ਬੰਦਾ ਜਾ ਕੇ ਕੰਧਾਂ ਟੱਪਦਾ, 2-2 ਨੰਬਰ 'ਚ ਜ਼ਮੀਨਾਂ ਵੇਚ ਕੇ ਨੌਜਵਾਨ ਬਾਹਰ ਜਾ ਰਹੇ ਨੇ, ਜਹਾਜ਼ ਭਰ ਬਾਹਰ ਜਾ ਰਹੇ ਨੇ। ਆਈਲੈਟਸ ਹੋਇਆ ਪਿਆਗਾ। ਕਿਸ ਦਾ ਧਿਆਨ ਹੈਗਾ ਪੰਜਾਬ ਦੇ ਵਿੱਚ? ਤੁਸੀਂ ਬੱਚੇ ਨੂੰ ਮੈਕ ਕਰਕੇ ਪੁੱਛ ਲਓ, ਉਹ ਕਹੂਗਾ ਮੈਂ ਬਾਹਰ ਜਾਣਾ। ਕਿਉਂ? ਜੇ ਸਾਡੇ ਹਿੰਦੁਸਤਾਨ ਦੇ ਲੀਡਰ ਮਾੜੇ ਨੇ ਤਾਂ ਕਹਿ ਰਹੇ ਅਸੀਂ ਬਾਹਰ ਜਾਣ ਨੂੰ। ਸਾਡਾ ਜੀ ਕਰਦਾ ਆਪਣੀਆਂ ਮਾਵਾਂ ਨੂੰ ਛੱਡ ਕੇ ਜਾਣ ਨੂੰ। ਅਸੀਂ ਜਾਈਏ ਕਿੱਧਰ?
ਹਿੰਦੁਸਤਾਨ ਦੇ ਲੀਡਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਪਹਿਲਾਂ ਤਾਂ ਭਗਤ ਸਿੰਘ ਹੋਰਾਂ ਨੇ ਉਹ ਕਾਲੇ ਅੰਗਰੇਜ਼ਾਂ ਤੋਂ ਆਜ਼ਾਦ ਕਰਾਇਆ ਸੀ, ਹੁਣ ਸਾਨੂੰ ਇਹਨਾਂ ਤੋਂ ਆਜ਼ਾਦ ਕਰਾਉਣ ਵਾਸਤੇ ਵੀ ਕੁਰਬਾਨੀਆਂ ਦੇਣੀਆਂ ਪੈਣਗੀਆਂ। 1947 ਦੇ ਵਿੱਚ ਕਿੰਨਾ ਕਤਲੇਆਮ ਹੋਇਆ, 1984 ਦੇਖ ਲਓ ਤੁਸੀਂ। ਇਹ ਕੀ ਚਾਹੁੰਦੇ ਨੇ? ਜੇ ਮੋਦੀ ਨੂੰ ਲੱਗਦਾ ਵੀ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਫਾਂਸੀ ਤੇ ਚਾੜਨਾ ਹੈ, ਸਾਨੂੰ ਉਹ ਲਿਖ ਕੇ ਦੇ ਦੇ ਵੀ ਕਿੰਨੇ ਨੌਜਵਾਨਾਂ ਦੀ ਫਾਂਸੀ ਚਾਹੀਦੀ ਹੈ, ਅਸੀਂ ਪੈਸੇ ਦੇ ਦਾਂਗੇ। ਸਾਡੇ ਬਜ਼ੁਰਗ ਤਾਂ ਨਹੀਂ ਉਰੇ ਗਰਮੀ 'ਚ ਮਰਨਗੇ। ਆ ਦੇਖ ਲਓ ਤੁਸੀਂ, ਉਰੇ ਕਿਸੇ ਨੂੰ ਪਾਣੀ ਮਿਲਦਾ ਹੈ? ਲਾਈਟ ਕੱਟਦੀ ਸੀ ਉਰੇ ਡੀਸੀ ਨੇ ਪਹਿਲੇ ਦਿਨ। ਲਾਈਟ ਡੀਸੀ ਨੇ ਕੱਟਦੀ ਸੀ? ਡੀਸੀ ਨੇ ਹੁਕਮ ਤਾਂ ਉੱਥੋਂ ਜਾਰੀ ਹੋਏ ਹੋਣਗੇ ਨਾ, ਹੁਕਮ ਤਾਂ ਉੱਥੋਂ ਜਾਰੀ ਹੁੰਦੇ ਨੇ। ਸਾਨੂੰ ਮਤਲਬ ਤੰਗ ਪਰੇਸ਼ਾਨ ਕਰ ਰਹੇ ਨੇ ਵੀ ਇਹ ਥੋੜੇ ਦਿਨ ਪਤਾ ਨਹੀਂ ਚੁੱਪ ਕਰ ਜਾਣਗੇ। ਪਰ ਅਸੀਂ ਇਹ ਗੱਲ ਕਲੀਅਰ ਕਹਿਣੀ ਚਾਹੁੰਦੇ ਹਾਂ ਸਰਕਾਰ ਨੂੰ, ਅਸੀਂ ਚੁੱਪ ਕਰਨ ਵਾਲੇ ਕਿਸਾਨ ਨਹੀਂ ਹੈਗੇ। ਅਸੀਂ ਇਹ ਸੰਘਰਸ਼ ਜਿੱਥੇ ਤੱਕ ਸਾਨੂੰ ਜਾਣਾ ਪਿਆ ਸੀ ਉੱਥੇ ਤੱਕ ਹੀ ਜਾਵਾਂਗੇ। ਹਜੇ ਸਾਡੇ ਮੂੰਹ ਖੁੱਲੇ ਨੇ, ਉਸ ਤੋਂ ਪਹਿਲਾਂ ਕੀ ਮੰਨ ਜਾਣ, ਸਾਡੇ ਹੱਥ ਨਾ ਖੁੱਲਣ ਦੇਣ, ਪਹਿਲਾਂ ਮੰਨ ਜਾਣ। ਕਿਉਂਕਿ ਇਹ ਹੱਥਾਂ ਜੇ ਅਸੀਂ ਟਿੱਬੇ ਪੱਧਰ ਕਰਕੇ ਜੀਰੀ ਲਾ ਸਕਦੇ ਹਾਂ ਤਾਂ ਅਸੀਂ ਹੋਰ ਵੀ ਬਹੁਤ ਕੁਝ ਕਰਨ ਜਾਣਦੇ ਹਾਂ। ਤੁਹਾਨੂੰ ਕੀ ਲੱਗਦਾ ਕਿ ਇੰਨੇ ਵਿਰੋਧ ਦੇ ਬਾਵਜੂਦ ਬੀਜੇਪੀ ਸਰਕਾਰ ਇਹਨਾਂ ਆਰਡੀਨੈਂਸਾਂ ਨੂੰ ਵਾਪਸ ਕਰੇਗੀ? ਕਿਉਂਕਿ ਉਹਨਾਂ ਦਾ ਕਹਿਣਾ ਇਹ ਤਾਂ ਇੱਕ ਇਤਿਹਾਸਿਕ ਫੈਸਲਾ। ਉਹਨਾਂ ਪਤਾ ਕੀ ਹੈ, ਮੀਡੀਆ ਇਹ ਵੀ ਕਹਿੰਦਾ ਵੀ ਮੋਦੀ ਨੇ ਜੋ ਅੱਜ ਤੱਕ ਫੈਸਲੇ ਲਏ ਨੇ ਉਹ ਵਾਪਸ ਨਹੀਂ ਲਏ, ਪਰ ਇਹ ਪਹਿਲਾ ਫੈਸਲਾ ਹੋਊ ਜੱਟਾਂ ਵਿਰੋਧੀ ਜਿਹੜਾ ਉਹਨੂੰ ਵਾਪਸ ਲੈਣਾ ਪਊਗਾ। ਉਹਨੇ ਕਸ਼ਮੀਰ ਦੇ ਲੋਕ ਉੱਥੇ ਫੌਜ ਲਾ ਕੇ ਡਰਾ ਲਏ, ਅਸੀਂ ਡਰਨ ਵਾਲਿਆਂ ਚੋਂ ਨਹੀਂ ਹੈਗੇ। ਗੱਲ ਇਹ ਵੀ ਹੈ। ਤੇ ਦੂਜੀ ਗੱਲ ਤੁਸੀਂ ਇਹ ਦੇਖੋ, ਕਿਸਾਨ ਵੀਰ ਨੇ ਜੇ ਆਪਣੇ ਜਿਹੜੀ ਮਹਿੰਗਾਈ ਹੈ ਉਹ ਕਿੱਥੇ ਤੱਕ ਪਹੁੰਚਾਤੀ ਮੋਦੀ। ਹੋਊਗਾ ਕੀ? ਮੰਨ ਲਓ ਲੋਕ ਸਭਾ ਦੇ ਵਿੱਚ ਇਹ ਬਿੱਲ ਪਾਸ ਹੋ ਗਏ ਨੇ, ਰਾਜ ਸਭਾ ਦੇ ਵਿੱਚ ਇਹ ਬਿੱਲ ਪਾਸ ਹੋ ਗਏ ਨੇ, ਜੇ ਰਾਸ਼ਟਰਪਤੀ ਵੀ ਸਾਈਨ ਕਰ ਦਿੰਦਾ, ਇਹ ਕਾਨੂੰਨ ਬਣ ਜਾਂਦਾ, ਫਿਰ ਅੱਗੇ ਕੀ ਹੋਊਗਾ? ਮੈਂ ਘਰੇ ਸਾਫ਼ ਕਹਿਤਾ, ਅੱਜ ਖੇਤੀ ਛੱਡਤੀ ਅੱਜ ਤੋਂ ਸਮਝੋ। ਅਸੀਂ ਇਸ ਸੰਘਰਸ਼ ਨਾਲ ਹੀ ਚੱਲਾਂਗੇ ਜਿੰਨਾ ਟਾਈਮ ਸਾਡਾ ਕੋਈ ਹੱਲ ਨਹੀਂ ਹੁੰਦਾ। ਅਸੀਂ ਇਹ ਜੁਮਲੇਬਾਜ਼ੀਆਂ ਜਾਂ ਕੋਈ ਮੋਦੀ ਦੀਆਂ ਸਾਸਾਂ ਵੀ ਬਿੱਲ ਤਾਂ ਪਾਸ ਹੋ ਗਿਆ ਚੁੱਪ ਕਰ ਜਾਓ। ਮੇਰੀ ਕਿਸਾਨ ਵੀਰਾਂ ਨੂੰ ਵੀ ਬੇਨਤੀ ਹੈ, ਲੋਕਾਂ ਨੂੰ ਘਰਾਂ 'ਚ ਬੈਠਿਆਂ ਨੂੰ ਵੀ ਬੇਨਤੀ ਹੈ ਵੀ ਕਿਸੇ ਦੀਆਂ ਗੱਲਾਂ 'ਚ ਨਾ ਆਵੋ, ਧਰਨਿਆਂ 'ਚ ਆਓ। ਆਪਾਂ ਇਹ ਸੰਘਰਸ਼ ਜਾਰੀ ਜੰਗ ਰੱਖਿਓ, ਜਿੱਤਾਂਗੇ ਜ਼ਰੂਰ ਆਪਾਂ। ਆਓ ਗੱਲ ਕਰਦੇ ਹਾਂ ਜੋ ਆਗੂ ਪ੍ਰੋਟੈਸਟ ਕਰ ਰਹੇ ਸੀ। ਤੁਹਾਡਾ ਕੀ ਨਾਮ ਹੈ ਜੀ? ਮੈਂ ਕੁੰਦਨ ਗੋਗਿਆ, ਆਮ ਆਦਮੀ ਪਾਰਟੀ 'ਚ ਫਾਊਂਡਰ ਮੈਂਬਰ। ਅਸੀਂ ਪਟਿਆਲਾ ਸ਼ਹਿਰ ਤੋਂ 115 ਨੰਬਰ 'ਚ ਸੀਐਮ ਸਿਟੀ ਦੇ ਵਿੱਚ ਸਾਡਾ ਜਿਹੜਾ ਪ੍ਰੋਟੈਸਟ ਮਾਰਚ ਹੈ ਆਮ ਆਦਮੀ ਪਾਰਟੀ ਦਾ, ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੇ 3 ਬਿੱਲ ਆਰਡੀਨੈਂਸ ਪਾਸ ਕੀਤੇ ਗਏ ਹੈ ਉਹਨੂੰ ਰੱਦ ਕਰਾਉਣ ਦੇ ਵਿੱਚ ਕਿਸਾਨਾਂ ਦੇ ਸਮਰਥਨ 'ਚ ਅੱਜ ਸਾਡਾ ਪੀਸਫੁਲ ਮਾਰਚ ਪਟਿਆਲਾ ਦੇ ਵਿੱਚ ਹੈਗਾ। ਕਿਉਂਕਿ ਜਿਹੜੇ ਬਿੱਲ ਹੈਗੇ ਇਹ ਕਿਸਾਨ ਵਿਰੋਧੀ, ਜਵਾਨ ਵਿਰੋਧੀ ਬਿੱਲ ਹੈ, ਔਰ ਜਿਹੜੇ ਵੀ ਅਜੇ ਤੱਕ ਬੀਜੇਪੀ ਨੇ ਬਿੱਲ ਪਾਸ ਕਰੇ ਹੈ ਸਾਰੇ ਆਮ ਲੋਕਾਂ ਦੇ ਵਿਰੋਧੀ ਹੈਗੇ। ਸਿਰਫ ਅੰਬਾਨੀ ਅਦਾਨੀ ਨੂੰ ਫਾਇਦਾ ਦੇਣ ਵਾਸਤੇ ਇਹ ਬਿੱਲ ਪਾਸ ਕੀਤੇ ਜਾਂਦੇ ਹੈ। ਅਸੀਂ ਇਹਨਾਂ ਬਿੱਲਾਂ ਦੇ ਖਿਲਾਫ ਹੈ। ਆਮ ਆਦਮੀ ਪਾਰਟੀ ਇਹਨਾਂ ਬਿੱਲਾਂ ਦੇ ਬਿਲਕੁਲ ਖਿਲਾਫ ਹੈ। ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਰਲ ਕੇ ਜੋ ਵੀ ਧਰਨਾ ਹੋਏਗਾ, ਮੁਜ਼ਾਹਰਾ ਹੋਏਗਾ, ਕਿਸਾਨਾਂ ਦੇ ਨਾਲ ਖੜੀ ਹੈ। ਔਰ ਕੱਲ ਦੇ ਬੰਦ ਦੇ ਵਿੱਚ ਅਸੀਂ ਕਿਸਾਨਾਂ ਦਾ ਸਮਰਥਨ ਕਰਦੇ ਹਾਂ ਔਰ 25 ਤਰੀਕ 'ਚ ਅਸੀਂ ਬੰਦ 'ਚ ਸ਼ਾਮਲ ਹੋਏਗੀ ਆਮ ਆਦਮੀ ਪਾਰਟੀ। ਤੁਸੀਂ ਇਹ ਜੋ ਪ੍ਰੋਟੈਸਟ ਕੀਤਾ ਸੀ ਇੱਥੇ, ਇਹ ਕਿੰਨੇ ਟਾਈਮ ਤੱਕ ਚੱਲਿਆ? ਸਾਡਾ 1.5 ਘੰਟਾ ਉਰੇ ਪ੍ਰੋਟੈਸਟ ਚੱਲਿਆ, ਅਜੇ ਵੀ ਚੱਲ ਰਿਹਾ ਸਾਡਾ ਪ੍ਰੋਟੈਸਟ। ਜਿਵੇਂ ਸਾਡੀ ਗਾਈਡਲਾਈਨ ਸੀਗੀ 117 ਵਿਧਾਨ ਸਭਾ ਦੇ ਵਿੱਚ ਸਾਡਾ ਪ੍ਰੋਟੈਸਟ ਚੱਲ ਰਿਹਾ। ਤੁਸੀਂ ਜੋ ਇਹ ਪ੍ਰੋਟੈਸਟ ਲਿਖਿਆ ਸੀ ਇੱਥੇ, ਤਾਂ ਇਸ ਦੀ ਪੂਰੀ ਰੂਪਰੇਖਾ ਕੀ ਸੀ? ਅੱਜ ਦਾ ਜਿਹੜਾ ਪ੍ਰੋਟੈਸਟ ਇਹ ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਦੀ ਯੂਨਿਟ ਵੱਲੋਂ ਫੁਆਰਾ ਚੌਂਕ ਵੱਲੇ ਵਿਖੇ ਕੀਤਾ ਗਿਆ। ਇਹ ਪ੍ਰੋਟੈਸਟ ਪੂਰੀਆਂ 117 ਵਿਧਾਨ ਸਭਾ ਜਿਹੜੀਆਂ ਪੰਜਾਬ ਦੀਆਂ ਨੇ ਇਹਦੇ ਵਿੱਚ ਕੀਤਾ ਜਾ ਰਿਹਾ ਹੈ। ਇਹ ਜਿਹੜਾ ਪ੍ਰੋਟੈਸਟ ਹੈ ਕਿੱਥੇ ਦਾ, ਜਿਹੜੀ ਭਾਜਪਾ ਦੀ ਸਰਕਾਰ ਸੈਂਟਰ ਦੇ ਵਿੱਚ ਜਿਹੜਾ ਕਹਿੰਦੀ ਸੀ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ, ਤੇ ਅੱਜ ਦੂਜੇ ਪਾਸੇ ਜਦੋਂ ਦੂਜੀ ਵਾਰ ਸਰਕਾਰ ਬਣਾ ਲਈ ਹੈ ਤੇ ਅੱਜ ਕਿਸਾਨਾਂ ਨਾਲ ਇਹਨਾਂ ਨੇ ਜਿਹੜਾ ਐਡਾ ਵੱਡਾ ਧੋਖਾ ਕੀਤਾ। ਇਸ ਦੇ ਖਿਲਾਫ ਅਸੀਂ ਅੱਜ ਕਿਸਾਨਾਂ ਦੇ ਨਾਲ ਮੋਢਾ ਜੋੜ ਕੇ ਖੜੇ ਹਾਂ ਤੇ ਕਿਸਾਨਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵੀ ਔਰ ਸੈਂਟਰ ਦੇ ਵਿੱਚ ਵੀ ਲਗਾਤਾਰ ਇਹਨਾਂ ਬਿੱਲਾਂ ਦਾ ਜਿਹੜਾ ਵਿਰੋਧ ਕਰਦੀ ਆਈ ਹੈ ਤੇ ਕਰਦੀ ਰਹੂਗੀ। ਜਿੱਥੇ ਇੱਕ ਪਾਸੇ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਸ ਬਿੱਲ ਦਾ ਵਿਰੋਧ ਕੀਤਾ ਤੇ ਦੂਜੇ ਪਾਸੇ ਰਾਜ ਸਭਾ ਦੇ ਵਿੱਚ ਸਾਡੇ ਰਾਜ ਸਭਾ ਮੈਂਬਰ ਜਿਹੜੇ 3 ਸਾਡੇ ਰਾਜ ਸਭਾ ਮੈਂਬਰ ਨੇ ਉਹਨੂੰ ਲੀਡ ਕਰਦੇ ਨੇ ਸੰਜੇ ਸਿੰਘ ਜੀ ਨੇ ਪਿਛਲੇ 4 ਦਿਨ ਤੋਂ ਉੱਥੇ ਧਰਨੇ ਤੇ ਬੈਠੇ ਨੇ ਤੇ ਬਿੱਲ ਦੇ ਖਿਲਾਫ, ਕਿਉਂਕਿ ਜਿਹੜਾ ਉੱਥੇ ਵੋਟਿੰਗ ਨਹੀਂ ਕਰਾਈ ਗਈ, ਉੱਥੇ ਸਿਰਫ ਆਵਾਜ਼ ਦੇ ਥਰੂ, ਆਪਣੀ ਹਾਮੀ ਦੇ ਥਰੂ ਜਿਹੜਾ ਉਹਨਾਂ ਨੇ ਧੱਕੇ ਨਾਲ ਬਿੱਲ ਪੇਸ਼ ਕੀਤਾ। ਇਹ ਜਿਹੜਾ ਜ਼ਬਰ ਜ਼ੁਲਮ ਕਰਨ ਵਾਲੀ ਸਰਕਾਰ ਹੈ, ਇਹ ਕਿਸਾਨਾਂ ਨੂੰ ਮਾਰਨ ਦੀਆਂ ਨੀਤੀਆਂ ਅਪਣਾ ਕੇ ਬਿੱਲ ਲੈ ਕੇ ਆ ਰਹੀ ਹੈ। ਜਿੱਥੇ ਇਹਨਾਂ ਨੇ ਵੱਡੇ ਵਾਅਦੇ ਕੀਤੇ, ਜਿਹੜੇ ਕੇਂਦਰ ਸਰਕਾਰ ਜਿਹੜੇ 3 ਆਰਡੀਨੈਂਸ ਲੈ ਕੇ ਆਈ ਹੈ, ਪਹਿਲਾਂ ਸਾਨੂੰ ਇਹ ਦੱਸੋਗੇ 3 ਆਰਡੀਨੈਂਸ ਇਹ ਕਿਹੜੇ ਨੇ? ਦੂਜਾ, ਤੁਹਾਨੂੰ ਇਹਨਾਂ 3 ਆਰਡੀਨੈਂਸਾਂ ਦੇ ਵਿੱਚ ਗਲਤ ਕੀ ਲੱਗਦਾ? ਜਿਹੜੇ ਆਰਡੀਨੈਂਸ ਨੇ ਇਹਦੇ ਵਿੱਚ ਦੇਖੋ, ਇਹ ਜਿਹੜਾ ਵਪਾਰੀ ਵਰਗ ਹੈ, ਛੋਟਾ ਆੜਤੀ ਹੈ,
ਇਹਨਾਂ ਦੇ ਹੱਥ ਵੱਢੇ ਜਾਣਗੇ। ਇਹਦੇ ਵਿੱਚ ਜਿਹੜੇ ਮਜ਼ਦੂਰ ਨੇ ਉਹ ਮਾਰੇ ਜਾਣਗੇ, ਕਿਉਂਕਿ ਜਦੋਂ ਤੁਸੀਂ ਖੁੱਲੇ ਮੰਡੀ ਦੇ ਵਿੱਚ ਆਪਣੀ ਫਸਲ ਨੂੰ ਵੇਚੋਗੇ ਤੁਹਾਨੂੰ ਜਿਹੜਾ ਇੱਕ ਸਮਰਥਨ ਮੁੱਲ ਹੈ ਉਹ ਮਿਲਣਾ ਨਹੀਂ। ਜਿਵੇਂ ਮੱਕੇ ਦੇ ਉੱਪਰ ਆਪਾਂ ਸਰਕਾਰ ਤਾਂ ਕਹਿੰਦੀ ਹੈ ਕਿ ਐਮਐਸਪੀ ਜਾਰੀ ਰਹੂਗੀ। ਹਾਂਜੀ, ਐਮਐਸਪੀ ਦੀ ਗੱਲ ਮੈਂ ਤੁਹਾਨੂੰ ਦੱਸਦਾ, ਐਮਐਸਪੀ ਤਾਂ ਮੱਕੀ ਦੇ ਉੱਪਰ ਵੀ ਹੈ। ਮੱਕੀ ਦਾ ਮੁੱਲ ਜਿਹੜਾ ਸਮਰਥਨ ਮੁੱਲ 2000 ਰੁਪਏ, ਤੁਸੀਂ ਮੰਡੀਆਂ ਦੇ ਵਿੱਚ ਜਾ ਕੇ ਦੇਖੋ ਕਿਸਾਨ ਉਹ 700 ਰੁਪਏ ਕੁਇੰਟਲ ਨੂੰ। ਪਰ ਬੀਜੇਪੀ ਕਹਿੰਦੀ ਹੈ ਕਿ ਜੇਕਰ ਸਮਰਥਨ ਮੁੱਲ ਨਹੀਂ ਮਿਲਿਆ ਤਾਂ ਅਸੀਂ 15,000 ਕਰੋੜ ਸਕੀਮ ਤਹਿਤ ਰੱਖਿਆ ਹੋਇਆ ਕਿਸਾਨਾਂ ਲਈ। ਇਹ ਦੇਖੋ ਜੀ, ਹਾਂ ਅਸੀਂ ਇਹ ਕਹਿੰਦੇ ਹਾਂ ਵੀ ਉਹ ਅੱਜ 1 ਸਾਲ 2 ਸਾਲ ਕਰਨਗੇ ਸਰਕਾਰ ਨੂੰ, ਇਹਦੀ ਟਰਮ ਖਤਮ ਹੋਣ ਤੱਕ ਉਹ ਤੱਕ ਕਰਨਗੇ। ਜਦੋਂ ਇਹ ਨੈਕਸਟ ਟਰਮ ਫਿਰ ਇਹ ਲੋਕ ਲੁਭਾਵਣੇ ਜਿਹੜੇ ਸੁਪਨੇ ਦਿਖਾਣਗੇ। ਦੂਜੇ ਪਾਸੇ ਤਾਂ ਕਹਿੰਦੇ ਨੇ ਕਿ ਜਿਹੜੀਆਂ ਸਰਕਾਰਾਂ ਕਰਜ਼ਾਈ ਹੋਈ ਪਈਆਂ ਨੇ, ਤੇਲ ਦੇ ਇਹਨਾਂ ਤੋਂ ਮੁੱਲ ਨਹੀਂ ਘਟਦੇ, ਹਰ ਪਾਸੇ ਜਿਹੜੀ ਮਹਿੰਗਾਈ ਦੀ ਮਾਰ ਪੈ ਰਹੀ ਹੈ। ਜੇ ਕਿਤੇ ਸਾਡੇ ਕਿਸਾਨਾਂ ਦੇ ਉੱਪਰ ਇਹ ਬਿੱਲ ਆਉਣ ਨਾਲ ਆਉਣ ਚਾਹੁੰਦੀ ਹੈ, ਇਹਦੇ ਨਾਲ ਹਰ ਇੱਕ ਵਰਗ ਮਾਰਿਆ ਜਾਣਾ, ਚਾਹੇ ਆੜਤੀ ਹੈ, ਚਾਹੇ ਵਪਾਰੀ ਹੈ, ਚਾਹੇ ਕਿਸਾਨ ਨੇ, ਚਾਹੇ ਮਜ਼ਦੂਰ ਨੇ। ਹਰ ਇੱਕ ਇਹਦੇ ਵਿੱਚ ਨਾ ਖੁਸ਼ੀ ਜਿਹੜੀ ਹੋਊਗੀ, ਉਹ ਪੂਰੇ ਦੇਸ਼ ਦਾ ਮਾਹੌਲ ਜਿਹੜਾ ਖੁਸ਼ਗਵਾਰ ਨਹੀਂ ਰਹੂਗਾ ਇਹਨਾਂ ਬਿੱਲਾਂ ਦੇ ਨਾਲ। ਜੋ ਪ੍ਰੋਟੈਸਟ ਇਹ ਆਮ ਆਦਮੀ ਪਾਰਟੀ ਵੱਲੋਂ ਪਟਿਆਲਾ ਦੇ ਵਿੱਚ ਕੀਤਾ ਜਾ ਰਿਹਾ ਹੈ, ਇਹਦੇ ਵਿੱਚ ਇਸ ਪਾਰਟੀ ਦੇ ਵੂਮੈਨ ਸੈੱਲ ਦਾ ਵੀ ਇੱਕ ਬੜਾ ਵੱਡਾ ਯੋਗਦਾਨ ਹੈ। ਉਹ ਗੱਲ ਕਰਦੇ ਹਾਂ, ਤੁਹਾਡਾ ਵਿਰੋਧ ਕੀ ਹੈ ਸਰਕਾਰ ਨਾਲ? ਕਿਉਂਕਿ ਜਿਹੜੇ ਕੇਂਦਰ ਸਰਕਾਰ ਨੇ 3 ਆਰਡੀਨੈਂਸ ਪਾਸ ਕੀਤੇ ਨੇ, ਇਹਨਾਂ ਦੇ ਵਿੱਚ ਤੁਹਾਨੂੰ ਗਲਤ ਕੀ ਲੱਗਦਾ? ਦੇਖੋ, ਇਹਦੇ ਵਿੱਚ ਪਹਿਲੇ ਦਿਨ ਤੋਂ ਹੀ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਹੈ ਉਹ ਵਿਰੋਧ ਕਰ ਰਹੀ ਹੈ ਬਿੱਲਾਂ ਦਾ। ਸਾਰਾ ਕੁਝ ਹੀ ਗਲਤ ਹੈ। ਐਮਐਸਪੀ ਖਤਮ ਹੋ ਜੂ ਤਾਂ ਕਿਸਾਨ ਕਿੱਥੇ ਬਚੂ? ਪਰ ਸਰਕਾਰ ਤਾਂ ਕਹਿੰਦੀ ਹੈ ਕਿ ਐਮਐਸਪੀ ਖਤਮ ਨਹੀਂ ਹੋਊਗੀ। ਨਹੀਂ, ਬਿਲਕੁਲ ਉਹਦੇ ਵਿੱਚ ਲਿਖ ਦੇਣ ਜਿਹੜੇ ਬੀਜੇਪੀ ਵਾਲੇ, ਉਹਦੇ ਵਿੱਚ ਜੇ ਲਿਖ ਦੇਣੇ ਕਾਲਮ ਵੀ ਐਮਐਸਪੀ ਖਤਮ ਨਹੀਂ ਹੋਊਗੀ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਇਸ ਬਿੱਲ ਦਾ। 2-3 ਚੀਜ਼ਾਂ ਜਿਹੜੇ ਕਿਸਾਨ ਚਾਹੁੰਦੇ ਨੇ ਉਹ ਇਹਦੇ ਵਿੱਚ ਐਡ ਕਰ ਦਿੱਤੀਆਂ ਜਾਣ ਇਸ ਬਿੱਲ ਦੇ ਵਿੱਚ, ਫੇਰ ਹੀ ਕਿਸਾਨ ਖੁਸ਼ ਹੋਣਗੇ। ਕਿਉਂਕਿ ਕਿਸਾਨ ਕੋਈ ਪਾਗਲ ਥੋੜੀ ਨੇ ਜਿਹੜੇ ਸੜਕਾਂ ਦੇ ਉੱਪਰ ਬੈਠੇ ਨੇ। ਇਹ ਜਿਹੜੇ ਬੈਠ ਕੇ ਜਿਨ੍ਹਾਂ ਨੂੰ ਚੁਣ ਕੇ ਲੋਕਤੰਤਰ ਦਾ ਘਾਣ ਕਰਨ ਵਾਲੀ ਬੀਜੇਪੀ ਅਕਾਲੀ ਭਾਜਪਾ ਸਰਕਾਰ ਹੈ ਜਿਹੜੀ, ਇਹ ਬੈਠ ਕੇ ਜਿਹੜੇ ਥੋਪ ਰਹੇ ਹੈ ਐਮਐਸਪੀ ਨੂੰ ਖਤਮ ਕਰਕੇ, ਜਿਹੜਾ ਇਹ ਕਾਲਾ ਕਾਨੂੰਨ ਕਿਸਾਨਾਂ ਦੇ ਉੱਪਰ ਥੋਪ ਰਹੇ ਨੇ, ਤੇ ਉੱਪਰੋਂ ਇਹ ਕਹਿ ਰਹੇ ਨੇ ਵੀ ਨਹੀਂ ਇਹ ਠੀਕ ਹੈ ਜੀ, ਐਮਐਸਪੀ ਖਤਮ ਨਹੀਂ ਹੋਊਗੀ। ਕਿੱਥੇ ਉਹਨਾਂ ਨੇ ਲਿਖਿਆ ਵੀ ਐਮਐਸਪੀ ਖਤਮ ਨਹੀਂ ਹੋਊਗੀ? ਕਿਉਂ ਨਹੀਂ ਉਹ ਇਸ ਗੱਲ ਨੂੰ ਐਡ ਕਰ ਦਿੰਦੇ ਐਮਐਸਪੀ ਖਤਮ ਨਹੀਂ ਹੋਊਗੀ, ਆੜਤੀਏ ਜਿਹੜੇ ਖਤਮ ਨਹੀਂ। ਉਹਨਾਂ ਨੇ ਫਿਰ ਆਹ ਗੱਲ ਵੀ ਨਹੀਂ ਲਿਖੀ ਹੈਗੀ ਕਿ ਐਮਐਸਪੀ ਖਤਮ ਹੋਗੀ ਨਾ। ਉਹ ਕਹਿੰਦੇ ਐਮਐਸਪੀ ਤੇ ਸਾਡਾ ਕੋਈ ਹਮਲਾ ਨਹੀਂ, ਐਮਐਸਪੀ ਬਰਕਰਾਰ ਰਹੂਗੀ। ਇਹ ਤਾਂ ਸਿਰਫ ਕਿਸਾਨੀ ਨੂੰ ਅਗਾਂਹ ਵਧਾਉਣ ਲਈ ਆਰਡੀਨੈਂਸ ਪਾਸ ਕੀਤੇ ਗਏ ਨੇ, ਐਮਐਸਪੀ ਤੇ ਕੋਈ ਹਮਲਾ ਨਹੀਂ। ਦੇਖੋ, ਕਿਸਾਨਾਂ ਨੂੰ ਅੱਗੇ ਵਧਾਉਣ ਵਾਲੀ ਕੋਈ ਗੱਲ ਨਹੀਂ ਹੈ। ਜਿਹੜੀਆਂ ਪ੍ਰਾਈਵੇਟ ਕੰਪਨੀਆਂ ਅਡਾਨੀ ਤੇ ਅੰਬਾਨੀ ਜੇਕਰ ਕਿਸਾਨਾਂ ਦੀ ਫਸਲ ਚੱਕ ਲੈਂਦੇ ਨੇ ਤੇ ਉਸ ਤੋਂ ਬਾਅਦ ਲੋਕਾਂ ਨੂੰ ਉਹ ਦੁੱਗਣੀ ਰੇਟ ਤੇ ਵੇਚਣਗੇ, ਉਸ ਦੇ ਨਾਲ ਲੋਕਾਂ ਦੇ ਵਿੱਚ ਵੀ ਜਿਹੜੀ ਮਹਿੰਗਾਈ ਵੀ ਹੋਰ ਵਧੂਗੀ। ਇਹਨਾਂ ਨੇ ਜਿਹੜੀ ਚੀਜ਼ ਨੂੰ ਘੱਟ ਤਾਂ ਕੀ ਕਰਨਾ ਸੀ, ਮਹਿੰਗਾਈ ਨੂੰ ਘੱਟ ਤਾਂ ਕੀ ਕਰਨਾ ਸੀ, ਕਿਸਾਨਾਂ ਨੂੰ ਸੁਖੀ ਤਾਂ ਕੀ ਕਰਨਾ ਸੀ। ਉੱਪਰੋਂ ਜਿਹੜੇ ਕਾਲੇ ਕਾਨੂੰਨ ਲਾਗੂ ਕਰਕੇ ਕਿਸਾਨਾਂ ਨੂੰ ਸੜਕਾਂ ਤੇ ਲੈ ਕੇ ਆਏ ਹੈ। ਉਹਨਾਂ ਦਾ ਜਿਹੜਾ ਹੁਣ ਖੇਤਾਂ ਦੇ ਵਿੱਚ ਕੰਮ ਕਰਨ ਦਾ ਸਮਾਂ, ਫਸਲਾਂ ਪੱਕ ਚੁੱਕੀਆਂ ਨੇ, ਕਿਸਾਨ ਧਰਨਿਆਂ ਤੇ ਬੈਠੇ ਆ। ਉਹ ਸੋਚ ਨਹੀਂ ਰਹੀ ਬੀਜੇਪੀ। ਅਕਾਲੀ ਜਿਹੜੇ ਨੇ ਉਹ ਹੁਣ ਅਸਤੀਫਾ ਦੇ ਕੇ ਨਾਟਕ ਕਰ ਰਹੇ ਨੇ ਨਾਲ ਹੋਣ ਦਾ ਕਿਸਾਨਾਂ ਦੇ। ਪਹਿਲਾਂ ਹਮਾਇਤ ਵੀ 2013 ਤੋਂ ਅਕਾਲੀ ਇਸ ਬਿੱਲ ਦੀ ਕਰ ਰਹੇ ਨੇ, ਡਰਾਫਟ ਬਣਾ ਕੇ ਜਿਹੜਾ ਉਹਨਾਂ ਨੇ ਬੀਜੇਪੀ ਨੂੰ ਦਿੱਤਾ ਤੇ ਬੀਜੇਪੀ ਨੇ ਉਹੀ ਕਾਲਾ ਕਾਨੂੰਨ। ਤੁਹਾਡਾ ਇਹ ਇਲਜ਼ਾਮ ਹੈ ਕਿ ਜੋ ਆਰਡੀਨੈਂਸ ਪਾਸ ਹੋਏ ਨੇ ਇਹਦਾ ਡਰਾਫਟ ਬਣਾ ਕੇ ਅਕਾਲੀ ਦਲ ਨੇ ਤਾਂ ਡਰਾਫਟ ਬਣਾ ਕੇ ਬੀਜੇਪੀ ਨੂੰ ਦਿੱਤਾ? ਬਿਲਕੁਲ, ਅਕਾਲੀ ਦਲ ਨੇ ਡਰਾਫਟ ਬਣਾ ਕੇ ਬੀਜੇਪੀ ਨੂੰ ਦਿੱਤਾ। ਹੁਣ ਤੱਕ ਅਕਾਲੀ ਦਲ ਕਿਸਾਨਾਂ ਨੂੰ ਤੇ ਲੋਕਾਂ ਨੂੰ ਇਹ ਸਮਝਾ ਵੀ ਰਹੇ ਸੀ। ਕੁਝ ਦਿਨ ਪਹਿਲਾਂ ਤੱਕ ਕਿਸਾਨ ਇਹ ਅਕਾਲੀ ਦਲ ਵਾਲੇ ਸਮਝਾਉਂਦੇ ਰਹੇ ਵੀ ਜਿਹੜਾ ਇਹ ਬਿੱਲ ਹੈ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਹੈ। ਤੇ ਅੱਜ ਜਦੋਂ ਕਿਸਾਨ ਸੜਕਾਂ ਦੇ ਉੱਪਰ ਉਤਰ ਆਏ ਤੇ ਇਹਨਾਂ ਦਾ ਵਿਰੋਧ ਕਰਨ ਲੱਗੇ, ਫਿਰ ਇਹਨਾਂ ਨੂੰ ਯਾਦ ਆ ਗਿਆ ਨਹੀਂ ਇਹ ਤਾਂ ਜਿਹੜਾ ਬਿੱਲ ਹੈ ਉਹ ਕਿਸਾਨਾਂ ਦੇ ਖਿਲਾਫ ਹੈ। ਸਾਰਿਆਂ ਨੂੰ ਸਾਡੀ ਅਪੀਲ ਹੈ ਕਿ ਤੁਸੀਂ ਕਿਸਾਨਾਂ ਦਾ ਸਮਰਥਨ ਕਰੋ ਤੇ ਦੁਕਾਨਾਂ ਆਪਣੀਆਂ ਬੰਦ ਰੱਖੋ, ਸਾਡਾ ਸਾਥ ਦਿਓ। ਤੁਸੀਂ ਬਣੇ ਰਹੋ ਸਾਡੇ ਨਾਲ ਚੈਨਲ ਪੰਜਾਬੀ ਗਲੋਬਲ ਪੰਜਾਬ ਤੇ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।